ਅੱਜ ਦੇ ਇਸ ਇੱਕ ਵੱਖਰੀ ਕਿਸਮ ਦੇ ਮਿਲਣੀ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਿਲ ਦੇ ਨੇੜੇ ਤੇ ਜਿਨ੍ਹਾਂ ਨਾਲ ਸਾਡਾ ਇੱਕ ਪਰਿਵਾਰ ਵਾਂਗੂ ਰਿਸ਼ਤਾ ਹੈ, ਜਿੰਨੇ ਵੀ ਇੰਡਸਟਰੀਲਿਸਟ ਜਲੰਧਰ ਦੇ ਇੱਥੇ ਪਹੁੰਚੇ ਨੇ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ, ਮੇਰੇ ਕੈਬਨਿਟ ਸਾਥੀਆਂ ਵੱਲੋਂ, MLA ਸਾਹਿਬਾਨ ਵੱਲੋਂ ਤੇ ਸਾਰੀ ਜਲੰਧਰ ਦੀ ਜਿਹੜੀ ਪ੍ਰਸ਼ਾਸਨ ਤੇ ਪੁਲਿਸ ਟੀਮ ਤੇ ਪੰਜਾਬ ਦੀ ਜਿਹੜੀ ਪ੍ਰਸ਼ਾਸਨ ਦੀ ਤੇ ਡਿਸੀਜਨ ਮੇਕਿੰਗ ਟੀਮ ਹੈ ਜਿਹੜੀ ਇੰਡਸਟਰੀ ਨਾਲ ਰਿਲੇਟਡ, ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਕੱਲਾ ਕੱਲਾ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ। ਅਸੀਂ ਤੁਹਾਡੇ ਕੋਲੇ ਧੰਨਵਾਦ ਕਰਦੇ ਹਾਂ, ਤੁਸੀਂ ਇੰਨਾ ਟਾਈਮ ਕੱਢ ਰਹੇ ਹੋ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਅੱਜ ਇੱਕ ਉਹ ਸ਼ਖਸ ਜਿਹੜਾ ਦੇਸ਼ ਦੇ ਵਿੱਚ ਆਪਣੀ ਅਫਸਰੀ ਛੱਡ ਕੇ, ਔਰ ਅਫਸਰੀ ਵੀ ਇਨਕਮ ਟੈਕਸ ਡਿਪਾਰਟਮੈਂਟ ਦੀ ਕਮਿਸ਼ਨਰ ਦੀ, ਕਿਹਾ ਜਾਂਦਾ, ਤੁਹਾਨੂੰ ਵੱਧ ਪਤਾ ਹੋਣਾ ਕਿ ਇਨਕਮ ਟੈਕਸ ਦੇ ਤਾਂ ਚਪੜਾਸੀ ਵੀ ਮਾਣ ਨਹੀਂ ਹੁੰਦਾ, ਪਰ ਕਮਿਸ਼ਨਰ ਜਿਨ੍ਹਾਂ ਨੇ ਨੌਕਰੀ ਮਿਲ ਗਈ ਜਦੋਂ IRS ਕਲੀਅਰ ਹੋਈ, ਸ਼ਿਵਾਨੀ ਪਿੰਡ ਹੈ ਹਿਸਾਰ ਕੋਲੇ, ਤਾਂ ਮਾਂ ਪਿਓ ਨੂੰ ਇਹ ਲੱਭਣ ਲਈ, ਇਹ ਦੱਸਣ ਲਈ ਕਿ ਬੇਟਾ ਤੂੰ ਅਫਸਰ ਬਣ ਗਿਆ, ਮਹੀਨਾ ਡੇਢ ਮਹੀਨਾ ਲੱਗ ਗਿਆ ਸੀ ਇਹਨੂੰ ਲੱਭਣ ਲਈ। ਇਹ ਕਿੱਥੇ ਗਏ ਹੋਏ ਸੀ? ਗਰੀਬਾਂ ਦੀਆਂ ਝੁੱਗੀਆਂ ਝੋਪੜੀਆਂ 'ਚ ਉਹਨਾਂ ਦੇ ਸੇਵਾ ਕਰਨ ਗਏ ਹੋਏ ਸੀ, ਤੇ ਮਦਰ ਟਰੀਜ਼ਾ ਦੇ ਜਿਹੜੇ ਸੀਗੇ ਉਹਨਾਂ ਦੇ ਸ਼ਿਵਰ ਉਹਨਾਂ 'ਚ ਗਏ ਸੀ। ਇੱਥੋਂ ਹੀ ਪਤਾ ਲੱਗ ਜਾਂਦਾ। ਫਿਰ ਕੀ ਹੈ, ਨੌਕਰੀ ਜੁਆਇਨ ਕਰ ਲਈ, ਨੌਕਰੀ ਜੁਆਇਨ ਕਰ ਲਈ, ਗੱਲ ਨਹੀਂ ਬਣੀ। ਗੱਲ ਕਿਉਂ ਨਹੀਂ ਬਣੀ? ਆਪ ਤਾਂ ਇਮਾਨਦਾਰ ਸੀ, ਆਲੇ ਦੁਆਲੇ ਦੂਜਾ ਮਾਲ ਸੀ ਸਾਰਾ, ਤਾਂ ਉਹਨਾਂ ਨੇ ਕਿਹਾ ਯਾਰ ਇੱਥੇ ਨਹੀਂ ਗੱਲ ਬਣਨੀ, ਜੋ ਦਿਲ 'ਚ ਚਾਹੁੰਦੇ ਆ, ਜੋ ਦੇਸ਼ ਜਿਹੋ ਜਿਹਾ ਚਾਹੁੰਦੇ ਆ ਉਹੋ ਜਿਹਾ ਇੱਦਾਂ ਨਹੀਂ ਬਣਨਾ ਕੁਰਸੀ 'ਤੇ ਬਹਿ ਕੇ। ਇਹਨਾਂ ਨੇ ਕੀ ਕੀਤਾ, ਉਹ ਕੁਰਸੀ ਛੱਡਤੀ, ਰਿਜ਼ਾਈਨ ਕਰਤਾ। ਇੰਟਰਸਟਿੰਗ ਗੱਲ ਹੈ, ਉਹ ਕੁਰਸੀ ਛੱਡਤੀ, ਆਪਣੇ ਉਸੇ ਦਫ਼ਤਰ ਦੇ ਗੇਟ 'ਤੇ ਬਾਹਰ ਇੱਕ ਪਲਾਸਟਿਕ ਦੀ ਕੁਰਸੀ ਲਾ ਕੇ ਬਹਿ ਗਏ। ਜਿਹੜਾ ਵੀ ਅੰਦਰ ਜਾਇਆ ਕਰ ਉਹਨੂੰ ਕਹਿੰਦੇ ਜੇ ਕੋਈ ਪੈਸੇ ਮੰਗੇ ਮੈਨੂੰ ਦੱਸੀ। ਉੱਥੋਂ ਹੀ ਡਰ ਪੈਦਾ ਹੋ ਗਿਆ ਅੰਦਰ ਵੀ ਬਾਹਰ ਜਾ ਕੇ ਦੱਸੂਗਾ ਇਹ। ਫਿਰ ਉਹ ਤੋਂ ਬਾਅਦ ਰਾਮਲੀਲਾ ਗਰਾਊਂਡ 'ਚ ਐਂਟੀ ਕਰਪਸ਼ਨ ਮੂਵਮੈਂਟ ਹੋਈ। ਉਸ ਇੱਕ ਬਹੁਤ ਵੱਡੀ ਮੂਵਮੈਂਟ ਦੇ ਵਿੱਚੋਂ ਵਤਨ ਪ੍ਰਸਤੀ ਜਾਗੀ ਲੋਕਾਂ ਦੀ, ਲੋਕ ਆਏ ਕਿ ਯੱਗ ਵਾਂਗੂ ਹਿੱਸਾ ਪਾਇਆ ਕਿ ਯਾਰ ਇਹ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਆਪਾਂ ਦੇਸ਼ ਲਈ ਕੁਝ ਕਰੀਏ। ਉਹਦੇ 'ਚੋਂ ਪਾਰਟੀ ਨਿਕਲੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਨੂੰ ਅਜੇ 10 ਸਾਲ ਹੋਏ ਨੇ ਜੀ। 10 ਸਾਲਾਂ ਦੇ ਵਿੱਚ 2 ਸਟੇਟਾਂ 'ਚ ਸਰਕਾਰ ਹੈ, 11 ਸਾਡੇ MP ਨੇ, 50 ਤੇ ਸਾਡੇ 5 ਸਾਡੇ MLA ਜਿਹੜੇ ਨੇ ਗੁਜਰਾਤ 'ਚ ਨੇ, ਤੇ ਆਮ ਆਦਮੀ ਪਾਰਟੀ ਸਭ ਤੋਂ ਉਮਰ ਦੇ ਵਿੱਚ ਛੋਟੀ ਪਾਰਟੀ ਹੈ ਜਿਹੜੀ 10 ਸਾਲਾਂ 'ਚ ਨੈਸ਼ਨਲ ਪਾਰਟੀ ਬਣ ਗਈ ਜੀ। ਵੱਡੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਨੂੰ ਆਪਣਾ ਨੈਸ਼ਨਲਿਜ਼ਮ ਜਿਹੜਾ ਉਹਦਾ ਸਟੇਟਸ ਹੈ ਉਹ ਰੱਖਣ ਲਈ ਬਹੁਤ ਦਿੱਕਤ ਕਰਨੀ ਪੈਂਦੀ ਹੈ। ਇੱਕ ਸਰਟਨ ਵੋਟ ਸ਼ੇਅਰ, ਸੀਟ ਸ਼ੇਅਰ ਰੱਖਣਾ ਪੈਂਦਾ, ਤਾਂ ਨਹੀਂ ਤਾਂ ਇਲੈਕਸ਼ਨ ਕਮਿਸ਼ਨ ਵਾਪਸ ਲੈ ਲੈਂਦਾ ਉਹ ਸਟੇਟਸ। ਇਹ ਕਿਉਂ ਬਣ ਗਈ ਜੀ ਇੰਨੀ ਛੇਤੀ? ਕਿਉਂਕਿ ਇਹ ਲੋਕਾਂ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਇਹਦੇ ਜਿਹੜੇ MLA ਜਾਂ MP ਜਾਂ ਜਿਹੜੇ ਮੁੱਖ ਮੰਤਰੀ ਜਾਂ ਮੰਤਰੀ ਜਿਹੜੇ ਨੇ ਉਹ ਆਮ ਲੋਕਾਂ 'ਚੋਂ ਆਏ ਹੋਏ ਆ, ਅਤੇ ਅਸੀਂ ਆਮ ਲੋਕਾਂ 'ਚ ਹੀ ਤੁਰੇ ਫਿਰਦੇ ਹਾਂ। ਇਸੇ ਕਰਕੇ ਅੱਜ ਜ਼ਿਆਦਾਤਰ, ਅੱਜ ਨਹੀਂ ਹਰ ਰੋਜ਼ ਮੇਰਾ ਐਕਸਪੀਰੀਅੰਸ ਹੁੰਦਾ, ਜ਼ਿਆਦਾਤਰ ਲੋਕ ਇਹੀ ਕਹਿੰਦੇ ਨੇ ਪਹਿਲੀ ਵਾਰ ਦੇਖਿਆ ਜੀ ਇਹੋ ਜਿਹਾ ਕੁਛ, ਪਹਿਲਾਂ ਤਾਂ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ, ਪਹਿਲੀ ਵਾਰ ਮੈਂ ਕਿਸੇ ਸ਼ਹੀਦੀ ਦੇ ਸਮਾਗਮ 'ਤੇ ਜਾਵਾਂ, ਮੈਂ ਕਿਸੇ ਬਰਸੀ 'ਤੇ ਜਾਵਾਂ, ਮੈਂ ਕਿਸੇ ਮੇਲੇ 'ਤੇ ਜਾਵਾਂ, ਮੈਂ ਕਿਤੇ ਕੋਈ ਫੰਕਸ਼ਨ ਕਰਨ ਜਾਵਾਂ, ਸਕੂਲ 'ਚ ਜਾਵਾਂ, ਹਸਪਤਾਲ ਜਾਵਾਂ, ਲੋਕ ਕੀ ਕਹਿੰਦੇ ਆ, ਪਹਿਲੀ ਵਾਰ ਕੋਈ ਆਇਆ ਜੀ CM, ਸਾਡੇ ਤਾਂ ਕੋਈ ਆਉਂਦਾ ਹੀ ਨਹੀਂ ਸੀ ਜੀ। ਇਸੇ ਕਰਕੇ ਆਹੀ ਫਰਕ ਆ ਬਸ। ਮੈਨੂੰ ਕੋਈ ਕਹਿੰਦੇ ਵੀ ਤੂੰ ਹਰ ਗੱਲ ਦਾ ਜਵਾਬ, ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ, ਕਹਿੰਦੇ ਮੁੱਖ ਮੰਤਰੀ ਸਾਹਿਬ ਪ੍ਰੋਟੋਕੋਲ ਹੁੰਦਾ ਇਹ, ਤੁਸੀਂ ਹਰੇਕ ਸਵਾਲ ਦਾ ਜਵਾਬ ਨਾ ਦਿਆ ਕਰੋ ਖੜੇ ਹੋ ਕੇ। ਮੈਂ ਕਿਹਾ ਵੀ ਜਦੋਂ ਮੇਰੇ ਕੋਲ ਜਵਾਬ ਹੈਗੇ ਨੇ ਤਾਂ ਮੈਂ ਕਿਉਂ ਨਾ ਦਿਆ ਕਰਾਂ? ਕਹਿੰਦੇ ਨਹੀਂ, ਮੇਨ ਸਵਾਲ ਦਾ ਜਵਾਬ ਦਿਆ ਕਰੋ, ਬੈਠੇ ਰਿਹਾ ਕਰੋ, ਇਹ ਪ੍ਰੋਟੋਕੋਲ ਹੈ। ਪਹਿਲਾਂ ਵਾਲੇ ਮੁੱਖ ਮੰਤਰੀ ਜਿਹੜੇ ਸੀਗੇ ਉਹ ਵੀ ਇੱਦਾਂ ਹੀ ਕਰਦੇ ਸੀ, ਉਹ ਆਪ ਨਹੀਂ ਬੋਲਦੇ ਸੀ, ਮੰਤਰੀ ਬੋਲਦੇ ਸੀ। ਮੈਂ ਕਿਹਾ ਇਸੇ ਕਰਕੇ ਤਾਂ ਉਹ ਪਹਿਲਾਂ ਵਾਲੇ ਹੈ, ਫਿਰ ਹੋਣ ਵਾਲੇ ਕਿਉਂ ਨਹੀਂ ਹੈਗੇ? ਉਹ
ਇਸੇ ਕਰਕੇ ਪਹਿਲਾਂ ਵਾਲੇ ਆ ਨਾ, ਜੇ ਮਿਲੇ ਨਹੀਂ ਲੋਕਾਂ ਨੂੰ, ਮਹਿਲਾਂ ਦੇ ਅੰਦਰੋਂ ਕੁੰਡੇ ਲਾ ਲਏ, ਲੋਕਾਂ ਨੇ ਚੁਣਤੇ, ਕੁੰਡੇ ਲਾ ਕੇ ਆਰਡਰ ਦੇਤੇ, ਆਮ ਆਦਮੀ ਨਾ ਨੇੜੇ ਤੇੜੇ ਆ ਜੇ, ਕਿਤੇ ਚਿੜੀ ਨਹੀਂ ਫੜਕਣ ਦਿੱਤੀ ਨੇੜੇ, ਉਹਨਾਂ ਨੇ ਅੰਦਰੋਂ ਕੁੰਡੇ ਲਾ ਲਏ, ਲੋਕਾਂ ਨੂੰ ਪਤਾ ਲੱਗਿਆ ਅੰਦਰੋਂ ਕੁੰਡੇ ਲੱਗੇ ਹੋਏ ਨੇ, ਲੋਕਾਂ ਨੇ 2022 ਚ ਬਾਹਰੋਂ ਕੁੰਡੇ ਲਾਤੇ ਵੀ ਬਾਹਰ ਨਾ ਨਿਕਲਿਓ, ਹੁਣ ਇੱਥੇ ਬੈਠੇ ਰਹੋ ਬਸ। ਆਹ ਫਰਕ ਹੈ ਬਸ। ਕੀ ਕਹਿੰਦੇ ਸੀ, ਇਹਨੇ ਤੋਂ ਚੱਲਣਾ ਨਹੀਂ, ਕੀ ਕਹਿੰਦੇ ਇਹ, ਤਜਰਬਾ ਨਹੀਂ ਹੈਗਾ ਇਹਨਾਂ ਕੋਲੇ। ਬਿਲਕੁਲ ਸਹੀ ਕਹਿੰਦੇ ਜੀ, ਸਾਡੇ ਕੋਲੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਹੈਗਾ। ਸਾਡੇ ਕੋਲੇ ਛੋਟੇ ਛੋਟੇ ਮਿੰਨੀ ਬੱਸਾਂ ਖੋ ਖੋ ਕੇ ਗਰੀਬਾਂ ਦੇ ਟਰਾਂਸਪੋਰਟਾਂ ਦੀਆਂ ਬੱਸਾਂ ਉਹਨਾਂ ਦੀਆਂ ਦਬ ਦਬ ਕੇ ਟਰਾਂਸਪੋਰਟਾਂ ਬਣਾਉਣ ਦਾ ਕੋਈ ਤਜਰਬਾ ਨਹੀਂ ਹੈਗਾ। ਸਾਡੇ ਕੋਲੇ ਕਿਸੇ ਦਾ ਚੱਲਦਾ ਢਾਬਾ ਚੰਗਾ ਭਲਾ ਚੱਲਦਾ, ਉਹਨੂੰ ਕਹਿਤਾ ਦੇ ਦੇ ਵੇਚ ਦੇ, ਉਹ ਕਹਿੰਦਾ ਵੇਚਦਾ ਨਹੀਂ, ਕੋਈ ਗੱਲ ਨਹੀਂ, ਓਵਰਬ੍ਰਿਜ ਲੰਘੂ ਤੁਰ ਉੱਪਰ ਦੀ, ਫਿਰ ਤੇਰੇ ਕਸਟਮਰ। ਸਾਨੂੰ ਇਹੋ ਜਿਹੇ ਓਵਰਬ੍ਰਿਜ ਬਣਾਉਣ ਦਾ ਕੋਈ ਤਜਰਬਾ ਨਹੀਂ ਹੈਗਾ। ਸਾਨੂੰ ਸਿਰਫ ਤਜਰਬਾ ਹੈਗਾ ਸਕੂਲ ਬਣਾਉਣ ਦਾ, ਸਾਨੂੰ ਤਜਰਬਾ ਹੈਗਾ ਰੋਜ਼ਗਾਰ ਦੇਣ ਦਾ, ਸਾਨੂੰ ਤਜਰਬਾ ਹੈਗਾ ਇੰਡਸਟਰੀ ਨੂੰ ਉੱਪਰ ਲੈ ਕੇ ਜਾਣ ਦਾ, ਸਾਨੂੰ ਤਜਰਬਾ ਹੈਗਾ ਇੱਕ ਦੁਕਾਨਦਾਰ ਦੀ ਦੁਕਾਨਦਾਰੀ ਨੂੰ ਪ੍ਰੋਫਿਟੇਬਲ ਬਣਾਉਣ ਦਾ, ਸਾਨੂੰ ਤਜਰਬਾ ਹੈਗਾ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦਾ, ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ। ਇਹ ਤਜਰਬਾ ਹੈਗਾ, ਔਰ ਅਸੀਂ ਤਜਰਬੇ ਨਾਲ ਕਹਿ ਰਹੇ ਹਾਂ। ਬਿਜਲੀ ਦੇ ਬਿੱਲ ਫ੍ਰੀ ਕਰਨ ਦਾ ਗੱਲ ਕੀਤੀ, ਸਾਰੇ ਕਹਿੰਦੇ ਸੀ ਕਿੱਥੋਂ ਕਰ ਦੇਣਗੇ, ਪੈਸਾ ਕਿੱਥੋਂ ਆਊ। ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਬਿਜਲੀ ਫ੍ਰੀ ਕਿਵੇਂ ਕਰ ਦੋਗੇ, ਪੈਸਾ ਕਿੱਥੋਂ ਆਊ। ਅਸੀਂ ਦੱਸਿਆ ਨਹੀਂ, ਸਾਨੂੰ ਪਤਾ ਸੀ ਪੈਸਾ ਇਹਨਾਂ 'ਚੋਂ ਹੀ ਆਊ। ਬੜਾ ਕੁਛ ਉਹਨਾਂ ਕੋਲੇ ਹਜੇ ਨਿਕਲੀ ਜਾਂਦਾ ਹੈ, ਹਜੇ ਵੀ ਨਿਕਲੀ ਜਾਂਦਾ ਹੈ। ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਮਿਲੀ ਜਾਂਦੀਆਂ ਉਹਨਾਂ ਦੇ ਘਰਾਂ 'ਚੋਂ। ਬੜਾ ਪੈਸਾ ਪਿਆ ਹੈ, ਬੜਾ ਪੈਸਾ ਪਿਆ ਉਹਨਾਂ ਕੋਲੇ। ਉਹ ਕੱਢਾਂਗੇ ਜਿਹੜਾ ਪੰਜਾਬ ਦੇ ਖਜ਼ਾਨੇ 'ਚੋਂ ਗਿਆ, ਤੁਹਾਡੇ ਟੈਕਸ ਦਾ ਪੈਸਾ ਹੈ, ਉਹ ਕੱਢ ਕੇ ਤੁਹਾਡੇ 'ਤੇ ਲਾਵਾਂਗੇ ਅਸੀਂ। ਉਹੀ ਉਸੇ ਨਾਲ ਅਸੀਂ ਬਿਜਲੀ ਦੇ ਬਿੱਲ ਫ੍ਰੀ ਕੀਤੇ। ਆ ਬਿਜਲੀ ਬੋਰਡ ਦੇ CMD ਬੈਠੇ ਆ, ਇਹਨਾਂ ਤੋਂ ਵੀ 1 ਰੁਪਈਆ ਬਿਜਲੀ ਬੋਰਡ ਤੋਂ ਕਰਜ਼ਾ ਹੀ ਨਹੀਂ ਹੋਣ ਦਿੱਤਾ। 20,000 ਕਰੋੜ ਰੁਪਈਆ ਇਹਨਾਂ ਦਾ ਸਬਸਿਡੀ ਦਾ ਦਿੱਤਾ, ਜਿਹੜਾ ਸਾਨੂੰ ਵਿਰਸੇ 'ਚ ਛੱਡ ਕੇ ਗਏ ਸੀ ਪੁਰਾਣੇ। ਆਮ ਤੌਰ 'ਤੇ ਹੁੰਦਾ ਨਾ ਬਜ਼ੁਰਗ ਵੀ ਫਲਾਣਿਆਂ ਦਾ ਬਜ਼ੁਰਗ ਯਾਰ ਵਿਰਸੇ 'ਚ ਇੱਕ ਸ਼ਾਪਿੰਗ ਮਾਲ ਛੱਡ ਗਿਆ ਬੱਚਿਆਂ ਲਈ, ਇੱਕ ਐਨੀ ਪਲਾਟ ਛੱਡ ਗਿਆ। ਅਤੇ ਮੈਨੂੰ ਪਤਾ ਕੀ ਮਿਲਿਆ ਵਿਰਸੇ 'ਚ ਮੁੱਖ ਮੰਤਰੀ ਬਣ ਕੇ, ਪੁਰਾਣਾ ਮੁੱਖ ਮੰਤਰੀ 9,000 ਕਰੋੜ ਦਾ ਬਿਜਲੀ ਬੋਰਡ ਦਾ ਕਰਜ਼ਾ ਛੱਡ ਗਿਆ ਜੀ। ਅਤੇ ਮੈਨੂੰ ਕਹਿੰਦੇ 9,000 ਤਾਂ ਉਹਨਾਂ ਨੇ ਛੱਡ ਗਏ। ਮੈਂ ਕਿਹਾ ਕੋਈ ਰਿਆਇਤ ਨਹੀਂ, ਕਹਿੰਦੇ ਨਾ ਜੀ ਤੁਸੀਂ ਇਹਨਾਂ ਨੂੰ ਪੁੱਛ ਲਓ। 1,804 ਕਰੋੜ ਦੀ ਇੱਕ ਕਿਸ਼ਤ ਬਣਾਈ ਹੈ। ਮੈਂ ਕਿਹਾ 5 ਸਾਲਾਂ 'ਚ 9,000 ਕਰੋੜ ਉਹ ਵੀ ਮੋੜੂੰਗਾ। ਪਹਿਲੀ ਕਿਸ਼ਤ ਚਲੀ ਗਈ ਇਹਨਾਂ ਕੋਲੇ, ਪੁਰਾਣੇ ਕਰਜ਼ੇ ਵੀ ਮੋੜ ਲਏ ਅਸੀਂ, ਉਹਨਾਂ ਦੇ ਬੀਜੇ ਹੋਏ ਕੰਡੇ ਵੀ ਅਸੀਂ ਚੁਗ ਰਹੇ ਹਾਂ। ਵਿਜ਼ਨ ਹੀ ਹੈ ਨਹੀਂ ਸੀ, ਕੋਈ ਦੇਖਦੇ ਹੀ ਨਹੀਂ ਸੀ ਕੀ ਹੋਊਗਾ, ਕੌਣ ਚਲੋ ਜੀ ਕੌਣ ਆ ਬਈ, ਤੂੰ ਕੌਣ ਆ ਜਾ ਬਈ, ਕਿੰਨੇ ਦਿਨ ਆ ਜਾ ਬਈ, ਚੱਲ। ਉਹ ਗੱਲ ਯਾਰ ਡਰਾ ਕੇ ਰੱਖਦੇ ਸੀਗੇ ਇੰਡਸਟਰੀਲਿਸਟ ਨੂੰ। ਕਿਤੇ ਖੜ ਗਏ, ਕਹਿੰਦੇ ਜੀ ਮੈਂ ਤਾਂ ਸੁਣਿਆ ਜਾਂਦੇ ਜਾਂਦੇ ਕਿਤੇ ਡਿਪਟੀ CM ਸਾਹਿਬ ਕਿਤੇ ਖੜ ਗਏ, ਬਾਥਰੂਮ ਜਾਣਾ ਸੀ, ਉਹ ਕਿਤੇ ਦੱਸ ਬੈਠਾ ਬੰਦਾ, ਕਹਿੰਦਾ ਮੇਰੇ ਤਾਂ ਇੰਨਾ ਪ੍ਰੋਫਿਟ ਆ। ਉਹ ਕਹਿੰਦਾ ਅੱਛਾ ਫਿਰ ਰੁਪਈਆ ਮੇਰਾ ਹੁਣ ਅੱਜ ਤੋਂ ਲੈ। ਮਤਲਬ ਕੇਜਰੀਵਾਲ ਸਾਹਿਬ ਸਕਸੈਸ ਤੋਂ ਡਰਨ ਲਾਤੇ ਸੀਗੇ ਪੰਜਾਬੀ, ਇਹੋ ਜਿਹੇ ਹਾਲਾਤ ਬਣਾਤੇ ਸੀ, ਸਫਲਤਾ ਤੋਂ ਡਰ ਲੱਗਦਾ ਸੀ। ਮੈਂ ਇਹਦੀ ਉਦਾਹਰਨ ਦਿੰਦਾ। ਮੈਂ 2014 ਤੋਂ ਬਾਅਦ 2016-17 ਦੀ ਗੱਲ ਹੈ, ਮੈਂ ਕਿਤੇ ਇੱਧਰ ਰੋਪੜ ਵੱਲ ਕਿਤੇ 17 ਦੀਆਂ ਇਲੈਕਸ਼ਨਾਂ 'ਚ ਕੰਪੇਨ ਕਰਕੇ ਗਿਆ। ਮੈਂ ਰਾਤ ਨੂੰ ਢਾਬੇ 'ਤੇ ਰੋਟੀ ਖਾਣ ਖੜ ਗਿਆ। ਬੜਾ ਸੋਹਣਾ ਢਾਬਾ ਬਣਾਇਆ ਹੋਇਆ ਨੇ ਮਰਿੰਡੇ ਦੇ ਨੇੜੇ, ਅਤੇ ਜਿਵੇਂ ਪੁਰਾਣਾ ਕਲਚਰ, ਮੰਜੇ ਜੋੜ ਕੇ ਸਪੀਕਰ ਲੱਗਿਆ ਹੋਇਆ, ਸਾਰਾ ਪੂਰਾ ਵਧੀਆ ਕਲਚਰ ਬਣਾਇਆ ਹੋਇਆ। ਅਤੇ ਚਲੋ ਮੈਨੂੰ ਦੇਖ ਕੇ ਆਲੇ ਦੁਆਲੇ ਲੋਕ ਇਕੱਠੇ ਹੋ ਕੇ ਫੋਟੋਆਂ ਖਿਚਾਉਣ ਲਈ। ਮਾਲਕ ਵੀ ਆ ਗਿਆ ਢਾਬੇ ਦਾ। ਸਫਲਤਾ ਤੋਂ ਕਿਵੇਂ ਡਰਨ ਲੱਗਿਆ ਨਾ ਸੁਣ ਲਿਓ, ਇਹ ਤੁਹਾਡੇ 'ਤੇ ਵੀ ਲਾਗੂ ਹੁੰਦਾ, ਤੁਹਾਨੂੰ ਵੀ ਇਹੀ ਹੋਇਆ ਕਿ ਜੀ ਮੈਂ ਮਾਲਕ ਨੂੰ ਪੁੱਛਿਆ, ਮੈਂ ਕਿਹਾ ਜੀ ਕਿਵੇਂ ਹੈ, ਠੀਕ ਠਾਕ ਹੋ? ਕਹਿੰਦੇ ਹਾਂ ਜੀ। ਮੈਂ ਕਿਵੇਂ ਚੱਲਦਾ? ਬੜਾ ਸੋਹਣਾ ਬਣਾਇਆ ਢਾਬਾ। ਕਿਵੇਂ ਚੱਲਦਾ? ਵਧੀਆ ਚੱਲਦਾ ਕਾਰੋਬਾਰ? ਉਹ ਮੈਨੂੰ ਪਰਾਂ ਲਿਜਾ ਕੇ ਕਹਿੰਦਾ ਜੀ ਕਾਹਦਾ ਕਾਰੋਬਾਰ, 2 ਵੇਲੇ ਹੀਰ-ਰਾਸ ਕਰਦੇ ਹਾਂ, ਜ਼ਿਆਦਾ ਵਧੀਆ ਨਾ ਚੱਲੇ ਨਹੀਂ ਤਾਂ ਹਿੱਸਾ ਪਾ ਲੈਣਗੇ। ਮਤਲਬ ਜ਼ਿਆਦਾ ਵਧੀਆ ਨਾ ਚੱਲੇ ਸਾਡਾ ਕੰਮ, ਨਹੀਂ ਤਾਂ ਆ ਕੇ ਹਿੱਸਾ ਪਾਉਣਗੇ, ਮੰਗਣਗੇ ਸਾਤੋਂ ਪ੍ਰੋਫਿਟ 'ਚੋਂ ਹਿੱਸਾ। ਆਹ ਕੰਮ ਚੱਲਦਾ ਸੀ, ਬੰਦ ਕੀਤਾ। ਮੈਂ ਬਹੁਤ ਇਸ ਮਾਮਲੇ 'ਚ ਹੋਮਵਰਕ ਕਰਦਾ ਰਹਿਣਾ। ਮੈਂ ਸੋਚਿਆ ਵਪਾਰੀ ਕਿਉਂ ਜਾਂਦੇ ਆ ਬਈ ਪੋਲੀਟੀਸ਼ੀਅਨਾਂ ਕੋਲੇ, ਲਾਲ ਰੰਗ ਦੀਆਂ ਥੈਲੀਆਂ ਲੈ ਕੇ ਇਲੈਕਸ਼ਨ ਵੇਲੇ। ਕਿਸੇ ਵੀ ਪਾਰਟੀ ਦੀ ਤੁਸੀਂ ਕਿਸੇ ਮੈਨੀਫੈਸਟੋ ਨੂੰ ਕੋਈ ਲਾਈਕ ਨਹੀਂ ਕਰਦੇ,
ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਦੇ ਨਾਲ ਵੀ ਕੌਣ ਲੜਦਾ, ਕੌਣ ਕਿੰਨੀਆਂ ਸੀਟਾਂ ਲੜਦਾ, ਕਿਹਦਾ ਕੀ। ਤੁਸੀਂ ਕਿਉਂ ਜਾਂਦੇ ਹੋ ਲਾਲ ਰੰਗ ਦੀਆਂ ਥੈਲੀਆਂ ਲੈ ਕੇ ਦੋਨੇ ਤਿੰਨੇ ਪਾਰਟੀਆਂ ਕੋਲੇ? ਤੁਸੀਂ ਜਾ ਕੇ ਕੀ ਕਹਿੰਦੇ ਹੋ? ਆਪਦੇ ਦਿਲੋਂ ਤਾਂ ਕਹਿੰਦੇ ਹੋ ਆ ਜੀ ਤੁਹਾਡਾ ਖਰਚਾ ਹੋਊਗਾ ਜੀ, ਆ ਥੋੜ੍ਹਾ ਜਿਹਾ ਰੱਖ ਲੈਂਦੇ ਯੋਗਦਾਨ। ਅੰਦਰੋਂ ਤੁਸੀਂ ਇਹ ਕਹਿੰਦੇ ਹੋ ਭਰਾਵਾ ਜੇ ਤੂੰ ਜਿੱਤ ਗਿਆ ਤੂੰ ਤੰਗ ਨਾ ਕਰੀ। ਉਹ ਦੂਜੇ ਨੂੰ ਕਹਿੰਦੇ ਜੇ ਤੂੰ ਜਿੱਤ ਗਿਆ ਤੂੰ ਨਾ ਤੰਗ ਕਰੀ। ਬਸ ਆ ਚਲਾਇਆ ਹੋਇਆ ਸਾਡੇ। ਐਮ ਆਈ ਰਾਈਟ? ਇਹੋ ਜਿਹੇ ਗਰਾਊਂਡ ਦੀਆਂ ਗੱਲਾਂ ਕਿਸੇ ਨੂੰ ਪਤਾ ਹੋਊਗਾ? ਇਹਨੂੰ ਪਤਾ ਹੀ ਨਹੀਂ ਕਿ ਇੰਡਸਟਰੀਲਿਸਟ ਕਿਵੇਂ ਕੰਮ ਚਲਾ ਰਿਹਾ ਯਾਰ। ਚੋਰ ਕਹਿੰਦੇ ਆ ਉਹਨੂੰ, ਜੋ ਦੁਨੀਆ ਭਰ ਦੀਆਂ ਪਾਬੰਦੀਆਂ ਲਾਉਣੀਆਂ ਇੰਡਸਟਰੀਲਿਸਟ ਤੇ ਲਾ ਦਿਓ। ਤੁਸੀਂ ਹਫ਼ਤੇ 'ਚੋਂ 3 ਦਿਨ ਨਹੀਂ ਚਲਾ ਸਕਦੇ ਜੀ, ਸਾਡੇ ਕੋਲ ਬਿਜਲੀ ਹੈ ਨਹੀਂ। ਤੇ ਬਿਜਲੀ ਹੁਣ ਕਿਵੇਂ ਹੋਗੀ ਜੀ? ਆ ਕੇ ਹੁਣ ਤਾਂ ਨਹੀਂ ਲੱਗਿਆ ਕੋਈ ਇੱਦਾਂ ਦਾ ਕੱਟ ਕਿ ਤੁਹਾਨੂੰ ਅਸੀਂ ਕਿਹਾ ਹੋਵੇ ਹਫ਼ਤੇ 'ਚ 2 ਦਿਨ ਕੱਟੋ ਪੈਡੀ ਦੇ ਸੀਜ਼ਨ ਵੇਲੇ। ਨੋ, ਨਾਲੇ ਪੈਡੀ ਦੇ ਸੀਜ਼ਨ 'ਚ ਅਸੀਂ 12-12 ਘੰਟੇ 14-14 ਘੰਟੇ ਦੀ ਕਾਰਨ ਨੀਅਤ ਸਾਫ਼। ਪਚਵਾੜਾ ਝਾਰਖੰਡ ਦੇ ਵਿੱਚ ਪਚਵਾੜਾ ਕੋਲ ਮਾਈਨ ਹੈ ਪੰਜਾਬ ਸਰਕਾਰ ਦੀ, 2015 ਤੋਂ ਬੰਦ ਪਈ ਸੀ ਇਸ ਕਰਕੇ ਕਿਉਂਕਿ ਆਲੇ ਦੁਆਲੇ ਖਰੀਦਦੇ ਸੀ, ਕਮਿਸ਼ਨ ਮਿਲਦਾ ਸੀ। ਅਸੀਂ ਉਹ ਕੋਲ ਮਾਈਨ ਚਲਾ ਲਈ, ਸਾਡੇ ਕੋਲੇ ਕੋਲਾ ਆਮ ਹੋ ਗਿਆ। ਇਸ ਵਕਤ ਕੋਲਾ ਅਸੀਂ ਪ੍ਰਾਈਵੇਟ ਸੈਕਟਰ ਨੂੰ ਵੀ ਦੇਣ ਨੂੰ ਤਿਆਰ ਬੈਠੇ ਹਾਂ, ਇੰਨਾ ਕੋਲਾ ਪਿਆ ਸਾਡੇ ਕੋਲ। ਸੋ ਬਿਜਲੀ ਤੋਂ ਬਿਨਾਂ ਅਸੀਂ ਕਰਾਂਗੇ ਕੀ? ਇੰਡਸਟਰੀਲਿਸਟ ਨੂੰ ਕਹੀ ਜਾਂਦੇ ਜਾ ਕੇ ਬਿਜਲੀ ਹੈ ਨਹੀਂ। ਹੁਣ ਬਿਜਲੀ ਜਦੋਂ ਆਮ ਹੋ ਗਈ, ਜਿਹੜੀ ਤੁਹਾਡੀਆਂ ਤੁਸੀਂ 5 ਰੁਪਈਏ ਵਾਲੀ ਗੱਲ ਜਿਹੜੀ ਕਹਿ ਰਹੇ ਸਰ, ਮੈਨੂੰ ਯਾਦ ਹੈ ਤੁਸੀਂ ਘਰੇ ਆਏ ਸੀ ਮੇਰੇ ਕੋਲੇ, 1.5 ਘੰਟਾ 2 ਘੰਟੇ ਆਪਾਂ ਉੱਥੇ ਬੈਠੇ ਸੀ। ਔਰ ਜੋ ਬਿਜਲੀ ਦੇ ਬਹੁਤ ਸਾਰੇ ਅਸੀਂ ਹੁਣ ਇੰਡੀਆ ਦਾ ਸਭ ਤੋਂ ਸਸਤਾ 2 ਰੁਪਈਏ 53 ਪੈਸੇ ਪਰ ਯੂਨਿਟ ਅਸੀਂ ਐਗਰੀਮੈਂਟ ਕੀਤਾ ਸੋਲਰ ਦਾ। ਇੰਡੀਆ ਦਾ ਸਭ ਤੋਂ ਸਸਤਾ ਹੈ ਜੀ ਉਹਦੇ ਨਾਲ ਸਾਨੂੰ ਬਿਜਲੀ ਆਊਗੀ। ਅਸੀਂ ਆਪਣਾ 700 ਏਕੜ ਦਾ ਗੋਬਿੰਦਪੁਰਾ ਹੈ ਨਾ ਜੀ, ਉੱਥੇ 700 ਏਕੜ ਦਾ ਸੀ ਉਹ ਲਾਉਣਾ। ਤਾਂ ਉੱਥੇ ਉਹਨਾਂ ਨੇ ਥਰਮਲ ਸੀ ਪਰ ਉਹ ਤੋਂ ਨਹੀਂ ਲੱਗਿਆ। ਪਰ ਉਹ ਕਿਉਂਕਿ ਐਨਰਜੀ ਵੇਸਟ ਹੀ ਹੈ, ਉਹ ਕਹਿੰਦੇ ਸਾਨੂੰ ਜਿਹੜੀ ਹੁਣ ਗ੍ਰੀਨ ਐਨਰਜੀ ਵੱਲ ਜਾ ਰਹੇ ਹਾਂ ਆਪਾਂ, ਸਾਨੂੰ ਐਨਰਜੀ ਨਾਲ ਰਿਲੇਟਡ ਹੀ ਸਾਡਾ ਮੰਤਵ ਬਦਲ ਦਿਓ, ਥਰਮਲ ਦੀ ਬਜਾਏ ਸਾਨੂੰ ਸੋਲਰ ਦੀ ਇਜਾਜ਼ਤ ਦੇ ਦਿਓ। ਜੇ ਕਿਤੇ ਉਹਨਾਂ ਤੋਂ ਮੰਗਦੇ ਨਾ, ਉਹਨੇ ਕਹਿਣਾ ਸਾਨੂੰ ਕਿੰਨੇ ਦਿਨ ਹੈ। ਤੇ ਮੈਂ ਉਹਨਾਂ ਨੂੰ ਕਿਹਾ ਕਿ ਬਿਜਲੀ ਕਿੰਨੀ ਪੈਦਾ ਕਰੋਗੇ ਤੇ ਰੋਜ਼ਗਾਰ ਕਿੰਨੇ ਦਿਓਗੇ? ਉਹ ਕਹਿੰਦੇ ਇੰਨੇ ਕਿ ਮੈਂ ਕਰ ਲਓ ਜੀ, ਤੁਸੀਂ ਬਿਜਲੀ ਪੈਦਾ ਕਰੋ ਕੇ ਦਿਓ, ਰੋਜ਼ਗਾਰ ਮਿਲੂਗਾ, ਸਾਡੀ ਇੰਡਸਟਰੀ ਚੱਲੂਗੀ, ਇਨਡਾਇਰੈਕਟ ਰੋਜ਼ਗਾਰ ਮਿਲੂਗਾ। ਸੋ ਉਹਨਾਂ ਦੀ ਨੀਅਤ ਹੀ ਹੈ ਨਹੀਂ ਸੀ ਪਹਿਲਾਂ। ਹੁਣ ਅੱਜ ਅਨਾਉਂਸਮੈਂਟਸ ਨੇ ਕਿ ਮੈਨੂੰ ਮੈਂ ਸ਼ਰਤ ਲਾ ਕੇ ਕਹਿਣਾ, ਜੇ ਅੱਜ ਵਾਲੀਆਂ 57 ਚੋਂ 2 ਵੀ ਜਿਹੜੇ ਸਾਡੇ ਪੁਰਾਣੇ ਰਹੇ ਨੇ, ਚਾਹੇ ਇੰਡਸਟਰੀ ਮਿਨਿਸਟਰ ਰਹੇ ਨੇ ਚਾਹੇ ਚੀਫ ਮਿਨਿਸਟਰ ਨੇ, 2 ਦਾ ਵੀ ਪਤਾ ਹੋਵੇ ਕੀ ਹੁੰਦਾ, ਨਹੀਂ ਪਤਾ, ਇਹ ਉਹਨਾਂ ਦਾ ਵਿਸ਼ੇ ਟੌਪਿਕ ਹੀ ਹੈ ਨਹੀਂ। ਮੈਂ ਪੁੱਛਿਆ ਅਫਸਰਾਂ ਤੋਂ, ਮੈਂ ਕਿਹਾ ਮੈਂ 100 ਤੋਂ ਵੱਧ ਹਰ ਰੋਜ਼ ਫਾਈਲਾਂ ਸਾਈਨ ਕਰਦਾ ਯਾਰ, ਪਹਿਲਾਂ ਕਿਵੇਂ ਕਰਦੇ ਸੀਗੇ? ਇੰਨੀਆਂ ਫਾਈਲਾਂ ਸਾਈਨ ਹੁੰਦੀਆਂ ਸੀ? ਉਹ ਕਹਿੰਦੇ ਪਹਿਲਾਂ ਕਦੋਂ ਸਾਈਨ ਹੁੰਦੀਆਂ ਸੀ? ਪਹਿਲਾਂ ਫਾਈਲਾਂ ਹੀ 2-2 ਸਾਲ ਪਈਆਂ ਰਹਿੰਦੀਆਂ ਸੀ। 2:30-3 ਵਜੇ ਤੋਂ ਉੱਠਦੇ ਸੀ, ਸਵੇਰੇ ਨਹੀਂ ਦੁਪਹਿਰੇ, ਰਾਤ ਨੂੰ 12 ਵਜੇ ਸੌਂਦੇ ਸੀ, ਅਫਸਰ ਬਾਹਰ ਬੈਠੇ ਰਹਿੰਦੇ ਸੀ, ਕੋਈ ਕੰਮ ਨਹੀਂ ਹੁੰਦਾ ਸੀ। ਤਾਈਓ ਫਿਰ ਪਿੱਛੇ ਰਹਿ ਗਏ। ਤਾਈਓ ਗੌਤਮ ਜੀ ਤੁਸੀਂ ਕਹਿ ਰਹੇ ਹੋ ਕਿ ਗਲੋਰੀ ਜਿਹੜੀ ਹੈ ਉਹ ਇੱਦਾਂ ਹੀ ਗਈ ਹੈ। ਕੋਈ ਗੱਲ ਨਹੀਂ, ਵਾਪਸ ਆਊਗੀ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ। ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਪੰਜਾਬ ਹੈ, ਅਸੀਂ ਤਾਂ ਜਿਹੜੇ ਮੁਲਕਾਂ 'ਚ ਗਲਤੀ ਨਾਲ ਵੀ ਚਲੇ ਗਏ, ਕਿਸੇ ਟਰੈਵਲ ਏਜੰਟ ਦੀ ਗਲਤੀ ਨਾਲ ਵੀ ਚਲੇ ਗਏ, ਉੱਥੇ ਵੀ ਕਾਮਯਾਬ ਹੋਏ ਨੇ। ਇਸ ਤਾਂ ਗਲੋਬਲ ਸਿਟੀਜ਼ਨ ਆ ਪੰਜਾਬੀ। ਅਸੀਂ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਤੁਹਾਨੂੰ ਮਿਲਣਗੇ, ਸਕਸੈਸਫੁਲ ਪੰਜਾਬੀ ਮਿਲਣਗੇ, ਕਦੇ ਭੀਖ ਮੰਗਦਾ ਪੰਜਾਬੀ ਨਹੀਂ ਮਿਲੂਗਾ ਤੁਹਾਨੂੰ। ਇਸੇ ਕਰਕੇ ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਹੈ, ਅੰਮ੍ਰਿਤਸਰ ਦੇ ਵਿੱਚ ਵੀ ਇੱਥੇ ਵੀ ਸਰ ਕਿਸੇ ਨੇ ਵੀ ਇਨਸੈਂਟਿਵ ਨਹੀਂ ਮੰਗਿਆ, ਬਸ ਇਹ ਕਿਹਾ ਬਸ ਕੰਮ ਕਰ ਲੈਣ ਦਿਓ, ਸਾਨੂੰ ਚੱਕ ਦਿਆਂਗੇ ਫੱਟੇ, ਸਾਨੂੰ ਕੰਮ ਕਰ ਲੈਣ ਦਿਓ, ਦੇਖਦੇ ਜਾਓ ਤੁਸੀਂ ਕਿੰਨਾ ਟੈਕਸ ਦਿੰਦੇ ਆ। ਇਹ ਚੀਜ਼ ਹੈ ਬਸ। ਦਿੱਲੀ 'ਚ ਵੀ ਇੱਦਾਂ ਹੀ ਕੀਤਾ ਮੁੱਖ ਮੰਤਰੀ ਸਾਹਿਬ ਨੇ, ਬੁਲਾ ਕੇ ਉਹਨਾਂ ਨੂੰ। ਕੀ ਕਰੀਏ, ਰੇਡਾਂ ਬਹੁਤ ਪੈਂਦੀਆਂ ਸੀ ਆ ਜਿਹੜੇ ਇੰਸਪੈਕਟਰਾਂ ਦੀਆਂ, ਤਾਂ ਉਹਨਾਂ ਨੇ ਕਿਹਾ ਜੀ ਇੰਸਪੈਕਟਰਾਂ ਦੀਆਂ ਰੇਡਾਂ ਤੋਂ ਬਚਾਓ। ਉਦੋਂ ਵੈਟ ਹੁੰਦਾ ਸੀ, ਹੁਣ GST ਆ ਗਿਆ, 12.5% ਸੀਗਾ ਵੈਟ। ਬੁਲਾਏ ਖਜ਼ਾਨਾ ਮੰਤਰੀ ਸੀ ਉਸ ਵੇਲੇ ਮਨੀਸ਼ ਸਿਸੋਦੀਆ ਜੀ, ਬੁਲਾਏ, ਦੱਸੋ ਕੀ ਚਾਹੀਦਾ? ਕਹਿੰਦੇ ਇੱਕ ਤਾਂ ਵੈਟ ਘਟਾ ਦਿਓ ਤੇ ਇੱਕ ਇੰਸਪੈਕਟਰਾਂ ਦੀਆਂ ਰੇਡਾਂ ਤੋਂ ਬਚਾ ਦਿਓ।
नाल दी नाल उत्थे ही फैसला किया वैट 12.5% तो घटा के 5% कर दें, 7.5% वैट घटाता, पर नाल बेनती करती कि हुण ऐ करियो कोई थोड़े रेट नहीं पैनी, ईमानदारी नाल टैक्स भर दिओ। कुड यू बिलीव दैट कि 7.5% वैट घटा के 2000 करोड़ का रैवन्यू वध गया जी दिल्ली च, 7.5 करोड़। उसे नाल दवाइयां फ्री करतियां, उसे नाल बिजली फ्री, पानी फ्री हो गया, एजुकेशन फ्री हो गई। पैसा सरकार ने कोई मशीनां थोड़ी लाइया, पैसा इत्थों ही आना सिस्टम चो, सिस्टम च ही लग जाना चाहिए। डिसिपलन, फाइनैंशियल डिसिपलन की लोड़ है। साडे फाइनैंशियल इरैगुलरिटीज़ बहुत ज़्यादा ने, पैसा कितों होर आउंदा है, लग किते होर जांदा है, बाद सेंटर ला दिंदा। RDF का पैसा रोकी बैठे जी सेंटर वाले, रूरल डिवेलपमेंट फंड का कितना 4000 करोड़। क्यों रोकया? क्योंकि इदों पहला वाला जिहड़ा पैसा आया सीगा ओह गलत जगह तो यूज़ कर लिया, जबकि करना चाहिए सी मंडियां ते मंडियां नूं जांदियां होईयां लिंक सड़कों वास्ते, तो सरकार ने इधर उधर जिहड़े वादे कीते सी उधर यूज़ कर लिया। तो वह कहते भी तुसीं गलत थां ते यूज़ किया, असीं तां पैसे थोड़े रोकांगे। असीं हुण एक्ट भी चेंज किया है, असीं उन्होंने कहता कि 1 रुपया भी जिहड़ा मिलू लो देओगे मंडियां ते सड़कों का मिलूगा ते लावांगे। हुण किते जाके थोड़ा पैसे देण दी देखदे हां उन्हां नाल, तक क्योंकि वो चाहुंदे ही नहीं कि वो असल च ये चाहुंदे ने कि आम आदमी पार्टी ना तरक्की कर जे। असल च इस तरक्की इस चक्कर च साडे लोकां दी, देश दे नागरिकां दी तरक्की रोकी बैठे। असल च दिल्ली च कितना तंग करते हैं, फिर भी काम कर रहे हैं। सानू भी रोज़ कोई ना कोई रुका आ जाता है। बिजली बोर्ड, बिजली बोर्ड के बैठे ने CMD, कोला असी उड़ीसा तो लेंदे सी, पहला उड़ीसा की कोल माइन है, कमाल का एक सेंटर का हमें रुका आया कि जी आप सीधा ट्रेन के रैक से उड़ीसा से पंजाब कोयला नहीं लेके जा सकते। उसका जी हाँ बताइए कैसे जाएगा फिर? तो आप पहले पूरी बंदरगाह पे जाओ कोयला लेके ट्रकों में, वहां पे शिप में उसको शिफ्ट करो, लोड करो, उसके बाद आप समुद्र के रास्ते श्रीलंका के ऊपर से होते हुए कांडला पोर्ट पे आओ, वहां अनलोड करो, वहां से ट्रेन में लोड करो, उसके बाद फिर ट्रेन से पंजाब ले आओ। मैं गया कोयला मंत्री के पास, मैंने कहा सर मुझे ये बता दीजिए अगर पंजाब आना हो उड़ीसा से किसी ने तो बाया श्रीलंका आना पड़ता है? कहता जी क्या मतलब? मैंने कहा ये पढ़िए पढ़िए, ये क्या कोयला हमें बाया श्रीलंका मिलेगा और इस कोयले से हम क्या करते हैं? इस कोयले से हम बिजली बनाते हैं, और बिजली हम कहाँ इस्तेमाल करते हैं? ये बिजली हम देश का पेट पालने के लिए, हमारा चावल पैदा करने के लिए यूज़ करते हैं। हमारी चावल खुराक नहीं है, हमारी 99% चावल इंडिया को एक्सपोर्ट करते हैं। मैंने कहा सर ऐसा करते हैं फिर ठीक है, हम श्रीलंका के ऊपर से लेके आते हैं। ऐसे जवाब उन्होंने भी नहीं सुने होंगे कोयला मंत्री वगैरह ने। मैंने कहा श्रीलंका के ऊपर से कोयला आएगा नो प्रॉब्लम, पर जब FCI चावल लेके जाएगी ना वो भी बाया कराची जाएगी सर, वो भी सीधा नहीं जाएगा फिर यहाँ से। चावल हमारा सीधा ले जाते हो, कोयला कह रहे हो हमें बाया श्रीलंका लेके आओ। 1.5 रुपया पर यूनिट का हमें बिजली महंगी पड़ रही थी। हमने कहा हम नहीं देंगे ये, तो माफ़ कर दिए। ऐसे कर, अगर पंजाब को प्यार करते तो लड़ना पड़ेगा उनके साथ, ऐसे नहीं करते कि अच्छा जी उनकी चिट्ठी आ गई चलो कोई बात नहीं कर दो जी। एक एक आ जिहड़ा तुसीं अज पढ़िया कल्ला कल्ला मेरे याद आई, क्योंकि मैं पिछले 2 महीने तो मेरे सुपने च भी आउंदा है की करना है, थानू बेसमेंट बनानी है, थानू कहते माइनिंग कर रहे हो, 5 रुपये वो दो, फिर वो परमिशन लो, कोई 5 रुपये नहीं देने, कोई परमिशन नहीं, तुसीं ऑनलाइन कर दो, 72 घंटिया के थानू बेसमेंट की परमिशन मिल जू। जे नहीं मिली ऑनलाइन ना ये मन्निया जाऊगा कि थानू परमिशन मिल गई, तुसीं 72 घंटे ऑलरेडी करते। बिजली बोर्ड के नवे सब स्टेशन बनाने ने सर, इंडस्ट्री के सब स्टेशन स्पैशल लाइना स्पैशल कड्डांगे, क्योंकि इंडस्ट्री नूं भी आपां क्योंकि देखो टैक्सटाइल है खेती तो बाद सैकेंड बिगेस्ट इंपलायमेंट जनरेट करता है टैक्सटाइल। अमृतसर तो आए हैं पवित्र धरती, उन्होंने भी दसिया
ਸੋ ਇਹਨਾਂ ਨੂੰ ਆਪਾਂ ਉਹਨਾਂ ਲਾਈਨਾਂ ਨਾਲ ਨਾ ਜੋੜੀਏ ਕਈ ਵਾਰੀ, ਕਿਉਂਕਿ ਆਪਾਂ ਕੀ ਚਾਹੁੰਦੇ ਹਾਂ, ਮੈਂ ਖੁਦ ਚਾਹੁੰਦਾ ਨਾ ਇਕੱਲੇ ਹੁਣ NH1 ਦੇ ਆਲੇ ਦੁਆਲੇ ਇਕੱਠੇ ਨਾ ਹੋ। ਆਪਣੇ ਕੋਲੇ ਹਾਈਵੇ ਵੀ 3 ਹੋ ਗਏ ਹੁਣ ਤਾਂ, ਆ ਜਾਓ ਉੱਧਰ ਨੂੰ ਮੋਗੇ ਵੱਲ ਨੂੰ ਚੱਲਦੇ ਹਾਂ, ਸੰਗਰੂਰ ਵੱਲ ਨੂੰ ਚੱਲਦੇ ਹਾਂ, ਜ਼ਮੀਨਾਂ ਸਸਤੀਆਂ ਮਿਲਣਗੀਆਂ, ਲੇਬਰ ਉੱਥੇ ਬਹੁਤ ਕਾਬਲ ਮਿਲੂਗੀ। ਦਿੱਲੀ ਨਾਲ ਉਹੀ 2-2.5-3 ਘੰਟੇ ਦਾ ਰਸਤਾ ਹੈ। ਏਅਰ ਕਨੈਕਸ਼ਨ ਬਠਿੰਡੇ ਵਾਲਾ ਚਾਲੂ ਹੋ ਗਿਆ, ਤੁਹਾਡੇ ਆਦਮਪੁਰ ਵਾਲਾ ਚਾਲੂ ਹੋਣ ਲੱਗਿਆ, ਹਲਵਾਰਾ ਚੱਲ ਪੂਗਾ, ਸਾਨੇਵਾਲ ਤੋਂ ਵੀ ਫਲਾਈਟ ਸ਼ੁਰੂ ਕੀਤੀ ਹੈ, ਹੁਣ ਅੰਮ੍ਰਿਤਸਰ ਤਾਂ ਹੈ ਹੀ ਹੈ। ਸੋ ਰੇਲ ਕਨੈਕਸ਼ਨ ਹੈਗਾ, ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ। ਤੁਸੀਂ ਆਓ ਤਾਂ ਸਹੀ ਨਾ, ਆਪਾਂ ਬਾਹਰ ਜਾਵਾਂਗੇ ਥੋੜ੍ਹਾ ਜਿਹਾ ਟਾਊਨ ਤੋਂ, ਤਾਂ ਫਿਰ ਉਹ ਜਿਹੜੇ ਪੁਰਾਣੇ ਰੂਲ ਨੇ ਉਹ ਆਉਣਗੇ ਮੂਹਰੇ। ਤੁਸੀਂ ਤਾਂ ਜੀ ਲਾਲ ਡੋਰੇ ਤੋਂ ਬਾਹਰ ਨਿਕਲ ਗਏ, ਤੁਸੀਂ ਤਾਂ ਜੀ ਇੱਥੇ ਲਾ ਹੀ ਨਹੀਂ ਸਕਦੇ। ਕਪੂਰ ਸਾਹਿਬ ਤੁਸੀਂ ਮੇਰੇ ਕੋਲ ਬੈਠੇ, ਮੈਂ ਉਦੋਂ ਚੈੱਕ ਇਨ ਕੀਤਾ, ਮੈਂ ਅੰਦਰ ਗਿਆ, ਤੁਸੀਂ ਆ ਗਏ। ਤੁਸੀਂ ਮੈਨੂੰ ਅੱਜ ਤੱਕ ਮੈਨੂੰ ਯਾਦ ਹੈ, ਤੁਸੀਂ ਕਿਹਾ ਜੀ ਪਿੰਡ 'ਚ ਇੰਡਸਟਰੀ ਲਾਉਣ ਲੱਗੇ, ਸੜਕ ਵਾਸਤੇ ਅਸੀਂ ਜਗ੍ਹਾ ਛੱਡ ਦਿੰਦੇ ਹਾਂ, ਦੱਸੋ ਕਿੰਨੀ ਚੌੜੀ ਕਰਨੀ ਹੈ ਸੜਕ, ਅਸੀਂ ਉਦੋਂ ਕਹਾਂ ਪਿੱਛੇ ਜਾ ਕੇ ਲਾਵਾਂਗੇ। ਉਹ ਮੇਰਾ ਇੱਕ ਦੋਸਤ ਹੈ, ਉਹ ਵੀ ਕਹਿੰਦਾ ਮੈਂ ਉੱਥੇ ਹੀ ਲਾਉਣੀ ਹੈ, ਪਰ ਸਾਡੇ ਤੇ ਆਹ ਜਿਹੜੀਆਂ ਰਿਸਟ੍ਰਿਕਸ਼ਨਾਂ ਲੱਗ ਗਈਆਂ, ਤੁਸੀਂ ਪਿੰਡ 'ਚ ਮੈਂ ਉਸੇ ਪਿੰਡ 'ਚੋਂ ਕਹਿੰਦੇ ਕੰਮ ਦੇਊਂਗਾ ਮੁੰਡਿਆਂ ਨੂੰ, ਸਾਰਿਆਂ ਨੂੰ, ਆਲੇ ਦੁਆਲੇ ਦੇ 2-4 ਪਿੰਡਾਂ ਨੂੰ, ਤੇ ਸਾਨੂੰ ਕਿਉਂ ਨਹੀਂ ਕਰਨ ਦਿੰਦੇ ਕੰਮ। ਮੈਂ ਕਿਹਾ ਜੀ ਹੋਏ ਇਹ ਕਿਹੜੀ ਪਾਲਿਸੀ ਹੈ। ਮੈਂ ਚੀਫ ਸੈਕਟਰੀ ਸਾਹਿਬ ਨੂੰ ਕਿਹਾ, ਮੈਂ ਕਿਹਾ ਉਹਨਾਂ ਨੂੰ ਫੋਨ ਕਰਕੇ ਪੁੱਛੋ, ਇਹ ਇਕੱਲੇ ਨਹੀਂ ਹੋਣਗੇ, ਇੱਦਾਂ ਦੇ ਬਹੁਤ ਸਾਰੇ ਹੋਣਗੇ ਜਿਹੜੇ ਇਹ ਪਰਮਿਸ਼ਨ ਨੂੰ ਜਾਂ ਇਸ ਲਾਅ ਨੂੰ, ਇਸ ਨੋਰਮ ਨੂੰ ਉਡੀਕੀ ਜਾਂਦੇ ਨੇ। ਉਹ ਅਸੀਂ ਕਰਤਾ ਪੂਰਾ ਜੀ, ਲਾਓ ਜਿੱਥੇ ਮਰਜ਼ੀ ਲਾਓ। ਅਸੀਂ ਚਾਹੁੰਦੇ ਹਾਂ ਪਿੰਡਾਂ ਵੱਲ ਨੂੰ ਜਾਵੇ ਇੰਡਸਟਰੀ, ਤੁਹਾਨੂੰ ਲੇਬਰ ਉੱਥੋਂ ਹੀ ਮਿਲੇ, ਲੋਕਲ ਲੇਬਰ ਮਿਲੇ। ਉਹ ਲੇਬਰ ਸਵੇਰੇ ਆਵੇ, ਸ਼ਾਮ ਨੂੰ ਘਰੇ ਜਾਵੇ। ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਬਹੁਤ ਤੁਸੀਂ ਵੱਡੇ ਬੰਦੇ ਹੋ, ਮੈਂ ਤੁਹਾਨੂੰ ਅੰਨਦਾਤਾ ਮੰਨਦਾ, ਤੁਹਾਨੂੰ ਟੈਕਸ ਦਾਤਾ, ਕਰਦਾਤਾ ਮੰਨਦਾ, ਅਸੀਂ ਤੁਹਾਨੂੰ ਚੋਰ ਨਹੀਂ ਮੰਨਦੇ। ਅਸੀਂ ਵਿਜ਼ਨ ਬਣਾ ਕੇ ਤੁਰੇ ਹਾਂ, ਮੈਂ ਪੰਜਾਬ ਦੇ ਮੁੰਡੇ ਕੁੜੀਆਂ, ਨੌਜਵਾਨ ਮੁੰਡਿਆਂ ਦੇ ਹੱਥੋਂ ਟੀਕੇ ਖੋ ਕੇ ਟਿਫਨ ਫੜਾਉਣੇ ਚਾਹੁੰਦਾ, ਉਹ ਤੁਸੀਂ ਕਰ ਸਕਦੇ ਹੋ। ਵਿਹਲਾ ਮਨ ਸ਼ੈਤਾਨੀ ਦਾ ਘਰ, ਜੇ ਵਿਹਲਾ ਰਹੂਗਾ ਉਹ ਬੁਰੀ ਸੰਗਤ 'ਚ ਪਊਗਾ, ਸਰਕਾਰ ਲਈ ਮੁਸੀਬਤ ਬਣੂਗੀ, ਲਾਅ ਐਂਡ ਆਰਡਰ ਨੂੰ ਹੱਥ 'ਚ ਲਊਗਾ, ਪਤਾ ਨਹੀਂ ਕੀ ਹੋਊਗਾ। ਜੇ ਫੈਕਟਰੀ ਲਾ ਦਈਏ ਸਾਰੇ ਕੰਮ ਤੇ ਲੱਗ ਜਾਣਗੇ, ਇਹੋ ਜਿਹਾ ਕੁਝ ਦਿਮਾਗ 'ਚ ਹੀ ਨਹੀਂ ਆਉਣਾ ਜੀ, ਇਹੋ ਜਿਹਾ ਕੁਝ ਦਿਮਾਗ 'ਚ ਹੀ ਨਹੀਂ ਆਉਣਾ। ਸੋ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ, ਹੁਣ ਤੱਕ 1.5 ਸਾਲ ਹੋ ਗਿਆ ਜੀ, 1 ਰੁਪਈਏ ਦਾ ਕੋਈ ਮੁੱਖ ਮੰਤਰੀ ਤੇ ਕੋਈ ਲੱਗ ਗਿਆ ਹੋਵੇ ਕਿ ਕਿਸੇ ਤੁਹਾਡੇ 'ਚ ਬਹੁਤ ਸਾਰੇ ਹੋਣਗੇ ਕੰਮ ਹੋਏ ਹੋਣਗੇ, ਕਦੇ ਕਿਸੇ ਨੂੰ ਲੌਬਿੰਗ ਕਰਨੀ ਪਈ ਹੋਵੇ, ਜਾਂ 1 ਰੁਪਈਏ ਦਾ ਕੋਈ ਰਿਸ਼ਵਤ ਜਿਹੜੀ ਹੈ ਮੁੱਖ ਮੰਤਰੀ ਦੇ ਦਫ਼ਤਰ 'ਚ ਜਾਂ CMO 'ਚੋਂ ਕੋਈ ਆਫਿਸ 'ਚੋਂ ਸਾਡੇ 'ਚੋਂ ਕੋਈ ਫੋਨ ਆਇਆ ਹੋਵੇ, CMO 'ਚੋਂ ਬੋਲਦੇ ਆ ਇੰਨਾ ਕੁ ਥੋੜ੍ਹਾ ਜਿਹਾ ਚੜ੍ਹਾਵਾ ਚੜ੍ਹਾ ਜਾਓ, ਨਾ ਕਦੇ ਵੀ ਨਹੀਂ। ਅਸੀਂ ਇਲੈਕਸ਼ਨ ਲੜੀ ਹੈ, ਜਲੰਧਰ ਦੀ ਤਾਂ ਇਲੈਕਸ਼ਨ ਲੜੀ ਹੈ, ਜਿਤਾਈ ਵੀ ਹੈ, ਤੁਸੀਂ ਇਸ ਗੱਲ ਲਈ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਵੋਟਾਂ ਪਾਈਆਂ, ਵੋਟਾਂ ਦਿਸੀਆਂ ਨੇ, ਨਜ਼ਰ ਆਈਆਂ ਨੇ। ਇਲੈਕਸ਼ਨ ਵੇਲੇ ਵੀ ਦੱਸ ਦਿਓ ਕਿ ਆਮ ਤੌਰ 'ਤੇ ਪਾਰਟੀਆਂ ਇਲੈਕਸ਼ਨ ਵੇਲੇ ਇਕੱਠੇ ਕਰ ਲੈਂਦੀਆਂ ਫੰਡ, ਇਲੈਕਸ਼ਨ ਹੋ ਕੇ ਹਟੀ ਆ, ਬਾਈ ਇਲੈਕਸ਼ਨ, ਤੁਸੀਂ ਦੱਸ ਦਿਓ ਕਿਸੇ ਇੰਡਸਟਰੀਲਿਸਟ ਨੂੰ ਅਸੀਂ ਇਹ ਕਿਹਾ ਹੋਵੇ ਕਿ ਪੈਸੇ ਦੇ ਦੇ, ਫਿਰ ਗੱਲ ਕਰਦੇ। ਅਸੀਂ ਕਿਹਾ ਪੈਸੇ 'ਚ ਇਹਨਾਂ ਨੂੰ ਹਰਾ ਹੀ ਨਹੀਂ ਸਕਦੇ, ਹਰਾ ਤਾਂ ਪਿਆਰ 'ਚ ਸਕਦੇ ਹਾਂ, ਤੇ ਪਿਆਰ ਵਾਲੇ ਪਾਸੇ ਅਸੀਂ ਕੋਈ ਘਾਟ ਨਹੀਂ ਰੱਖਦੇ। ਸੋ ਮਕਸਦ ਕੀ ਹੈ ਇਸ ਮਿਲਣੀ ਦਾ? ਦੇਖੋ, ਕੋਈ ਤੁਸੀਂ ਅੰਦੋਲਨ ਨਹੀਂ ਕੀਤਾ, ਕੋਈ ਤੁਸੀਂ ਧਰਨਾ ਨਹੀਂ ਲਾਇਆ, ਕੋਈ ਤੁਸੀਂ ਟ੍ਰੈਫਿਕ ਨਹੀਂ ਰੋਕੀ ਕਿ ਭਾਈ ਸਾਡੇ ਨਾਲ ਮਿਲਣੀ ਕਿਉਂ ਨਹੀਂ ਕਰਦੇ। ਅਸੀਂ ਸੋਚਿਆ ਇਹ ਕਿ ਯਾਰ ਪਹਿਲਾਂ ਤਾਂ ਜਾਂਦੇ ਹਾਂ ਵੋਟਾਂ ਤੋਂ ਪਹਿਲਾਂ, ਤਾਂ ਬਾਅਦ 'ਚ ਕਿਉਂ ਨਹੀਂ ਜਾਂਦੇ ਫਿਰ ਆਪਾਂ। ਹੁਣ ਕੋਈ ਆਲੇ ਦੁਆਲੇ ਵੋਟਾਂ ਨਹੀਂ ਹੈਗੀਆਂ, ਅਸੀਂ ਨਾ ਹੀ ਤੁਹਾਨੂੰ ਅਸੀਂ ਕੋਈ ਵੋਟ ਮਟੀਰੀਅਲ ਜਾਂ ਕੋਈ ਪੋਲੀਟੀਕਲ ਇਸ ਤਰ੍ਹਾਂ ਨਾਲ ਸਮਝਦੇ ਹਾਂ। ਸਾਡੇ ਲਈ ਇਹ ਹੈ, ਅਸੀਂ ਕਿਹਾ ਕਿ ਜੀ 4 ਥਾਵੇਂ ਗਏ ਸੀਗੇ, ਮੈਂ CM ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਸਰ ਅੰਮ੍ਰਿਤਸਰ ਤਾਜ ਦੇ ਵਿੱਚ, ਜਲੰਧਰ ਬਾਠ ਕੈਸਲ ਦੇ, ਲੁਧਿਆਣੇ ਰੈਡੀਸਨ 'ਚ, ਤੇ ਰੈਡੀਸਨ ਰੈੱਡ ਮੋਹਾਲੀ, ਆਪਾਂ ਸਰ 4 ਟਾਊਨ ਹਾਲ ਕੀਤੀਆਂ ਸੀ। ਉੱਥੇ ਆਪਾਂ ਗਰੰਟੀਆਂ ਦਿੱਤੀਆਂ ਸੀ, ਤੇ ਸਰ ਉਹ ਗਰੰਟੀਆਂ 'ਚੋਂ ਬਹੁਤੀਆਂ ਪੂਰੀਆਂ ਹੋ ਗਈਆਂ, ਥੋੜ੍ਹੀਆਂ ਜਿਹੀਆਂ ਰਹਿ ਗਈਆਂ, ਉਹ ਵੀ ਪੁੱਛ ਲਾਂਗੇ, ਕੋਈ ਨਵੀਂ ਗਰੰਟੀ ਦੇਣੀ ਪਈ ਤਾਂ ਉਹ ਵੀ ਦੇ ਲਾਂਗੇ, ਤੇ ਆਪਾਂ ਨੂੰ ਮਿਲਣਾ ਚਾਹੀਦਾ ਦੁਬਾਰਾ। ਇਹ ਇੰਨੀ ਖੁਸ਼ੀ ਨਾਲ ਹਾਂ ਕੀਤੀ, ਕਹਿੰਦੇ ਮੈਂ ਭਾਸ਼ਣ ਨਹੀਂ ਦੇਣਾ, ਮੈਂ ਤਾਂ ਬਸ ਚਸ਼ਮਦੀਦ ਗਵਾਹ ਬਣਨਾ ਵੀ ਗਰੰਟੀਆਂ ਪੂਰੀਆਂ ਹੋ ਰਹੀਆਂ ਨੇ। ਇਸੇ ਕਰਕੇ ਉਹ ਦੇਖ ਰਹੇ ਸੀ, ਇਸੇ ਕਰਕੇ ਉਹਨਾਂ ਨੇ ਮਾਈਕ ਫੜ ਕੇ ਕਿਹਾ ਵੀ ਇਹ ਜਿਹੜੀ ਤੁਹਾਡੀ ਜਿਹੜੀ OTS ਵਾਲੀ ਹੈ, ਇਹਦੇ 'ਚ ਕਮੀਆਂ ਕੀ ਨੇ ਦੱਸੋ, ਕਿਉਂਕਿ ਅਸੀਂ OTS ਵਾਲੀ ਡਿਸਕਸ ਕਰ ਚੁੱਕੇ ਹਾਂ।
ਤੁਹਾਡੇ ਬਿਨਾਂ ਪੁੱਛੇ ਅਸੀਂ ਡਿਸਕਸ ਕਰ ਚੁੱਕੇ ਹਾਂ ਤੇ ਬ੍ਰੇਨ ਸਟੋਰਮਿੰਗ ਕਰ ਚੁੱਕੇ ਹਾਂ ਵੀ ਕੀ ਹੋ ਸਕਦਾ। ਦੂਜੇ ਰਾਜਾਂ ਦੀਆਂ ਵੀ ਕਢਾ ਲੀਆਂ ਵੀ ਕਿਹਨੇ ਕੀ ਕੀਤਾ ਸੀ ਕਰਦੇ। ਅਸੀਂ ਨਹੀਂ ਚਾਹੁੰਦੇ ਸਾਡਾ ਵਪਾਰੀ ਕਿਸੇ ਗੱਲੋਂ ਘੱਟ ਰਵੇ, ਕੋਈ ਦੂਜਾ ਸਟੇਟ ਕੋਈ ਦੇ ਰਿਹਾ ਤੇ ਸਾਡਾ ਅਸੀਂ ਦੇ ਨਹੀਂ ਰਹੇ। ਸੋ ਤਾਂ ਕਰਕੇ CM ਸਾਹਿਬ ਅੱਜ ਇੱਥੇ ਪਹੁੰਚੇ ਨੇ ਇੱਕ ਚਸ਼ਮਦੀਦ ਗਵਾਹ ਬਣਨ ਲਈ, ਕਿਉਂਕਿ ਬਾਕੀ ਪਾਰਟੀਆਂ ਨਾ ਮੈਨੀਫੈਸਟੋ ਜਾਰੀ ਕਰਦੀਆਂ ਨੇ ਵੋਟਾਂ ਤੋਂ 2 ਦਿਨ ਪਹਿਲਾਂ। ਮੈਨੀਫੈਸਟੋ 'ਚ ਕੀ ਹੁੰਦਾ, ਦੂਜੀ ਪਾਰਟੀ ਦਾ ਪੜ੍ਹ ਲਓ। ਉਹਨਾਂ ਨੇ ਕਰਤਾ, ਹਾਂਜੀ ਕਰਤਾ। ਕਿੰਨਾ ਲਿਖਿਆ ਉਹਨਾਂ ਨੇ ਸਰ 1 ਸਾਲ 'ਚ 2 ਲੱਖ ਨੌਕਰੀਆਂ ਕਿਹਾ, 3 ਲੱਖ ਲਿਖ ਦਿਓ, ਕਿਹੜਾ ਦੇਣੀਆਂ ਨੇ। ਉਹਨਾਂ ਸਾਰੇ ਇੰਡਸਟਰੀ ਨੂੰ 3 ਰੁਪਏ ਬਿਜਲੀ ਲਿਖਿਆ, 2.5 ਕਰ ਦਿਓ। ਉਹਨਾਂ ਨੇ ਸਰ ਆਹ ਭੱਤੇ ਦੇਣੇ ਡਬਲ ਕਰ ਦਿਓ, ਕਿਉਂਕਿ ਪੂਰੇ ਕਰਨੇ ਨੇ। ਕੌਣ ਪੁੱਛਦਾ ਮੈਨੀਫੈਸਟੋ ਨੂੰ। ਹੁਣ ਕੀ ਹੈ, ਅਸੀਂ ਸ਼ੁਰੂ ਕੀਤੀਆਂ ਗਰੰਟੀਆਂ, ਔਰ ਕਈ ਗਰੰਟੀਆਂ ਤਾਂ ਅਸੀਂ 1.25 ਸਾਲ 'ਚ ਉਹ ਵੀ ਪੂਰੀਆਂ ਕਰਤੀਆਂ ਜਿਹੜੀਆਂ ਦਿੱਤੀਆਂ ਹੀ ਨਹੀਂ ਸੀ। MLA ਦੀਆਂ ਪੈਨਸ਼ਨਾਂ ਕੱਟਣ ਦੀ ਗਰੰਟੀ ਤਾਂ ਨਹੀਂ ਦਿੱਤੀ ਸੀ, ਹਰੇਕ ਨੂੰ 1 ਮਿਲਿਆ ਕਰੂ। ਮੈਂ ਕਿਹਾ 5-5 7-7 ਪੈਨਸ਼ਨਾਂ ਲੈਂਦੇ ਸੀ। ਕਈ MLA ਨੂੰ ਹਾਰ ਕੇ ਫਾਇਦਾ ਸੀ, ਜੇ ਹੱਜ ਜਿੱਤ ਜਾਂਦਾ ਤਾਂ ਤਨਖਾਹ 85,000 ਹੈ, ਜੇ ਹਾਰ ਜਾਂਦਾ ਤਾਂ ਪੈਨਸ਼ਨ 3.5 ਲੱਖ ਹੈ, ਕਿਉਂਕਿ 6 ਵਾਰ ਬਣ ਚੁੱਕਿਆ। 6 ਵਾਰ ਦੀ ਪੈਨਸ਼ਨ ਇਨਕਲੂਡ ਹੋਊਗੀ, 60,000। ਕਮਾਲ ਹੈ ਯਾਰ। ਸੇਵਾ ਕਹਿ ਕੇ ਤੁਸੀਂ ਕਰਦੇ ਹੋ ਵੀ ਮੈਨੂੰ ਸੇਵਾ ਦਾ ਮੌਕਾ ਦਿਓ, ਤੇ ਸੇਵਾ ਦੀ ਪੈਨਸ਼ਨ ਮਿਲੀ ਹੈ ਕਦੇ? ਤੁਹਾਨੂੰ ਮਿਲੀ ਹੈ ਜੀ ਸੇਵਾ ਦੀ ਪੈਨਸ਼ਨ ਕਦੇ? ਵੀ ਤੁਸੀਂ ਸੇਵਾ ਕੀਤੀ ਤੇ ਉਦੋਂ ਬਾਅਦ ਪੈਨਸ਼ਨ? ਸੇਵਾ ਕਿਹੜੀ ਸੇਵਾ ਹੋ ਗਈ ਵੀਰੇ। ਸੋ ਇਸ ਕਰਕੇ ਬਿਜਲੀ ਦੀ ਅਸੀਂ ਗਰੰਟੀ ਪੂਰੀ ਕੀਤੀ। ਐਜੂਕੇਸ਼ਨ ਦੀ ਕੱਲ੍ਹ ਬਹੁਤ ਵੱਡਾ ਦਿਨ ਸੀ, ਕੱਲ੍ਹ ਐਜੂਕੇਸ਼ਨ ਵਾਸਤੇ, ਪੰਜਾਬ ਵਾਸਤੇ ਸਕੂਲ ਆਫ ਐਮੀਨੈਂਸ ਅੰਮ੍ਰਿਤਸਰ ਦੇ ਵਿੱਚ ਪਹਿਲਾ ਸਕੂਲ ਖੋਲ੍ਹਤਾ। ਉਹ ਕੌਣ ਹੈ? ਸਕੂਲ ਕੀ ਹੈ? ਉਹ ਤੁਹਾਡਾ ਆਉਣ ਵਾਲਾ ਮਟੀਰੀਅਲ ਹੈ। ਤੁਹਾਨੂੰ ਇੱਥੋਂ ਸਕਿਲਡ ਲੇਬਰ ਤੇ ਸਕਿਲਡ ਇੰਜੀਨੀਅਰਸ, ਸਕਿਲਡ ਜਿਹੜਾ ਪੰਜਾਬੀ ਜਿਹੜੇ ਹੋਣਗੇ ਨਾ, ਉਹ ਸਕਿਲਡ ਮਿਲਣਗੇ ਤੁਹਾਨੂੰ ਇੱਥੋਂ। ਜਿਹੜੇ ਸਕੂਲ ਆਫ ਐਮੀਨੈਂਸ ਨੇ ਸਾਨੂੰ ਉੱਥੇ ਕੱਲ੍ਹ ਦਿਖਾਇਆ, ਉਹ ਤਾਂ ਬਿਜ਼ਨਸ ਬਲਾਸਟਰਸ ਨੇ। ਉਹ ਤਾਂ ਬਹੁਤ ਵੱਡੇ ਵੱਡੇ ਆਈਡੀਆ ਲਈ ਬੈਠੇ ਬੱਚੇ, 10ਵੀਂ ਵਾਲੇ 11ਵੀਂ ਵਾਲੇ। ਤੁਸੀਂ ਆਪ ਜੇ ਜਾ ਕੇ ਦੇਖੋਗੇ ਨਾ ਸਕੂਲ 'ਚ, ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਕੁਛ ਲਈ ਬੈਠੇ ਯਾਰ, ਇਹਨਾਂ ਨੂੰ ਹਾਇਰ ਕਰੀਏ। ਬਿਲ ਗੇਟਸ ਕਹਿੰਦਾ ਮੈਂ ਕਿਸੇ ਯੂਨੀਵਰਸਿਟੀ ਦਾ ਟੌਪਰ ਨਹੀਂ, ਪਰ ਪੂਰੀ ਦੁਨੀਆ ਦੀਆਂ ਯੂਨੀਵਰਸਿਟੀਆਂ ਦੇ ਟੌਪਰ ਮੇਰੇ ਅੰਡਰ ਕੰਮ ਕਰਦੇ। ਸੋ ਅਸੀਂ ਹਾਇਰ ਕਰੀਏ ਬ੍ਰੇਨ। ਸਾਡਾ ਬ੍ਰੇਨ ਡਰੇਨ ਹੋ ਰਿਹਾ, ਸਾਡੇ ਦਿਮਾਗ ਬਾਹਰ ਜਾ ਰਿਹਾ। ਕਿਉਂ ਜਾ ਰਿਹਾ? ਵੀ ਇੱਥੇ ਰੋਕੀਏ ਉਹਨਾਂ ਨੂੰ, ਕੰਮ ਦੇਈਏ ਉਹਨਾਂ ਨੂੰ। ਸਾਡੇ ਕੋਲ ਐਸੇ ਆਈਡੀਏ, ਐਸੇ ਕਮਾਲ ਦੇ। ਪੰਜਾਬੀਆਂ ਦਾ ਵੈਸੇ ਮੰਨੇ ਹੀ ਜਾਂਦੇ ਆ ਜੁਗਾੜੀ ਹੁੰਦੇ ਆਪਾਂ। ਅਸੀਂ ਤਾਂ ਅੱਜ ਪਿੱਛੇ ਜੇ ਟੂਰਿਜ਼ਮ ਸਮਿਟ 'ਤੇ ਗਏ, ਉਹ ਮੈਨੂੰ ਕਹਿੰਦੇ ਜੀ कि हमारे श्रीलंका में पंजाबी हैं। वो श्रीलंका तो एक आई सी हो कंपनी। मैं कहा जी तुम श्रीलंका की गल करते हो। मैं एक CD 'च स्टायर किया सी अपने पंजाबियों के पूरी दुनिया 'च फैलन ते कि किवें जाने आ। जो नील एमस्ट्रंग पहली बार चंद ते गया, अमरीका का झंडा कढ़िया, कहना मैं पहला जिन्हें चंद ते पैर रखे, गेड़ा देन चला गया। थोड़ी जी दूर गया, अगले मोड़ ते एक पंजाबी शेरे पंजाब ढाबा खोली बैठा। वो कहना बाऊ जी आओ दाल नूं ला दिए तड़का, या फिर आलू मटर भी ने सर। वो कहना यार मैं सोचा सी मैं पहला जिहड़ा चंद ते आया, तू इत्थे ढाबा भी खोली बैठा, तू कदों पहुँच गया सी इत्थे? वो कहना बस पहुँचण वाली ना गल पुछो जी। कपूरथले दे के एजेंट नाल 10 लाख च अमरीका ले जाने की गल हुई सी, पता नहीं कित्थे ला गया, कहना उजाड़ जे च। अस तो उत्थे फिरदे हैं जी। हो सकता चंद्रयान ना खेडी जाते हुण पंजाबी भी उत्थों आया पिंडों अपने। असी तो उस ग्लोबल सिटी जाना, जिथे जाने अपनी शान बनाने, जिथे जाने अपनी मेहनत नाल मुकाम बनाने, तो असी पंजाब च क्यों नहीं बना सकते बई? मैं कहना कि पंजाबी पूरी दुनिया च कामयाब ने, पंजाब च फेल ने। कारण सिस्टम सानू काम नहीं करन दिंदा। सिस्टम साडा डिक्का बनता है। अफसरां नूं कह दो है तो लै लो, उन्होंने कोई दर्द नहीं, चक के अर्जी भगा के मार दिया। सो को सिस्टम क्लीयर करना, सिस्टम ठीक करना, सिस्टम चेंज वास्ते असी पार्टी जिहड़ी है साडी आई है। हुण जिवें फोकल पॉइंट मैं आप सोचदा, मैं गया सीगा तुहाडे उत्थे फैक्ट्री च, रगबी का वर्ल्ड कप चल रहा है फ्रांस, इत्थों दी बनिया हुई बॉलां ने जी, जिन्हें तो गिलबर्ट लिखा हुआ है, इत्थों वालियां ने, जलंधर दी बनिया हुई बॉलां ने। मैं आप ट्रक्कां नूं हरी झंडी दे के आया सी, जो जाने असी फ्रांस। असी 1 घंटे 45 मिनट 'च पहुँच गए। 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 1 घंटे 45 मिनट 'च पहुँच ग
ਐਡੇ ਐਡੇ ਕੰਮ ਕਰਦੇ ਹਾਂ, ਦੁਨੀਆ ਸਾਡਾ ਨਾਮ ਹੈ। ਪਰ ਜਦੋਂ ਕੋਈ ਸਾਡਾ ਬਿਜ਼ਨਸ ਪਾਰਟਨਰ ਜਰਮਨੀ ਦਾ, ਫਰਾਂਸ ਦਾ, ਇਟਲੀ ਦਾ, ਅਮਰੀਕਾ ਦਾ ਇੱਥੇ ਆਉਂਦਾ ਹੈ ਤਾਂ ਉਹਨੂੰ ਅਸੀਂ ਪ੍ਰੋਡਕਸ਼ਨ ਦਿਖਾਉਣ ਵਾਸਤੇ ਜਦੋਂ ਲੈ ਕੇ ਜਾਂਦੇ ਹਾਂ, ਗੱਡੀ ਤਾਂ ਬਹੁਤ ਮਹਿੰਗੀ ਹੁੰਦੀ ਹੈ, BMW ਹੋਊਗੀ, ਮਰਸੀਡੀਜ਼ ਹੋਊਗੀ, ਪਰ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਐਂ ਜੇ ਲੱਗਣ ਲੱਗ ਜਾਂਦਾ ਯਾਰ ਇਹਨੂੰ ਕਿਹੜੀ ਸੜਕ ਤੋਂ ਦੀ ਲੈ ਕੇ ਜਾਈਏ ਹੁਣ, ਕਿਉਂਕਿ ਫੋਕਲ ਪੁਆਇੰਟ ਦੀਆਂ ਸੜਕਾਂ ਹੀ ਹੈ ਨਹੀਂ, ਫੋਕਲ ਪੁਆਇੰਟ ਦਾ ਟੋਏ ਨੇ ਐਂ। ਤਾਂ ਫਿਰ ਜਦੋਂ ਜਾਂਦੇ ਹੋ ਤੁਹਾਨੂੰ ਆਪਣੇ ਆਪ ਨੂੰ ਗਿਲਟੀ ਜਿਹਾ ਲੱਗੀ ਜਾਂਦਾ ਰਹਿੰਦਾ, ਯਾਰ ਇਹ ਕੀ ਕਹੂਗਾ ਯਾਰ ਕਿੱਥੇ ਹੈ ਫੈਕਟਰੀ ਤੇਰੀ। ਜਿਸ ਤਰ੍ਹਾਂ ਕਿਹਾ ਸੀਗਾ ਕਿ ਸੜਕਾਂ ਜਿਹੜੀਆਂ ਨੇ ਸੈਕਟਰ, ਤੁਸੀਂ ਕਿਹਾ ਸਰ ਅਸੀਂ CSR ਦਾ ਵੀ ਇੱਕ ਕਰ ਰਹੇ ਹਾਂ ਪੈਕੇਜ ਬਣਾ ਕੇ। ਜਿਹੜਾ CSR ਹੈ ਤੁਸੀਂ ਦਿੰਦੇ ਹੋ, CSR 'ਚੋਂ ਕੁਝ % ਅਸੀਂ ਫੋਕਲ ਪੁਆਇੰਟਾਂ 'ਤੇ ਤੁਹਾਡੇ 'ਤੇ ਖਰਚਾਂਗੇ। ਅਸੀਂ ਇੰਨਾ ਪੈਸਾ ਆਊਗਾ, ਤੁਸੀਂ ਕਹੋਗੇ ਫੋਕਲ ਪੁਆਇੰਟ ਸ਼ਾਨਦਾਰ ਬਣ ਗਏ। ਸਾਰੇ ਫੋਕਲ ਪੁਆਇੰਟਾਂ ਦੀਆਂ ਸੜਕਾਂ, ਸੀਵਰੇਜ, ਲਾਈਟਿੰਗ ਤੇ ਨਾਲ 15 ਤਾਂ ਕਰਤੀਆਂ ਮਨਜ਼ੂਰ, ਹੋਰ ਕਹੋਗੇ ਹੋਰ ਕਰਤੀਆਂ। ਇੰਡਸਟਰੀਅਲ ਪੁਲਿਸ ਚੌਂਕੀ ਤੁਹਾਨੂੰ ਉੱਥੇ ਫੋਕਲ ਪੁਆਇੰਟਸ ਚੌਂਕੀ ਮਿਲੂਗੀ। ਕੋਈ ਉੱਥੇ ਲੇਬਰ ਦੀ ਕੋਈ ਪ੍ਰੋਬਲਮ ਹੈ, ਲੇਡੀਜ਼ ਕੰਮ ਕਰਦੀਆਂ ਨੇ, ਕੋਈ ਈਵ ਟੀਜ਼ਿੰਗ ਜਾਂ ਕੋਈ ਸਨੈਚਿੰਗ ਦੀ ਕੋਈ ਹੁੰਦੀ ਹੈ, ਕਿਉਂਕਿ ਉਹ ਏਰੀਆ ਸੁੰਨਾ ਹੁੰਦਾ ਹੈ, ਉੱਥੇ ਜ਼ਿਆਦਾ ਆਮ ਜਨਤਾ ਨਹੀਂ ਹੁੰਦੀ, ਉੱਥੇ ਪੁਲਿਸ ਚੌਂਕੀ ਜ਼ਰੂਰ ਚਾਹੀਦੀ ਹੈ। ਔਰ ਉਹ ਪੁਲਿਸ ਚੌਂਕੀ ਸਿਰਫ ਤੁਹਾਡੇ ਲਈ ਹੋਊਗੀ, ਜਿਹੜੇ ਵੀ ਤੁਹਾਡੇ ਇੰਡਸਟਰੀ ਨਾਲ ਰਿਲੇਟਡ ਕੋਈ ਜਾਂ ਕੋਈ ਦਿੱਕਤਾਂ ਨੇ ਲਾਅ ਐਂਡ ਆਰਡਰ ਦੀਆਂ, ਉਹ ਅਸੀਂ ਪੂਰੀਆਂ ਕਰਾਂਗੇ। ਸੋ ਤਾਂ ਮੈਂ ਕਰਕੇ ਇਹ ਗੱਲ ਕਰਦਾ ਕਿ ਅਸੀਂ ਜਿੰਨੇ ਵੀ ਪਾਣੀ ਦੀ ਸਮੱਸਿਆ ਹੈ, ਬਿਜਲੀ ਦੀ ਹੈ, ਜਿਹੜੀ ਤੁਸੀਂ ਗੱਲਾਂ ਕੀਤੀਆਂ ਮੇਰੇ ਸਾਰੀਆਂ ਯਾਦ ਨੇ। ਯਾਦ ਇਸ ਕਰਕੇ ਨੇ ਕਿਉਂਕਿ ਮੈਂ ਉਹ ਲਾਗੂ ਕਰਨੀਆਂ ਚਾਹੁੰਦਾ। ਹਜੇ ਅੱਜ 14 ਤਰੀਕ ਹੈ, ਪਰਸੋਂ ਨੂੰ 16 ਹੋ ਜੂਗੀ, ਪਰਸੋਂ ਨੂੰ 1.5 ਸਾਲ ਹੋ ਜੂਗਾ ਜੀ ਸਰਕਾਰ ਬਣੀ ਨੂੰ, ਸਿਰਫ 1.5 ਸਾਲ। 1.5 ਸਾਲ ਦਾ ਬੱਚਾ ਤਾਂ ਤੁਰਨ ਵੀ ਨਹੀਂ ਲੱਗਦਾ, 1.5 ਸਾਲ ਹੋਇਆ ਸਿਰਫ। ਤੇ ਕੰਮ ਗਿਣਾ ਦਈਏ ਤਾਂ 70 ਸਾਲ ਦੇ ਕੰਮ ਉਹਨਾਂ ਦੇ ਲੈ ਲਿਓ, 1.5 ਸਾਲ ਦੇ ਸਾਡੇ ਰੱਖ ਲਿਓ। ਤੁਹਾਨੂੰ ਜੇ ਫਰਕ ਲੱਗੇ ਤਾਂ ਆਪ ਹੀ ਕਹਿ ਦਿਓ, ਦੱਸ ਦਿਓ। ਦੇਖੋ ਇਹ ਕੀ ਹੈ ਨਾ, ਪੋਲਿਟਿਕਸ ਦੇ ਵਿੱਚ ਜ਼ਰੂਰ ਹਿੱਸਾ ਲਿਆ ਕਰੋ, ਪੋਲਿਟਿਕਸ ਨੂੰ, ਦੇਸ਼ ਦੀ ਪੋਲਿਟਿਕਸ ਨੂੰ ਫੋਲੋ ਕਰੋ ਕਿ ਕੌਣ ਕੀ ਕਰੀ ਜਾਂਦਾ ਹੈ। ਕਿਉਂਕਿ ਜੇ ਤੁਸੀਂ ਵੋਟਾਂ ਵਾਲੇ ਦਿਨ ਨੂੰ ਪਿਕਨਿਕ ਡੇ ਸਮਝ ਲਿਆ, ਜੇ ਵੋਟਾਂ ਵਾਲੇ ਦਿਨ ਨੂੰ ਇੱਕ ਛੁੱਟੀ ਸਮਝ ਲਿਆ, ਸ਼ਿਮਲੇ ਚਲੇ ਗਏ, ਮਸੂਰੀ ਚਲੇ ਗਏ, ਡਲਹੌਜੀ ਚਲੇ ਗਏ, ਤੇ ਫਿਰ ਆਉਂਦਿਆਂ ਨੂੰ ਤੁਹਾਡਾ ਪੱਠਾ ਬਿਠਾਉਣ ਵਾਸਤੇ ਤਿਆਰ ਬੈਠੇ ਨੇ ਬਰਕੇੜੇ ਨੇ ਜਿਹੜੇ ਆ ਗਏ। ਜਦੋਂ ਤੁਸੀਂ ਹਿੱਸਾ ਹੀ ਨਹੀਂ ਲਿਆ ਬਈ, ਗਾਲਾਂ ਫਿਰ ਕਿਉਂ ਕੱਢਦੇ ਹੋ? ਗਾਲਾਂ ਕੱਢੀਆਂ ਨੇ 5 ਸਾਲ, ਯਾਰ ਮਾੜੇ ਨੇ ਆਏ ਨੇ। ਬਈ ਜਿਸ ਦਿਨ ਚੇਂਜ ਦਾ ਦਿਨ ਆਇਆ ਸੀ ਉਦੋਂ ਹਿੱਸਾ ਲੈਂਦੇ, ਪਾਰਟ ਬਣੋ। ਸ਼ਹਿਰਾਂ 'ਚੋਂ ਅਕਸਰ ਵੋਟਿੰਗ ਘੱਟ ਹੁੰਦੀ ਹੈ, ਬੜੀ ਮੁਸ਼ਕਿਲ ਨਾਲ 50% ਹੁੰਦੀ ਹੈ ਸ਼ਹਿਰਾਂ 'ਚੋਂ। ਪਿੰਡਾਂ 'ਚ ਕਿਉਂਕਿ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ, ਉਹ ਕੱਢ ਕੇ ਲੈ ਆਉਂਦੇ ਨੇ ਗੱਡੀਆਂ ਬਿਠਾ ਕੇ, 80% ਹੋ ਜਾਂਦੀ ਹੈ ਪਿੰਡਾਂ 'ਚ। ਕਿਉਂ ਹੁੰਦੀ ਹੈ ਸ਼ਹਿਰਾਂ 'ਚ? ਪੜ੍ਹੇ ਲਿਖੇ ਬੰਦੇ ਵੋਟਾਂ ਹੀ ਨਹੀਂ ਪਾਉਣ ਜਾਂਦੇ। ਕਿਉਂ ਨਹੀਂ ਜਾਂਦੇ? ਕਿਉਂਕਿ ਦੋਨੇ ਪਾਰਟੀਆਂ ਤੋਂ ਅੱਕੇ ਹੋਏ ਸੀਗੇ। ਹੁਣ ਤੁਸੀਂ ਜਾਓ, ਤੁਸੀਂ ਜਾ ਕੇ ਵੋਟਾਂ ਪਾ ਕੇ ਦੱਸੋ ਕਿ ਅਸੀਂ ਇੱਧਰ ਆ, ਤਾਂ ਫੇਰ ਕੰਮ ਆਉਣਗੇ, ਫੇਰ ਤੁਹਾਡੇ ਕੰਮ ਹੋਣਗੇ। ਸੋ ਅਸੀਂ ਇਹ ਚਾਹੁੰਦੇ ਹਾਂ। ਦੇਖੋ ਬਿਲ ਗੇਟਸ ਕਹਿੰਦਾ ਵੀ ਇਫ ਯੂ ਬੌਰਨ ਪੂਅਰ ਇਟਸ ਨਾਟ ਯੂਅਰ ਫਾਲਟ, ਬਟ ਇਫ ਯੂ ਡਾਈ ਪੂਅਰ ਇਟਸ ਟੋਟਲੀ ਯੂਅਰ ਫਾਲਟ। ਜੇ ਗਰੀਬ ਦੇ ਘਰੇ ਜੰਮੇ ਹੋ ਤਾਂ ਇਹਦੇ ਤੁਹਾਡਾ ਕੋਈ ਕਸੂਰ ਨਹੀਂ, ਪਰਮਾਤਮਾ ਨੇ ਤੁਹਾਨੂੰ ਉੱਥੇ ਪੈਦਾ ਕੀਤਾ ਹੈ। ਪਰ ਜੇ ਮਰੇ ਵੀ ਉਸੇ ਘਰ 'ਚ ਹੀ ਹੋ ਸਾਰੀ ਉਮਰ, ਫਿਰ ਤੁਸੀਂ ਕੀ ਕੀਤਾ? ਤੁਹਾਡਾ ਹੀ ਕਸੂਰ ਹੈ ਸਾਰਾ। ਸੋ ਇਸ ਕਰਕੇ ਆਪਾਂ ਛੋਟੇ ਛੋਟੇ ਪਿੰਡਾਂ 'ਚੋਂ, ਜਿਸ ਤਰ੍ਹਾਂ ਗੌਤਮ ਜੀ ਨੇ ਕਿਹਾ, ਸਕੂਟਰਾਂ ਵਾਲੇ ਆਪਾਂ ਟੇਢਾ ਕਰਕੇ ਕਿੱਕ ਮਾਰਨੀ ਜਾਣਦੇ ਹਾਂ, ਜਦੋਂ ਤੇਲ ਮੁੱਕ ਜਾਂਦਾ ਹੈ ਆਪਾਂ ਪਲੱਗ ਸਾਫ਼ ਕਰਕੇ ਦੁਬਾਰਾ ਪਾਉਣਾ ਜਾਣਦੇ ਹਾਂ। ਇਸੇ ਕਰਕੇ ਆਪਾਂ ਗਰਾਊਂਡ ਵਾਲੇ ਹਾਂ। ਹਰੇਕ ਰਿਐਲਿਟੀ ਆਪਣੇ ਕੋਲੇ ਹੈਗੀ ਹੈ। ਆਪਾਂ ਨੂੰ ਕੋਈ ਇੱਧਰੋਂ ਉੱਧਰੋਂ ਨਹੀਂ ਮਿਲੇ ਕਿ ਉਹ ਸਾਡੇ ਪੁਰਖੇ ਵੱਡੇ ਛੱਡ ਗਏ ਕੋਈ ਸ਼ਾਪਿੰਗ ਮਾਲ ਜਾਂ ਕੋਈ ਹੋਰ। ਅਸੀਂ ਤਾਂ ਆਪ ਬਣਾਏ ਨੇ ਜੀ। ਸੋ ਅਸੀਂ ਸੈਲਫ ਮੇਡ ਹਾਂ। ਅਸੀਂ ਆਪਦੀਆਂ ਜਿਹੜੀਆਂ ਹਰ ਰੋਜ਼ ਨਵਾਂ ਖੂਹ ਪੱਟ ਕੇ ਪਾਣੀ ਪੀਣ ਵਾਲੇ ਲੋਕ ਹਾਂ ਅਸੀਂ ਪੰਜਾਬੀ, ਹਰ ਰੋਜ਼ ਇੰਨੇ ਮਿਹਨਤੀ ਲੋਕ ਹਾਂ ਅਸੀਂ। ਸੋ ਇਸ ਕਰਕੇ ਸਰਕਾਰ ਤੁਹਾਡੇ ਨਾਲ ਹੈ, ਸਰਕਾਰ ਤੁਹਾਡੇ ਦੁਆਰ ਹੈ। ਜਦੋਂ ਮਰਜ਼ੀ ਆਓ। ਚੰਡੀਗੜ੍ਹ ਦੇ ਗੇੜੇ, ਬਸ ਪਹਿਲੀ ਗੱਲ ਤਾਂ ਮੈਂ ਘਟਾਉਣੇ ਨੇ, ਚੰਡੀਗੜ੍ਹ ਦੇ ਗੇੜੇ ਨਾ ਵੱਜਣ। ਸਾਰੀਆਂ ਫਾਈਲਾਂ ਜਲੰਧਰੀ ਕਲੀਅਰ ਹੋ ਜਾਣ, ਸਾਰੀਆਂ ਫਾਈਲਾਂ ਅੰਮ੍ਰਿਤਸਰ ਵਾਲੀਆਂ ਅੰਮ੍ਰਿਤਸਰ 'ਚ ਕਲੀਅਰ ਹੋ ਜਾਣ, ਲੁਧਿਆਣੇ ਵਾਲੀਆਂ ਲੁਧਿਆਣੇ 'ਚ ਹੋ ਜਾਣ, ਬਠਿੰਡੇ ਵਾਲੀਆਂ ਬਠਿੰਡੇ। ਕਿਉਂ? ਚੰਡੀਗੜ੍ਹ ਦਾ ਮਤਲਬ ਇੱਕ ਦਿਨ, ਔਰ ਦਿਨ ਦੀ ਕੋਈ ਕੀਮਤ ਨਹੀਂ ਅੱਜ ਦੇ ਜ਼ਮਾਨੇ 'ਚ। ਟਾਈਮ ਇਜ਼ ਮਨੀ, ਠੀਕ ਹੈ ਨਾ। ਸੋ ਇਸ ਕਰਕੇ ਤੁਹਾਡਾ ਅਸੀਂ ਜਦੋਂ ਤਾਂ ਅਸੀਂ ਵੋਟਾਂ ਵੇਲੇ ਜਾਂਦੇ ਹਾਂ, ਉਦੋਂ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਹਾਂ, ਜਿਹੜੇ ਖੇਤਾਂ 'ਚ ਰਹਿੰਦੇ ਉਹਨਾਂ ਦੇ ਘਰੇ ਵੀ ਜਾਂਦੇ ਹਾਂ, ਡੋਰ ਟੂ ਡੋਰ ਵੀ ਜਾਂਦੇ ਹਾਂ ਕਿ ਸਾਨੂੰ ਵੋਟਾਂ ਪਾਓ ਜੀ। ਜਦੋਂ ਜਿੱਤ ਜਾਂਦੇ ਹਾਂ ਉਦੋਂ ਕਹਿੰਦੇ ਚੰਡੀਗੜ੍ਹ ਆਓ ਜੀ।
क्यों वोटां जितण तो बाद क्यों नहीं जा सकते भी उत्थे जिथे वोटां मंगण गए सी। असीं इसे जगह ते तां आए हाँ कि ऐसे जगह ते वादे होए सी, ऐसे जगह ते तुसीं पूरे हुंदे देख रहे हो, तो ऐसे जगह ते जिस तरह कहा कि यह कोई लास्ट फंक्शन नहीं, चेंजिज ने, असीं चेंजिज लई बिल्कुल रेडी हाँ, पॉलिसी तैयार है, तुसीं इस्तेमाल करो, कोई कमियां रहणगियां दसो, पॉलिसी च आपां बदल लांगे। पॉलिसी कोई ये नहीं है कि जो लिखता एक बारी कोई पत्थर ते लकीर है, तुहाडे मुताबक बदली जाऊगी। बहुत बहुत तुहाडा धन्नवाद, तुसीं इन्ने प्यार सत्कार नाल सुनिया। तुसीं खुश रहो, तुसीं आपदे भी घरां दे ते लोकां दे भी घरां दे दीवे ते चुल्हे बालदे हो। तुहानूं बहुत बहुत नमस्कार, बहुत बहुत धन्नवाद, बहुत बहुत मेहरबानी। दी पवित्र धरती अमृतसर साहब दे इनकलाबी लोग और वख-वख कित्तियां नाल संबंधित, ਵਪਾਰ ਨਾਲ ਸੰਬੰਧਿਤ, ਸਨਅਤਾਂ ਨਾਲ, ਉਦਯੋਗਾਂ ਨਾਲ ਸੰਬੰਧਿਤ ਜਿੰਨੇ ਵੀ ਸਨਅਤਕਾਰ ਇੱਥੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਹੈ। ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ। ਸਾਡੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਇਲਾਕੇ ਦੇ ਤੁਹਾਡੇ ਦੁਆਰਾ ਚੁਣੇ ਹੋਏ MLA साहबान, मंत्री साहबान और स्टेज ते बैठे साढ़े राज सभा के MP साहबान, सारे ऑफिसर साहबान, क्योंकि आपां पंजाब तो हाँ, आपां हर रोज़ एक दूजे नूं मिलते रहने हाँ। सब तो वध धन्नवाद एक चशमदीद गवाह के तौर पर आप खुद गारंटियां देण वेले नाल सी। अज वो चशमदीद गवाह के तौर पर अरविंद केजरीवाल जी इत्थे पहुँचे ने कि साडी सरकार जिहड़ी है, जिहड़ियां गारंटियां आपां दित्तियां सी, वो कर रही है पूरियां जां ना। सो अरविंद केजरीवाल जी का बहुत बहुत धन्नवाद है कि उन्होंने कल एक बड़ा इतिहासक दिन सीगा पंजाब लई, एजुकेशन सैक्टर च स्कूल ऑफ एमीनेंस छेटा विखे उत्थे उहदा उद्घाटन किया। तो अज इंडस्ट्रीयल जिहड़ा साढ़े 4 ने इस तरह के, एक इनू की कह लीए मिलनी है, यह तुसीं भी बोलते हो असीं भी बोलते हैं। ये पहला अमृतसर साहब दे विच, शाम नूं अज लुधियाने जलंधर, परसों कल नूं लुधियाने ते मोहाली। सो असी इसे हाल दे विच ही आए सी तुहाडे नाल वादे करन कि ऐं कर देंगे, ऐं कर देंगे। तुसीं भी सोचा होना उवें जिवें कहंदे ने, जिवें दूजे कहंदे ने, वो भी कहंदे हुंदे सी ऐं कर देंगे, ऐं कर देंगे। पर असीं 1.5 साल बाद ये कहना आया कि ऐं करता, ऐं करता, आ करता, आ करता। आ फर्क है, आ फर्क है। साडे उन्हां दे मैनीफेस्टो हुंदे ने, चोणां तो 1-2 दिन पहलां बनाउंदे ने। वो किवें बनाउंदे ने? दूजियां दे देख के। वो कहते 3 लाख नौकरियां देणगे, 4 लाख लिख दो, किहड़ा देनी है। वो कहते 4 रुपए किलो आटा है, 3 रुपये कर दो, किहड़ा देना है। वो दूजियां नूं देख के बनाउंदे आ कि वो की कहंदे ने, आपां फिर वो तो वध बड़ा गप मारीए, बड़ा झूठ बोलीए। जद के असीं फिगर्स देख के वादे करदे हां, गारंटियां पूरियां हो जाणगियां। आपां बिजली फ्री की अनाउंसमेंट तो कर देंगे, पर बिजली फ्री चाहिए होगी, कर देंगे पूरी। आज बिजली बोर्ड के जोड़े CMD ने बलदेव सिंह सरा, वो बैठे ने, 1 जुलाई तो बिजली फ्री है। तो सरा साहब बिजली तो चलो फ्री है, 80% घरां नूं बिजली का बिल आउंदा ही नहीं, 80-85% घरां नूं। पर तुहाडा तो नहीं पैसा रखिया सी कोई। बिजली बोर्ड की सबसिडी भी असीं मौके पर पे करते हैं भी इन्हां नूं घाटा नहीं पैण देना असीं। सो ये क्योंकि ये जिहड़ियां पॉलिसीज़ ने, ये सानू क्यों आउंदियां ने करनियां, ये दूजिआं नूं क्यों नहीं आउंदियां सी। उन्हां दे जिहड़े प्रधान ने ना, ओह पॉलिटिशियन ने, ते जिहड़े साडे प्रधान ने ये IRS अफसर ने, अपना इनकम टैक्स के कमिश्नर रहे ने। इन्होंने पता है ना इनकम टैक्स तो बाद तुहानूं तो वध पता होगा इनकम टैक्स बारे।
ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਨਾ ਪੈਸਾ ਲਿਆਉਣਾ ਕਿੱਥੋਂ ਹੈ ਤੇ ਲਾਉਣਾ ਕਿੱਥੇ ਹੈ, ਜਾਂ ਪੈਸਾ ਆਉਂਦਾ ਕਿੱਥੇ ਆ ਤੇ ਲੱਗਦਾ ਕਿੱਥੇ ਹੈ। ਸੋ ਇਸ ਕਰਕੇ ਅਸੀਂ ਵਾਅਦੇ ਉਹੀ ਕਰਦੇ ਹਾਂ ਜਿਹੜੇ ਪੂਰੇ ਕਰ ਸਕੀਏ। ਅੱਜ ਬੜੀਆਂ ਅੱਛੀਆਂ ਗੱਲਾਂ ਸੁਣਨ ਨੂੰ ਮਿਲੀਆਂ, ਕੁਝ ਸੁਝਾਅ ਮਿਲੇ, ਉਹ ਸਾਰੇ ਅਸੀਂ ਪੂਰੇ ਕਰਾਂਗੇ। ਕੁਝ ਇਸ ਤਰ੍ਹਾਂ ਦੇ ਸੁਝਾਅ ਜਿਹੜੇ ਸਾਨੂੰ ਨਹੀਂ ਪਤਾ ਸੀ, ਪਤਾ ਲੱਗ ਗਏ, ਅਸੀਂ ਇਮੀਡੀਏਟਲੀ ਉਹਨਾਂ 'ਤੇ ਐਕਸ਼ਨ ਸ਼ੁਰੂ ਕਰਾਂਗੇ। ਬਾਰਡਰ ਏਰੀਏ ਦੀ ਜਿਹੜੀ ਆਇਡੈਂਟੀਫਿਕੇਸ਼ਨ ਦੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਬਾਰਡਰ ਏਰੀਏ ਨੂੰ ਜਿਹੜੀਆਂ ਛੋਟਾਂ ਨੇ ਉਹ ਵਿੱਚ ਅਪਲਾਈ ਨਹੀਂ ਹੁੰਦੀਆਂ, ਉਹ ਵਿੱਚ ਹੀ ਲੈ ਲਈਆਂ ਜਾਂਦੀਆਂ ਨੇ, ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਰਿਫੰਡ ਹੈ ਨਹੀਂ, ਕਿਉਂਕਿ ਕਹਿੰਦੇ ਸਰਕਾਰ ਦੀ ਜੇਬ 1 ਵੇ ਹੁੰਦੀ ਹੈ, ਆਉਂਦੇ ਆਉਂਦੇ ਹੀ ਹੈ, ਜਾਂਦੇ ਨਹੀਂ ਉੱਥੋਂ। ਸੋ ਮੈਂ ਸਾਰੇ ਜਿੰਨੇ ਵੀ ਅਨੁਰਾਗ ਜੀ, ਬਾਰਡਰ ਏਰੀਆ ਆਇਡੈਂਟੀਫਿਕੇਸ਼ਨ ਕਰਕੇ 6 ਬਾਰਡਰ ਦੇ ਜ਼ਿਲ੍ਹੇ ਨੇ ਆਪਣੇ, ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੱਕ, ਅੱਗੇ ਅਬੋਹਰ, ਫਾਜ਼ਿਲਕਾ, ਤੁਸੀਂ ਇਹਨਾਂ ਦੀ ਆਇਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਜਦੋਂ ਕੋਈ ਬੰਦਾ ਫਾਜ਼ਿਲਕਾ ਦੀ ਜਾਂ ਅੰਮ੍ਰਿਤਸਰ ਦੀ ਇੰਡਸਟਰੀ 'ਚ ਆਪਣਾ ਐਡਰੈਸ ਭਰਦਾ ਤਾਂ ਉਹ ਜਿਹੜਾ ਐਗਜ਼ੰਪਸ਼ਨ ਜਿਹੜੀ ਦੇਣੀ ਹੈ ਉਹ ਬਟਨ ਜਿਹੜਾ ਔਨ ਹੋ ਜੇ ਤਾਂ ਕਿ ਪਤਾ ਲੱਗੇ, ਕੰਪਿਊਟਰ ਨੂੰ ਵੀ ਪਤਾ ਹੋਵੇ ਕਿ ਇਹ ਬਾਰਡਰ ਜ਼ਿਲ੍ਹੇ ਲਈ ਅਪਲਾਈ ਹੈ। ਇਸ ਕਰਕੇ ਅੱਜ ਕੱਲ੍ਹ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਜੋ ਮਰਜ਼ੀ ਕਰ ਲਓ ਕੁਐਸਚਨ। ਸੋ ਉਹ ਵੀ ਹੋ ਗਿਆ। ਦੂਜਾ, ਪਾਣੀ ਦੀ ਇੱਕ ਵੱਡੀ ਸਮੱਸਿਆ ਕਿ ਧਰਤੀ 'ਚੋਂ ਪਾਣੀ ਜਿਹੜਾ ਲੈਂਦੇ ਹਾਂ ਉਹ ਇੱਕ ਤਾਂ ਵੈਸੇ ਧਰਤੀ 'ਚੋਂ ਪਾਣੀ ਖਤਮ ਹੋ ਰਿਹਾ ਹੈ, ਦੂਜਾ ਤੁਸੀਂ ਕਿਹਾ ਵੀ ਉਹਦੇ 'ਤੇ ਉਹ ਸਾਨੂੰ ਮਹਿੰਗਾ ਪੈ ਰਿਹਾ ਹੈ। ਸੋ ਇਹਦੇ ਲਈ ਕ੍ਰਿਸ਼ਨ ਕੁਮਾਰ ਜੀ ਇਰੀਗੇਸ਼ਨ ਸੈਕਟਰੀ ਨੇ, ਪਹਿਲਾਂ ਤਾਂ ਇਹਨਾਂ ਲਈ ਮੈਂ ਇੱਕ ਵਾਰੀ ਤੁਹਾਨੂੰ ਕਹੂੰਗਾ ਕਿ ਤਾਲੀਆਂ ਇਹਨਾਂ ਨੇ ਫਲੱਡਸ ਦੇ ਵਿੱਚ ਔਰ ਪਾਣੀਆਂ ਨੂੰ ਕਿਵੇਂ ਖੇਤਾਂ ਤੱਕ ਪਹੁੰਚਾਉਣਾ ਉਹਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ। ਅਸੀਂ ਪੰਜਾਬ ਵਾਲੇ ਜਿਹੜੇ ਹਾਂ ਆਪਣਾ 32-33% ਪਾਣੀ ਹੀ ਨਹਿਰੀ ਪਾਣੀ ਇਸਤੇਮਾਲ ਕਰ ਰਹੇ ਸੀ। ਅਸੀਂ ਹੁਣ ਪਾਈਪਾਂ ਪਾ ਕੇ ਉਹਨਾਂ ਨੂੰ ਜਿਹੜਾ ਹੈ ਉਹ ਲੈ ਗਏ ਖੇਤਾਂ ਤੱਕ। 40-40 ਸਾਲਾਂ ਬਾਅਦ ਪਾਣੀ ਦੇਖਿਆ ਲੋਕਾਂ ਨੇ, 35-35 ਸਾਲਾਂ ਬਾਅਦ ਪਾਣੀ ਲੋਕਾਂ ਨੇ ਦੇਖਿਆ। ਸੋ ਕ੍ਰਿਸ਼ਨ ਕੁਮਾਰ ਜੀ, ਧਰਤੀ ਵਾਲਾ ਪਾਣੀ ਬਾਅਦ 'ਚ ਡਿਸਕਸ ਕਰ ਲਾਂਗੇ, ਪਹਿਲਾਂ ਆਪਾਂ ਇਹਨਾਂ ਨੂੰ ਕਿਉਂ ਨਾ ਨਹਿਰੀ ਪਾਣੀ ਜਿਹੜਾ ਪਾਈਪਾਂ ਦੇ ਕੇ ਆਪਾਂ ਇੰਡਸਟਰੀਆਂ ਨੂੰ ਨਹਿਰ ਦੇ ਪਾਣੀ ਦੀ ਜਿਹੜੀ ਉਹ ਕਿੰਨੇ ਚਿਰ 'ਚ ਪੋਸੀਬਲ ਹੋ ਸਕਦੀ ਹੈ ਜਾਂ ਕਿੰਨਾ ਕੁ ਉਹਦਾ ਟਾਈਮ ਬਾਉਂਡ ਹੋਊਗਾ, ਇਹ ਤੁਸੀਂ ਬਾਈਕ ਲੈ ਹੈ ਜੀ, ਕਿਉਂਕਿ ਵੱਡੀ ਸਮੱਸਿਆ, ਬਹੁਤ ਵੱਡੀ ਸਮੱਸਿਆ। ਆਪਾਂ ਵੀ ਪਾਈਪਾਂ ਪਾਉਣ ਲਈ ਅਸੀਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਤੋਂ। ਪਹਿਲਾਂ ਸੀਗਾ 90% ਸਰਕਾਰ ਦਾ ਸੀ, 10% ਪੰਚਾਇਤ ਦਾ ਸੀ, ਅਸੀਂ 100% ਹੀ ਆਪਣਾ ਕਰਤਾ, 10% ਕਈ ਵਾਰੀ ਪੰਚਾਇਤਾਂ ਕੋਲ ਪੈਸੇ ਹੁੰਦੇ ਨਹੀਂ। ਸਰ ਇਹ ਇੰਡਸਟਰੀ ਦੇ ਜਿਵੇਂ ਕਲਸਟਰਸ ਹੈ, ਜਿਵੇਂ ਆਮ ਤੌਰ 'ਤੇ ਸਰ ਡਾਈਂਗ ਇੰਡਸਟਰੀ ਹੈ, ਇਹਨਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ, ਪੁਰਾਣੇ ਸ਼ਹਿਰਾਂ ਦੇ ਵਿੱਚ ਵੀ ਹੈ। ਅਤੇ ਸਰ ਇਹਦੇ ਵਿੱਚ ਸੁਝਾਅ ਇਹ ਆਇਆ ਹੈ ਕਿ ਇਹਨਾਂ ਦੇ ਕਲਸਟਰਸ ਬਣ ਜਾਣ, ਉਹਨਾਂ ਕਲਸਟਰਸ ਤੱਕ ਅਸੀਂ ਨਹਿਰਾਂ ਆਪਣੀ ਲੱਗਦੀਆਂ ਨੇੜੇ ਤੇੜੇ ਸਾਰੇ ਲੱਗਦੀਆਂ। ਸਰ ਕੋਈ ਪੰਜਾਬ ਦੇ ਵਿੱਚ ਇਹੋ ਜਿਹੀ ਜਗ੍ਹਾ ਨਹੀਂ ਹੈ ਸਰ ਜਿੱਥੇ ਨਹਿਰ ਦੀ ਪਾਣੀ ਦੀ ਅਵੇਲੇਬਿਲਿਟੀ ਨਾ ਹੋ ਸਕੇ। ਪਾਣੀ ਦੀ ਅਵੇਲੇਬਿਲਿਟੀ ਹੋ ਜਾਏਗੀ ਸਰ, ਔਰ ਨਹਿਰ ਦਾ ਪਾਣੀ ਜੇ ਆਪਾਂ ਯੂਜ਼ ਕਰਾਂਗੇ ਤਾਂ ਉਤਨਾ ਹੀ ਗਰਾਊਂਡ ਵਾਟਰ ਜਿਹੜਾ ਅੰਦਰੋਂ ਸਰ ਪਾਣੀ ਹੈ ਉਹ ਘੱਟ ਨਿਕਲੇਗਾ। ਰੇਟ ਵੀ ਸਰ ਜੋ ਨਹਿਰੀ ਪਾਣੀ ਦੀ ਜੋ ਪਾਲਿਸੀ ਬਣਾਈ ਸੀ ਸਰ, ਰੇਟ ਉਹ ਵੀ ਸਰ ਅੰਡਰ ਕੰਸੀਡਰੇਸ਼ਨ ਹੈ ਸਰ, ਉਸ 'ਤੇ ਵੀ ਸਰ ਵਿਚਾਰ ਕਰਨਾ ਸਰ। ਠੀਕ ਹੈ ਜੀ, ਤਾਂ ਆਉਣ ਵਾਲੇ ਦਿਨਾਂ 'ਚ ਫਿਰ ਆਪਾਂ ਇਹ ਤੇ ਜਿਵੇਂ ਆਪਾਂ ਖੇਤਾਂ ਨੂੰ ਪਾਣੀ ਦੇਣ ਦੀ ਮੁਹਿੰਮ ਹੈ, ਇਸ ਤਰ੍ਹਾਂ ਇੰਡਸਟਰੀ ਨੂੰ ਵੀ ਪਾਣੀ ਦੇਣ ਨੂੰ ਪੈਰਲਲ। ਸਰ ਮੈਨੂੰ ਲੱਗਦਾ ਹੈ ਕਿ ਇੱਥੇ ਜ਼ਿਆਦਾ ਦਿੱਕਤ ਨਹੀਂ ਆਏਗੀ, ਕਿਉਂਕਿ ਆਲਰੇਡੀ ਆਪਣੇ ਕੋਲ ਨਹਿਰਾਂ ਹੈਗੀਆਂ, ਜਿੱਥੇ ਜਿੱਥੇ ਇੰਡਸਟਰੀ ਲੱਗੀ ਹੈ ਉੱਥੇ ਆਲੇ ਦੁਆਲੇ ਬਿਲਕੁਲ ਨੇੜੇ ਤੇੜੇ ਉੱਥੇ ਆਲਰੇਡੀ ਨਹਿਰ ਪਾਣੀ ਮਤਲਬ ਮੌਜੂਦ ਹੈ ਸਰ, ਮਿਲ ਜਾਏਗਾ ਜੀ। ਕਨੈਕਟੀਵਿਟੀ ਕਰਨੀ ਹੈ ਸਰ, ਉਹ ਕਰ ਦੇਣਾ ਜੀ। ਦੇਖੋ ਬਿਜਲੀ ਬੋਰਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਬਿਜਲੀ ਬੋਰਡ ਜਿਹੜਾ ਉਹਦੇ ਨਾਲ ਸਾਡਾ, ਕਿਉਂਕਿ ਇੰਡਸਟਰੀ ਹੈ, ਬਿਜਲੀ ਬੋਰਡ ਦੀਆਂ ਅਕਸਰ ਸ਼ਿਕਾਇਤਾਂ ਚੱਲਦੀਆਂ ਰਹਿੰਦੀਆਂ ਨੇ ਆਪਸ 'ਚ ਇੱਕ ਦੂਜੇ ਨਾਲ, ਪਰ ਅਸੀਂ ਨਵੇਂ ਟਰਾਂਸਫਾਰਮਰ, ਨਵੇਂ 220 kV ਦੇ ਸਬ ਸਟੇਸ਼ਨ, ਜਿਹੜੇ 66 kV ਦੇ ਨਵੇਂ ਸਬ ਸਟੇਸ਼ਨ 6 ਕਰੋੜ ਰੁਪਇਆ ਈਚ, 66 kV ਦੇ 6 ਕਰੋੜ ਰੁਪਏ ਈਚ ਬਾਈ ਮਈ 2024 ਤੱਕ 18 ਯਾਨੀ ਕਿ 3 ਲੋਪੋਕੇ, ਰਾਮ ਤੀਰਥ ਤੇ ਫੋਕਲ ਪੁਆਇੰਟ ਨਵੇਂ
66 kV ਦੇ ਜਿਹੜੇ ਸਟੇਸ਼ਨ ਨੇ ਉਹ ਤਿਆਰ ਹੋ ਜਾਣਗੇ, ਤੁਹਾਨੂੰ ਮਿਲੂਗੀ ਬਿਜਲੀ, ਤੁਹਾਡੇ ਲਈ ਹੋਊਗੀ। ਫਿਰ ਵੱਡੀ ਗੱਲ ਇੱਕ ਗੱਲ ਕੀਤੀ ਸੀਗੀ, ਚੱਠਾ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਪੁਲਿਸਿੰਗ, 2 ਨਵੀਆਂ ਅਨਾਉਂਸਮੈਂਟਾਂ ਅਸੀਂ ਅੱਜ ਕਰਨ ਲੱਗੇ ਹਾਂ ਪੁਲਿਸ ਨਾਲ ਸੰਬੰਧਿਤ, ਖਾਸ ਤੌਰ ਤੇ ਅੰਮ੍ਰਿਤਸਰ ਨਾਲ ਸੰਬੰਧਿਤ। ਪਹਿਲੀ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਟੂਰਿਜ਼ਮ ਨਾਲ ਰਿਲੇਟਡ ਪੁਲਿਸ ਦਾ ਯੂਨਿਟ ਬਣਾਉਣ ਲੱਗੇ ਹਾਂ, ਅਲੱਗ ਵਰਦੀ, ਵਧੀਆ ਚੰਗੇ ਇੰਗਲਿਸ਼ ਸਪੀਕਿੰਗ ਮੁੰਡੇ ਕੁੜੀਆਂ, ਤਾਂ ਕਿ ਕੋਈ ਟੂਰਿਸਟ ਆਵੇ ਉਹਨੂੰ ਇਹ ਵਰਦੀ ਤੋਂ ਹੀ ਪਤਾ ਲੱਗ ਜੇ ਕਿ ਇਹ ਮੇਰਾ ਹੈਲਪਰ ਹੈ, ਇਹ ਮੈਨੂੰ ਕੋਈ ਦਿੱਕਤ ਹੈ ਤਾਂ ਮੈਂ ਇਹਦੇ ਨਾਲ ਗੱਲ ਕਰ ਸਕਦਾ। ਇੱਕ ਟੂਰਿਸਟ ਨਾਲ ਰਿਲੇਟਡ ਪੁਲਿਸ ਯੂਨਿਟ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਅਸੀਂ ਉਹਦਾ ਪਾਇਲਟ ਪ੍ਰੋਜੈਕਟ ਇੱਥੇ ਕਰ ਰਹੇ ਹਾਂ। ਤੇ ਅੰਮ੍ਰਿਤਸਰ ਵੈਸੇ ਵੀ ਸਭ ਦੇ ਦਿਲਾਂ ਦੇ ਨੇੜੇ ਹੈ, ਸਾਡੇ ਵੀ ਦਿਲਾਂ ਦੇ ਨੇੜੇ ਹੈ। 1 ਲੱਖ ਫੁੱਟਫਾਲ ਹੈ ਜੀ ਇੱਕ ਦਿਨ ਦੀ ਸਰ, ਤਾਂ ਫਿਰ ਕਿਉਂਕਿ ਅਸੀਂ ਤਾਂ ਹੋਰ ਵਧਾਉਣ ਲੱਗੇ ਹਾਂ ਇਹਨੂੰ, ਤਾਂ ਸਾਨੂੰ ਇਹ ਚੀਜ਼ ਦੀ ਲੋੜ ਪੈਣੀ ਹੈ। ਤੇ ਫਿਰ ਨੰਬਰ 2, ਤੁਸੀਂ ਟਰਾਂਸਪੋਰਟ ਜਿਹੜੇ ਟ੍ਰੈਫਿਕ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਹੈ, ਪਰ ਹਜੇ ਵੀ ਬਹੁਤ ਸਾਰੇ ਐਸੇ ਏਰੀਏ ਨੇ ਜਿੱਥੇ ਜਾਮ ਲੱਗਦੇ ਨੇ। ਅਸੀਂ ਹੁਣ ਪੁਲਿਸਿੰਗ ਦੇ ਵਿੱਚ ਤੇ ਟ੍ਰੈਫਿਕਿੰਗ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਟ ਇੰਟਰੋਡਿਊਸ ਕਰ ਰਹੇ ਹਾਂ। ਪੰਜਾਬ ਪਹਿਲਾ ਸੂਬਾ ਜਿਹਨੇ ਆਪਣੀ ਨਵੀਂ ਸੜਕ ਸੁਰੱਖਿਆ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ, ਸਿਰਫ ਸੜਕਾਂ ਤੇ। ਔਰ ਉਹਨਾਂ ਕੋਲੇ ਟੋਇਟਾ ਦੀਆਂ ਗੱਡੀਆਂ ਜਿਹੜੀਆਂ ਫਾਈਨਲ ਹੋਈਆਂ ਨੇ, ਵੱਡੀਆਂ ਗੱਡੀਆਂ ਜੋ ਦੁਬਈ ਪੁਲਿਸ ਕੋਲੇ ਅੱਜ ਗੱਡੀਆਂ ਨੇ, ਉਹ ਅੱਜ ਅਸੀਂ ਉਹਨਾਂ ਨੂੰ ਗੱਡੀਆਂ 129 ਗੱਡੀਆਂ ਦੇਵਾਂਗੇ। ਉਹ ਸਾਰੀਆਂ ਉਹ ਪੁਲਿਸ ਜਿਹੜੀ ਹੈ ਇਕੱਲੀਆਂ ਸੜਕਾਂ ਤੇ ਰਹੂਗੀ ਬਸ। ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਤੁਹਾਨੂੰ ਗੱਡੀ ਮਿਲੂਗੀ ਗਸ਼ਤ ਕਰਦੀ। ਔਰ ਇਕੱਲੀ ਗੱਡੀ ਨਹੀਂ ਹੋਊਗੀ, ਉਹ ਕੋਈ ਚਲਾਨ ਕੱਟਣ ਵਾਸਤੇ ਨਹੀਂ ਬਣਾ ਰਹੇ ਅਸੀਂ। ਮੈਂ ਪਾਰਲੀਮੈਂਟ ਦੇ ਵਿੱਚ ਸਵਾਲ ਉਠਾਇਆ ਸੀਗਾ, ਮੈਂ ਮੈਂਬਰ ਰੈਫਰੈਂਸ ਸਰਵਿਸ ਦੇ ਵਿੱਚੋਂ ਡਾਟਾ ਕਢਾਇਆ ਸੀ 2019 'ਚ, ਹੁਣ ਤਾਂ ਵੱਧ ਗਿਆ ਹੋਊਗਾ। 14 ਬੰਦੇ ਹਰ ਰੋਜ਼ ਪੰਜਾਬ ਦੇ ਵਿੱਚ ਔਨ ਦਾ ਸਪੌਟ ਮਰਦੇ ਨੇ ਜੀ ਐਕਸੀਡੈਂਟਾਂ 'ਚ ਸੜਕ ਤੇ, ਔਰ ਹਾਈਐਸਟ ਇਨ ਇੰਡੀਆ। 14 ਨੂੰ ਕਰ ਲਓ, 30 ਨਾਲ ਗੁਣਾ 420 ਹੋ ਗਏ, ਤਾਂ ਉਹਨੂੰ 12 ਨਾਲ ਗੁਣਾ ਕਰ ਲਓ, 52-5300 ਬੰਦਾ ਮਰ ਜਾਂਦਾ ਜੀ 1 ਸਾਲ 'ਚ, ਜਿਹੜਾ ਕਿ ਬਚਾਇਆ ਜਾ ਸਕਦਾ ਹੈ। SSF ਸੜਕ ਸੁਰੱਖਿਆ ਫੋਰਸ ਇਸੇ ਕੰਮ ਤੇ ਹੋਊਗੀ ਕਿ ਕੋਈ ਟਰੱਕ ਖੜ ਗਿਆ, ਉਹਨੂੰ ਚੱਕ ਕੇ ਸਾਈਡ ਤੇ ਕਰਤਾ, ਉਹਨੂੰ ਟੋ ਕਰਕੇ, ਕੋਈ ਕਿਤੇ ਐਕਸੀਡੈਂਟ ਹੋ ਗਿਆ ਉੱਥੇ ਪਹੁੰਚ ਗਏ, ਉਹਨਾਂ ਕੋਲੇ ਹਰ ਫੈਸਿਲਿਟੀ ਹੋਊਗੀ, ਫਸਟ ਏਡ ਤੋਂ ਲੈ ਕੇ ਉਹਨਾਂ ਕੋਲ ਗੈਸ ਕਟਰ ਤੱਕ ਹੋਣਗੇ ਕਿ ਕਿਸੇ ਦੀ ਜਾਨ ਬਚਾ ਸਕੀਏ। ਸੋ ਇਸ ਕਰਕੇ ਜੇ ਆਪਾਂ ਪਹਿਲੇ ਸਾਲ 'ਚ 50% ਤੇ ਵੀ ਲਾਇਆ, 2500 ਬੰਦੇ ਦੀ ਜਾਨ ਬਚ ਜੂਗੀ ਜੀ। ਇਦੋਂ ਵੱਡਾ ਪੁੰਨ ਕੀ ਹੋ ਸਕਦਾ ਜੀ। ਸੋ ਉਹ ਅਸੀਂ ਵਰਦੀ ਵਗੈਰਾ ਫਾਈਨਲ ਹੋ ਗਈ, ਗੱਡੀਆਂ ਦੇ ਆਰਡਰ ਚਲੇ ਗਏ, ਬਸ ਅੱਗੇ ਲਾਂਚਿੰਗ ਹੀ ਆ ਬਸ ਹੁਣ ਤਾਂ। ਔਰ ਵਧੀਆ ਨੌਜਵਾਨ ਮੁੰਡੇ ਕੁੜੀਆਂ ਉਹ SSF ਦੇ ਵਿੱਚ ਸੜਕ ਤੇ ਤੁਹਾਨੂੰ ਕੋਈ ਦਿੱਕਤ ਆਵੇ ਤਾਂ ਤੁਸੀਂ ਪਾਓਗੇ ਕਿ ਤੁਹਾਡੇ 2-3 ਮਿੰਟ ਦੇ ਜਿਹੜਾ ਰੇਡੀਅਸ ਦੇ ਵਿੱਚ ਹੀ ਕੋਈ ਨਾ ਕੋਈ ਪੁਲਿਸ ਤੁਹਾਡੀ ਹੈਲਪ ਕਰਨ ਲਈ ਆਊਗਾ। ਬਾਕੀ ਇੰਡਸਟਰੀ ਜਿਹੜੀ ਹੈ, ਮੈਂ ਇਹ ਮੰਨਦਾ ਹੁੰਦਾ ਕਿ ਇਹ ਇੰਡਸਟਰੀ ਜਿਹੜੀ ਹੈ ਅੰਨਦਾਤਾ ਹੈ, ਕਿੰਨੇ ਹਜ਼ਾਰਾਂ ਬੰਦੇ ਕੰਮ ਕਰਦੇ ਆ। ਜੇ ਇੰਡਸਟਰੀ ਵਿਸ਼ਵਾਸ ਪ੍ਰਗਟ ਕਰਦੀ ਹੈ ਤੁਹਾਡੇ 'ਚ, ਇਹ ਤੁਹਾਡੇ ਲਈ ਖਾਸ ਤੌਰ ਤੇ ਤੁਹਾਡੀ ਪੋਲੀਟੀਕਲ ਪਾਰਟੀ ਜਾਂ ਸਰਕਾਰ ਦੇ ਵਿੱਚ ਜੇ ਵਿਸ਼ਵਾਸ ਪ੍ਰਗਟ ਕਰਦੇ ਆ ਨਾ ਇੰਡਸਟਰੀਲਿਸਟ, ਇਹ ਤੋਂ ਵੱਡਾ ਕੋਈ ਇਨਾਮ ਨਹੀਂ ਹੋ ਸਕਦਾ। ਕਿਉਂਕਿ ਇੰਡਸਟਰੀਲਿਸਟ ਵਿਸ਼ਵਾਸ ਕਦੋਂ ਕਰਦਾ? ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਸਭ ਤੋਂ ਲੇਟ ਆ ਉਹ, ਪਰ ਕਿਉਂਕਿ ਉਹਨੂੰ ਪੰਗੇ ਬਹੁਤ ਪੈਂਦੇ ਆ ਨਾ। ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਜਦੋਂ ਉਹਨੂੰ ਕਰਪਸ਼ਨ ਫਰੀ ਮਾਹੌਲ ਮਿਲ ਜੇ। ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਜਦੋਂ ਜਿਹੜੇ ਸੂਬੇ 'ਚ ਲਾਅ ਐਂਡ ਆਰਡਰ ਦੀ ਹਾਲਤ ਜਿਹੜੀ ਹੈ ਉਹ ਪਰਫੈਕਟ ਹੋਵੇ। ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਜਦੋਂ ਉਹਨੂੰ ਇਹ ਲੱਗੇ ਕਿ ਮੈਨੂੰ ਮੇਰੇ ਫੈਕਟਰੀ ਜਾਣ ਵੇਲੇ ਤੇ ਘਰ ਜਾਣ ਵੇਲੇ ਪ੍ਰਾਊਡ ਫੀਲ ਹੁੰਦਾ, ਮੈਨੂੰ ਸਰਕਾਰ ਮੈਨੂੰ ਟੈਕਸ ਦਾਤਾ ਕਹਿੰਦੀ ਹੈ, ਨਾ ਕਿ ਮੈਨੂੰ ਚੋਰ ਕਹਿੰਦੀ ਹੈ। ਆਮ ਤੌਰ ਤੇ ਚੋਰ ਕਿਹਾ ਜਾਂਦਾ ਰਹਿੰਦਾ ਇੰਡਸਟਰੀਲਿਸਟ ਵਿਸ਼ਵਾਸ। ਸੋ
ਜਦੋਂ ਕਿਤੇ ਕੋਈ ਸਵਾਲ ਉੱਠਦਾ ਹੈ, ਕਹਿੰਦੇ ਪੰਜਾਬ 'ਚ ਲਾਅ ਐਂਡ ਆਰਡਰ, ਸਭ ਤੋਂ ਵੱਡਾ ਜਵਾਬ ਇੰਡਸਟਰੀਅਲਿਸਟ ਦਿੰਦੇ ਨੇ। ਉਹ ਕਹਿੰਦੇ ਭਾਈ ਅਸੀਂ ਤਾਂ ਸਾਰਾ ਯੂਪੀ ਉਧਰੋਂ ਮੱਧ ਪ੍ਰਦੇਸ਼ ਛੱਡ ਕੇ ਪੰਜਾਬ 'ਚ ਆ ਗਏ। ਟਾਟਾ ਸਟੀਲ ਵਾਲੇ 2600 ਕਰੋੜ ਰੁਪਇਆ ਲਾ ਰਹੇ ਨੇ, ਆਫਟਰ ਜਮਸ਼ੇਦਪੁਰ ਸੈਕੰਡ ਬਿਗੇਸਟ ਹੋਊਗਾ ਉਹਨਾਂ ਦਾ, ਤੇ ਉਹ ਐਵੇਂ ਹੀ ਆ ਗਏ। ਫਿਰ ਉਹ ਭਾਈ ਦੇਖ ਕੇ ਆਉਂਦੇ ਆ, ਇੰਡਸਟਰੀਅਲਿਸਟ ਦੇਖ ਕੇ ਆਉਂਦਾ ਕਿ ਇੱਥੇ ਮੇਰਾ ਪੈਸਾ ਸੇਫ ਹੈ ਜਾਂ ਨਹੀਂ। ਹੁਣ ਮਨੀਪੁਰ 'ਚ ਇੰਡਸਟਰੀ ਲੱਗ ਜੂਗੀ ਜੀ, ਜਿਸ ਕਿਸਮ ਦੀ ਨਫ਼ਰਤ ਫੈਲ ਗਈ ਉੱਥੇ। ਤੁਸੀਂ ਇਹ ਇੰਡਸਟਰੀਅਲਿਸਟ ਕਹਿੰਦਾ ਮੈਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਯਾਰ। ਉੱਥੇ ਲੜਾਈ ਨਾ ਹੋਵੇ, ਉੱਥੇ ਸਟ੍ਰਾਈਕਾਂ ਨਾ ਹੋਣ, ਉੱਥੇ ਮਾਰ ਧਾੜ ਨਾ ਹੋਵੇ, ਮੈਂ ਉੱਥੇ ਕੰਮ ਕਰਾਂ ਅਤੇ ਮੇਰਾ ਪ੍ਰੋਡਕਸ਼ਨ ਜਿਹੜੀ ਹੈ ਉਹ ਸਰਕਾਰ ਵਧਾਉਣ ਦੇ ਵਿੱਚ ਸਾਡੀ ਹੈਲਪ ਕਰਦੀ ਹੋਵੇ, ਤਾਂ ਇੰਡਸਟਰੀਅਲਿਸਟ ਵਿਸ਼ਵਾਸ ਕਰਦਾ ਜੀ। ਸੋ ਅਸੀਂ ਬਹੁਤ ਲੱਕੀ ਹਾਂ ਇਸ ਮਾਮਲੇ 'ਚ। ਦਿੱਲੀ ਦਾ ਇੰਡਸਟਰੀਅਲਿਸਟ ਵੀ ਅਰਵਿੰਦ ਕੇਜਰੀਵਾਲ 'ਚ ਵਿਸ਼ਵਾਸ ਕਰਦਾ। ਤੁਸੀਂ ਸਾਡੇ 'ਚ ਵਿਸ਼ਵਾਸ ਜਤਾ ਰਹੇ ਹੋ। ਹਾਂ ਤਾਂ 1.5 ਸਾਲ ਹੀ ਹੋਇਆ ਇਹਨਾਂ ਨੂੰ, ਉੱਥੇ 8 ਸਾਲ ਹੋ ਗਏ, ਔਰ ਇਹਨਾਂ ਨੇ ਐਸੇ ਕਮਾਲ ਦੇ ਆਈਡੀਏ ਉੱਥੇ ਕੱਢੇ ਹੋਏ ਨੇ। ਉਦੋਂ ਬੈਟ ਸੀ, ਹੁਣ ਤਾਂ GST ਆ ਗਿਆ, ਤਾਂ ਬੈਟ ਸੀ 12.5%। ਤਾਂ ਇਹਨਾਂ ਨੇ ਮਨੀਸ਼ ਸਿਸੋਦੀਆ ਜੀ ਉਦੋਂ ਫਾਈਨਾਂਸ ਮਿਨਿਸਟਰ ਸੀ ਨਾਲ, ਤਾਂ ਇਹਨਾਂ ਨੇ ਬੁਲਾ ਲਏ ਸਾਰੇ ਇੰਡਸਟਰੀਸਟ। ਹਾਂ ਵੀ ਕਹਿੰਦੇ ਜੀ ਬੈਟ ਘਟਾ ਦਿਓ, ਇੰਸਪੈਕਟਰਾਂ ਦੀਆਂ ਰੇਟਾਂ ਬੰਦ ਕਰਾ ਦਿਓ। ਇਹਨਾਂ ਨੇ ਉੱਦਾਂ ਹੀ ਆਰਡਰ ਦਿੱਤੇ ਜਿੱਦਾਂ ਆਪਾਂ ਕਰਦੇ ਅੱਜ, ਇੱਦਾਂ ਹੀ ਬਹਿ ਗਏ ਸੀ। ਕਹਿੰਦੇ ਵੀ ਇੰਸਪੈਕਟਰ ਦੀ ਕੋਈ ਰੇਟ ਨਹੀਂ ਹੋਊਗੀ। ਬੈਟ 12.5% ਤੋਂ ਘਟਾ ਕੇ 7%, 5% ਕਰਤਾ, 7.5% ਬੈਟ ਘਟਾਤਾ। ਪਰ ਨਾਲ ਇਹ ਕਹਿਤਾ ਲੈ ਹੁਣ ਨਾ ਇਮਾਨਦਾਰੀ ਨਾਲ ਟੈਕਸ ਭਰ ਦਿਓ। ਤੁਸੀਂ ਯਕੀਨ ਕਰਿਓ 7.5% ਬੈਟ ਘਟਾ ਕੇ ਦਿੱਲੀ ਗਵਰਨਮੈਂਟ ਦਾ 2000 ਕਰੋੜ ਦਾ ਰੈਵਨਿਊ ਵੱਧ ਗਿਆ ਜੀ। ਜਦੋਂ ਇੰਡਸਟਰੀਅਲਿਸਟ ਨੂੰ, ਜਦੋਂ ਮੁਲਾਜ਼ਮ ਨੂੰ, ਜਦੋਂ ਕਿਸੇ ਸੂਬੇ ਦੇ ਨਾਗਰਿਕਾਂ ਨੂੰ ਇਹ ਯਕੀਨ ਹੋ ਜੇ ਕਿ ਜਿਹੜਾ ਮੈਂ ਟੈਕਸ ਦਿੰਦਾ ਇਹ ਕਿਸੇ ਨਾ ਕਿਸੇ ਫੈਸਿਲਿਟੀ ਦੇ ਰੂਪ 'ਚ ਮੇਰੇ 'ਤੇ ਹੀ ਵਾਪਸ ਆਊਗਾ, ਤਾਂ ਉਹ ਟੈਕਸ ਦੇਣ ਲੱਗ ਜਾਂਦੇ। ਅੰਮ੍ਰਿਤਸਰ ਵਾਲੇ ਤਾਂ ਦਾਨੀ ਨੇ, ਦੇਖੋ ਸਰ ਕੁਛ ਨਹੀਂ ਮੰਗਿਆ, ਹਰੇਕ ਨੇ ਕਿਹਾ ਪੈਸੇ ਦੇਵਾਂਗੇ, ਸਾਥੋਂ ਲੈ ਲਓ ਬਸ, ਸਾਨੂੰ ਮਿਲ ਲਓ 19 ਤਰੀਕ ਨੂੰ। ਅਸੀਂ ਤਾਂ ਬੈਠੇ ਹਾਂ ਵੀ ਆਹ ਗਲੀਆਂ ਸਾਈਨ ਕਰ ਦਿਓ, ਸਾਥੋਂ ਪੈਸੇ ਲੈ ਲਓ, ਸਾਨੂੰ ਕੋਈ ਸਬਸਿਡੀ ਨਹੀਂ ਚਾਹੀਦੀ। ਇਹ ਅੰਮ੍ਰਿਤਸਰ ਵਾਲੇ ਤਾਂ ਸਰ, ਇੱਥੇ ਤਾਂ ਦੁਨੀਆ ਮੰਗਣ ਆਉਂਦੀ ਹੈ ਸਰ। ਇੱਥੋਂ ਦੇ ਲੋਕ ਤਾਂ ਦਾਤਾ ਹੀ ਹੈਗੇ ਹੀ ਨੇ, ਧਰਤੀ ਦਾਤਾ ਜਿਹੜੀ ਹੈ ਇਹ ਬਰਕਤ ਵਾਲੀ ਹੈ। ਸੋ ਇਹ ਤੁਹਾਨੂੰ ਡਿਪਾਰਟਮੈਂਟ ਆਫ ਲੇਬਰ ਦਾ ਜਿੰਨੇ ਵੀ ਤੁਸੀਂ ਮੈਂ ਅੱਜ ਤੋਂ ਨਹੀਂ, ਮੈਂ ਤਾਂ ਪਿਛਲੇ 4 ਮਹੀਨੇ ਤੋਂ ਲੱਗੇ, ਮੇਰੇ ਮੂੰਹ ਜਵਾਨੀ ਯਾਦ ਨੇ ਸਾਰੇ। ਮੈਂ ਬਣਵਾਏ ਨੇ ਇਹ ਕਹਿ ਕੇ। ਮੈਂ ਇਹ ਨਹੀਂ ਕਿਹਾ ਕਿ ਅੱਜ ਆਓ ਮੇਰਾ ਅਫਸਰ ਪੜ੍ਹ ਦੂਗਾ, ਮੈਂ ਕਹਿ ਦੂੰਗਾ। ਮੇਰੇ ਕੱਲੇ ਮੇਰੇ ਲਾਈਨ ਯਾਦ ਹੈ ਕਿ ਕਿਵੇਂ ਕਰਨਾ ਹੈ। ਕਿ ਚੌਂਕੀਆਂ 14 ਖੋਲ੍ਹੀਆਂ, ਹਾਂ 14 ਚੌਂਕੀਆਂ। ਮੁਹਾਲੀ ਵਾਲੇ ਕਹਿੰਦੇ ਸਾਨੂੰ ਥਾਣਾ ਹੀ ਦੇ ਦਿਓ, ਇੰਡਸਟਰੀਅਲ ਥਾਣਾ। ਅਸੀਂ ਕਿਹਾ ਪਹਿਲਾਂ ਇੰਡਸਟਰੀਅਲ ਥਾਣਾ, ਉੱਥੇ ਥਾਣੇ ਦੀ ਵੀ ਪਰਮਿਸ਼ਨ ਦੇਤੀ। ਸੋ ਹੋਮ ਨਾਲ ਰਿਲੇਟਡ, ਬਿਜਲੀ ਨਾਲ ਰਿਲੇਟਡ, ਲੋਕਲ ਬਾਡੀਜ਼ ਨਾਲ ਰਿਲੇਟਡ, ਸੜਕਾਂ ਨਾਲ ਰਿਲੇਟਡ ਜਿੰਨੀ ਵੀ ਪਾਲਿਸੀਆਂ ਨੇ ਸਾਰੀਆਂ ਤੁਹਾਡੇ ਨਾਲ ਪੁੱਛ ਕੇ ਨੇ। ਨਾਲ ਹੋਰ ਦਰਵਾਜ਼ੇ ਬੰਦ ਨਹੀਂ ਕੀਤੇ, ਦਰਵਾਜ਼ੇ ਖੁੱਲ੍ਹੇ ਨੇ। ਕਈ ਚੀਜ਼ਾਂ ਦਾ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ, ਪੰਜਾਬੀ ਦੀ ਕਹਾਵਤ ਹੈ। ਕਈ ਚੀਜ਼ਾਂ ਦਾ ਇਸਤੇਮਾਲ ਕਰਕੇ ਪਤਾ ਲੱਗਦਾ ਹੈ ਕਿ ਇਹ 'ਚ ਗਲਤੀ ਕੀ ਰਹਿ ਗਈ। ਆ ਕਾਰਾਂ ਬਣਾਉਂਦੇ ਨੇ ਵੱਡੀਆਂ ਕੰਪਨੀਆਂ ਵਾਲੇ, ਪਹਿਲਾਂ ਕਾਰਾਂ ਭੰਨ ਕੇ ਦੇਖਦੇ ਆ ਨਾ, ਐਕਸੀਡੈਂਟ ਕਰਕੇ ਦੇਖਦੇ ਉਹਦਾ ਕਿਹੜਾ 에ਅਰ ਬੈਗ ਖੁੱਲ੍ਹਦਾ ਜਾਂ ਨਹੀਂ ਖੁੱਲ੍ਹਦਾ। ਸੋ ਟੈਸਟ ਟੈਸਟਡ ਹੋ ਕੇ ਫਿਰ ਪਬਲਿਕ 'ਚ ਜਾਂਦਾ ਹੈ। ਸੋ ਅਸੀਂ ਪਾਲਿਸੀ ਬਣਾ ਲਈ ਇੰਡਸਟਰੀ ਦੀ, ਤੁਸੀਂ ਇਹਨੂੰ ਇਸਤੇਮਾਲ ਕਰੋ। ਕੋਈ ਕਮੀ ਜਾਂ ਕੋਈ ਦਿੱਕਤ ਆ ਰਹੀ ਹੈ ਇਹਨੂੰ ਇਸਤੇਮਾਲ ਕਰਨ ਵੇਲੇ, ਸਾਡੇ ਨਾਲ ਆ ਕੇ ਦੁਬਾਰਾ ਬਹਿ ਜਾਓ, ਆਪਾਂ ਚੇਂਜ ਕਰ ਦਾਂਗੇ। ਤੁਹਾਡੇ ਮੁਤਾਬਕ ਕਰਨਾ ਅਸੀਂ ਬਦਲ ਦਾਂਗੇ। ਸੋ ਲਾਈਫ ਚੇਂਜ ਇਜ਼ ਅ ਲਾਈਫ 'ਚ ਚੇਂਜ ਜਿਹੜੀ ਹੈ ਆ ਚੇਂਜ ਹੀ ਤਾਂ ਲਿਆਂਦੀ ਹੈ। ਫਿਰ ਤੁਸੀਂ ਪੰਜਾਬ 'ਚ ਜਦੋਂ ਆਏ, ਅਸੀਂ ਬਦਲਾਅ ਦੇ ਨਾਂ 'ਤੇ ਹਾਂ, ਤਾਂ ਫਿਰ ਬਦਲਾਅ ਕਿਉਂ ਨਹੀਂ ਕਰਾਂਗੇ ਅਸੀਂ। ਫਿਰ ਮੈਂ ਰੋਜ਼ ਇੰਡਸਟਰੀਅਲਿਸਟਾਂ ਨੂੰ ਮਿਲਦਾ, ਚਾਹੇ ਉਹ ਟੂਰਿਸਟ ਸਮਿਟ ਹੋਵੇ, ਚਾਹੇ ਇਨਵੈਸਟ ਪੰਜਾਬ ਹੋਵੇ, ਰੋਜ਼ ਮਿਲਦਾ ਮੈਂ। ਔਰ ਮੈਂ ਆਪ ਕਹਿਣਾ ਕਿ ਆਓ ਵੈਲਕਮ, ਅਤੇ ਉਹ ਕਹਿੰਦੇ ਨੇ 50,800 ਤੋਂ 840 ਕਰੋੜ ਦੇ ਨੇੜੇ ਤੇੜੇ ਸਾਡੇ ਕੋਲ ਇਨਵੈਸਟ ਪੰਜਾਬ 'ਚ ਆ ਗਿਆ। ਅਸੀਂ ਹਜੇ 11, 12, 13 ਇਨਵੈਸਟ ਜਿਹੜਾ ਟੂਰਿਸਟ ਸਬਮਿਟ ਕੀਤਾ ਹੈ ਮੋਹਾਲੀ 'ਚ। ਤੁਸੀਂ ਬਿਲੀਵ ਕਰਿਓ, ਅਸੀਂ MOU ਯਕੀਨ ਨਹੀਂ ਰੱਖਦੇ, ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਡੇ ਤਾਂ ਦਿਲ ਨਾਲ ਹੁੰਦੇ ਨੇ ਸਮਝੌਤੇ। ਆ 50,000 ਕਰੋੜ ਵੀ MOU ਨਹੀਂ, ਆ ਗਿਆ, ਲੱਗ ਗਿਆ, 2.5 ਲੱਖ ਬੱਚੇ ਨੂੰ ਕੰਮ ਮਿਲੂਗਾ। ਆ ਹੁਣ 2 ਦਿਨ ਦਾ ਸਬਮਿਟ, 3 ਦਿਨ ਦਾ ਸਬਮਿਟ ਹੋਇਆ, ਹੁਣ ਤੱਕ 1200 ਤੋਂ 1500 ਕਰੋੜ ਰੁਪਏ ਦਾ ਉਹ ਇੰਡਸਟਰੀਅਲਿਸਟ ਕਹਿੰਦੇ ਅਸੀਂ ਇੱਥੇ ਆਵਾਂਗੇ ਜੀ, ਅਸੀਂ ਪੰਜਾਬ ਦੇ ਵਿੱਚ ਇਨਵੈਸਟ ਕਰਾਂਗੇ। ਚਾਹੇ ਹੋਟਲ ਦੇ ਵਿੱਚ ਆਉਣ, ਚਾਹੇ ਉਹ ਫਿਲਮ ਸਿਟੀ ਦੇ ਰੂਪ 'ਚ ਆਉਣ, ਚਾਹੇ ਵਾਟਰ ਸਪੋਰਟਸ ਦੇ ਵਿੱਚ ਆਉਣ, ਚਾਹੇ ਉਹ ਜਿਹੜੇ ਮਰਜ਼ੀ ਇਕੋ ਟੂਰਿਜ਼ਮ 'ਚ ਆਉਣ,
ਜਿਵੇਂ ਮਰਜ਼ੀ ਆਉਣਗੇ। ਅੰਮ੍ਰਿਤਸਰ ਵਾਲਾ ਉੱਥੇ ਹੀ ਐਲਾਨ ਕੀਤਾ ਸੀ ਮੈਂ ਕਿ ਆਪਾਂ ਇਹੋ ਜਿਹਾ ਚੀਜ਼ ਬਣਾਈਏ ਕਿ ਲੋਕ ਇੱਥੇ ਆ ਕੇ ਆਪਣੀਆਂ ਖੁਸ਼ੀਆਂ ਮਨਾਉਣ ਅਤੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ, ਨਾਲ ਸ਼ਹੀਦਾਂ ਦੀਆਂ ਯਾਦਗਾਰਾਂ ਦੇਖਣ। ਅਤੇ ਇਹ ਸ਼ਹਿਰ ਵਾਸਤੇ ਤਾਂ ਵੈਸੇ ਹੀ ਕੋਈ ਪੁੰਨ ਲੱਗ ਜੇ, ਪਰਮਾਤਮਾ ਸੇਵਾ ਕਰਵਾ ਲਏ ਸ਼ਹਿਰ ਵਾਸਤੇ। ਇੱਕ ਹੋਰ ਤੁਹਾਡੇ ਸ਼ਹਿਰ 'ਚ ਨਵੀਂ ਅੱਜ ਮੈਂ ਦੱਸਣ ਲੱਗਿਆ ਕਿ ਜਿਹੜੀਆਂ ਬੜੀ ਪੋਲੂਸ਼ਨ ਦੀ ਅਤੇ ਆਟੋ ਰਿਕਸ਼ੇ ਬਹੁਤ ਜ਼ਿਆਦਾ ਉਹਨਾਂ ਦੀ ਪ੍ਰੋਬਲਮ ਹੈ। ਅਸੀਂ ਇਸ ਸ਼ਹਿਰ ਦੇ ਵਿੱਚ 2 ਸ਼ਹਿਰ ਚੁਣੇ ਨੇ ਹਜੇ ਪਾਇਲਟ ਦੇ ਵਜੋਂ, ਪਟਿਆਲਾ ਅਤੇ ਅੰਮ੍ਰਿਤਸਰ। ਅਤੇ ਅਸੀਂ ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਸ਼ਾਨਦਾਰ ਵਹੀਕਲ, ਜਿਵੇਂ ਈ ਬੱਸਸ, ਜਿਹੜੀਆਂ ਇਲੈਕਟ੍ਰਿਕ ਬੱਸਸ, ਸ਼ਟਲ ਬੱਸਾਂ ਚਲਾ ਰਹੇ ਹਾਂ ਤੁਹਾਡੇ ਸ਼ਹਿਰ 'ਚ। ਸ਼ਟਲ ਬੱਸਸ ਏਅਰਪੋਰਟ ਤੋਂ ਬੱਸ ਸਟੈਂਡ ਤੋਂ ਦਰਬਾਰ ਸਾਹਿਬ ਤੋਂ ਦੁਰਗਿਆਨਾ ਮੰਦਿਰ ਤੋਂ ਬਾਘਾ ਬਾਰਡਰ, ਰਾਮ ਤੀਰਥ, ਫਿਰ ਇੱਦਾਂ ਹਰ 10-10 ਮਿੰਟ ਬਾਅਦ 5-5 ਮਿੰਟ ਬਾਅਦ ਤੁਹਾਨੂੰ 15 ਸੀਟਰ 20 ਸੀਟਰ 30 ਸੀਟਰ, ਉਹ ਰੂਟ 'ਤੇ ਡਿਪੈਂਡ ਕਰਦਾ ਸੜਕਾਂ ਕਿਹੋ ਜਿਹੀਆਂ ਨੇ, ਨਵੀਆਂ ਬਿਲਕੁਲ ਲੇਟੈਸਟ ਮਾਡਲ ਦੇ ਵਹੀਕਲ। ਸਾਡੀ ਮੀਟਿੰਗ ਹੋ ਗਈ, ਜਿੰਨੇ ਵੀ ਵਹੀਕਲ ਬਣਾਉਂਦੇ ਨੇ ਇੰਡੀਆ 'ਚ, ਅਸੀਂ ਉਹਨਾਂ ਤੋਂ ਉਹ ਲੈ ਲਈ ਹੈ ਕਿ ਤੁਸੀਂ ਸਾਨੂੰ ਜਿਹੜੀ ਪ੍ਰੈਜੈਂਟੇਸ਼ਨ ਦੇ ਦਿਓ, ਉਹ ਕਰਾਂਗੇ। ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰਾਂਗੇ ਇਹ ਜਿਹੜਾ। ਸੋ ਬਾਕੀ ਉਹ ਤੁਹਾਡੀ ਮੰਗ ਜਿਹੜੀ ਹੈ, ਕੁਛ ਰਹਿ ਵੀ ਗਈਆਂ, ਕੁਛ ਟਾਈਮ ਬਾਉਂਡ ਹੋ ਜਾਣਗੀਆਂ, ਅੱਗੇ ਮੈਂ ਮਿਲ ਕੇ ਜਦੋਂ ਮਰਜ਼ੀ ਮਿਲ ਲਿਓ, ਗੱਲ ਕਰ ਲਾਂਗੇ। ਅਤੇ ਮੇਰੇ ਕੋਲ ਇੱਕ ਇੰਡਸਟਰੀਲਿਸਟ ਆਏ, ਉਹ ਕਹਿੰਦੇ ਜੀ ਮੈਂ ਇੰਨੇ ਪੈਸੇ ਲਾਉਣੇ ਚਾਹੁੰਦਾ, ਇੰਨਾ ਰੋਜ਼ਗਾਰ ਦੇ ਦੂੰਗਾ। ਪਹਿਲਾਂ ਵੀ ਮੈਂ ਦੂਜੀਆਂ ਗੌਰਮੈਂਟਾਂ ਨੂੰ ਮਿਲਿਆ ਸੀ, ਪਰ ਮੈਨੂੰ ਸਰਕਾਰ ਵੱਲੋਂ ਸਪੋਰਟ ਨਹੀਂ ਮਿਲੀ। ਸਰਕਾਰ ਵੱਲੋਂ ਸਪੋਰਟ ਦਿਓ ਜੀ। ਮੈਂ ਕਿਹਾ ਜੀ ਬਿਲਕੁਲ ਸਰਕਾਰ ਵੱਲੋਂ ਪੂਰੀ ਸਪੋਰਟ ਮਿਲੂਗੀ। ਫਿਰ ਕਹਿੰਦਾ ਜੀ ਇੱਦਾਂ ਦੀ ਇੰਡਸਟਰੀ ਹੈ, ਕੰਮ ਦੇ ਦਾਂਗੇ ਜੀ ਬਹੁਤ ਮੁੰਡੇ ਕੁੜੀਆਂ ਨੂੰ, ਬਸ ਸਰਕਾਰ ਦੀ ਸਪੋਰਟ ਚਾਹੀਦੀ ਹੈ ਜੀ। ਮੈਂ ਕਿਹਾ ਬਿਲਕੁਲ ਸਰਕਾਰ ਦੀ ਸਪੋਰਟ ਮਿਲੂਗੀ। ਫਿਰ ਕਹਿੰਦਾ ਬਸ ਸਰਕਾਰ ਦੀ ਸਪੋਰਟ ਮਿਲ ਜੇ ਨਾ ਕਿਤੇ ਕਮਾਲ ਹੀ ਹੋ ਜੇ। ਮੈਂ ਕਿਹਾ ਜੀ ਸਪੋਰਟ ਮਿਲੂਗੀ, ਵਾਅਦਾ ਕਰ ਦਿਓ ਨਾ ਜੀ ਵੀ ਸਪੋਰਟ ਦਿਓਗੇ। ਮੈਂ ਸੋਚਿਆ ਯਾਰ ਸਪੋਰਟ, ਸਰਕਾਰ ਦੀ ਸਪੋਰਟ, ਇਹ ਤਾਂ ਬੜਾ ਇਹ ਜ਼ੋਰ ਦੇ ਕੇ ਬੋਲ ਰਿਹਾ। ਮੈਂ ਕਿਹਾ ਵਾਟ ਕਾਈਂਡ ਆਫ ਸਪੋਰਟ ਯੂ ਨੀਡ, ਕਿਹੜੀ ਸਪੋਰਟ ਦੀ ਚਾਹੀਦੀ ਹੈ ਤੈਨੂੰ ਸਰਕਾਰ ਵੱਲੋਂ? ਮੈਂ ਕਿਹਾ ਚਲੋ ਬਿਜਲੀ ਬਾਰੇ ਕਹੂਗਾ ਜਾਂ ਜ਼ਮੀਨ ਸਸਤੀ ਦੇ ਦਿਓ। ਕਹਿੰਦਾ ਜੀ ਬਸ ਤੰਗ ਨਾ ਕਰਿਓ, ਆਹ ਸਪੋਰਟ ਚਾਹੀਦੀ ਹੈ। ਦੱਸੋ, ਸਰਕਾਰਾਂ ਤੰਗ ਕਰਨ ਵਾਸਤੇ ਬਣਾਈਆਂ ਜੀ? ਕਹਿੰਦਾ ਪਹਿਲਾਂ ਵਾਲਿਆਂ ਨੂੰ ਮੈਂ ਬਹੁਤ ਵਾਰੀ ਮਿਲ ਕੇ ਗਿਆ, ਸਰਕਾਰ ਵੱਲੋਂ ਸਪੋਰਟ ਮਿਲੀ ਨਹੀਂ ਜੀ। ਇੰਡਸਟਰੀਅਲਿਸਟ ਇਸੇ ਗੱਲ ਤੋਂ ਡਰੀ ਜਾਂਦਾ ਹੈ ਕਿ ਤੰਗ ਨਾ ਕਰਿਓ। ਆ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਲੈ ਕੇ ਜਾਂਦੇ ਹੋ ਨਾ ਇਲੈਕਸ਼ਨਾਂ ਵੇਲੇ ਲੀਡਰਾਂ ਦੇ ਘਰਾਂ 'ਚ, ਤੁਸੀਂ ਕੋਈ ਉਹਨਾਂ ਦੀਆਂ ਪਾਲਿਸੀਆਂ ਥੋੜ੍ਹੀ ਪਿਆਰ ਕਰਦੇ ਹੋ। ਇਹ ਕਹਿਣ ਜਾਂਦੇ ਹੁੰਦੇ ਜੇ ਤੂੰ ਆ ਗਿਆ ਤੂੰ ਨਾ ਤੰਗ ਕਰੀ, ਜੇ ਤੂੰ ਆ ਗਿਆ ਤੂੰ ਨਾ ਤੰਗ ਕਰੀ, ਬਸ ਆਹੀ ਹੁੰਦਾ ਨਾ। ਸੋ ਭਾਈ ਇਹ ਤੁਹਾਡੀ ਸਰਕਾਰ ਹੈ, ਤੁਸੀਂ ਆਪਣੇ ਹਿਸਾਬ ਨਾਲ ਚਲਾਓ। ਅਸੀਂ ਕਿਸੇ ਨੂੰ ਤੰਗ ਕਰਨ ਵਾਸਤੇ ਨਹੀਂ, ਅਸੀਂ ਤਾਂ ਇੱਥੇ ਤੁਹਾਡੀਆਂ ਕਮਾਈਆਂ 'ਚ ਵਾਧਾ ਕਰਨ ਲਈ ਅਤੇ ਬਰਕਤਾਂ ਪਾਉਣ ਵਾਸਤੇ ਇੱਥੇ ਅਸੀਂ ਆਏ ਹਾਂ। ਸੋ ਮੈਂ ਤੁਹਾਨੂੰ ਮਿਲਦਾ ਰਹੂੰਗਾ, ਮੈਂ ਇੱਥੇ ਹੀ ਹਾਂ, ਜਦੋਂ ਮਰਜ਼ੀ ਤੁਸੀਂ ਮੇਰੇ ਕੋਲ ਆ ਜਾਓ। ਇੱਕ ਜਿਹੜਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਇੱਕ ਨੋਡਲ ਅਫਸਰ ਟੂਰਿਜ਼ਮ ਵਾਸਤੇ ਇੱਥੇ ਲਾ ਦਈਏ, ਬੜਾ ਵਧੀਆ ਆਈਡੀਆ। ਇਹਦੇ 'ਤੇ ਵੀ ਅਸੀਂ ਕੰਮ ਕਰਦੇ ਹਾਂ। ਅਤੇ ਦਿੱਲੀ ਏਅਰਪੋਰਟ 'ਤੇ ਵੀ ਅਸੀਂ ਇੱਕ ਜਗ੍ਹਾ ਲੈ ਲਈ ਹੈ ਅਰਾਈਵਲ 'ਤੇ। ਦਿੱਲੀ ਏਅਰਪੋਰਟ 'ਤੇ ਪੰਜਾਬ ਹੈਲਪ ਸੈਂਟਰ ਦਿੱਲੀ ਏਅਰਪੋਰਟ 'ਤੇ ਅਸੀਂ ਖੋਲਾਂਗੇ, ਤਾਂ ਕਿ ਕੋਈ ਆਉਂਦਾ ਪੰਜਾਬ ਨੂੰ ਆਉਣਾ, ਉਹਨੇ ਕੋਈ ਦਿੱਕਤ ਆਉਂਦੀ ਹੈ, ਕੋਈ ਵੋਲਵੋ ਬੱਸਾਂ ਕਿੱਥੋਂ ਲੈਣੀਆਂ ਨੇ, ਜਾਂ ਕਿਸੇ ਦੀ ਫਲਾਈਟ ਮਿਸ ਹੋ ਗਈ ਜਾਂ ਕੋਈ ਹੋਰ। ਅਤੇ ਬਾਕੀ ਅੰਮ੍ਰਿਤਸਰ ਸਾਹਿਬ ਅਤੇ ਮੋਹਾਲੀ, ਇਹਦੇ ਵਾਸਤੇ ਸਾਡੀ ਗੱਲ ਚੱਲ ਰਹੀ ਹੈ। ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਸਿੱਧੀਆਂ ਟੋਰਾਂਟੋ ਜਾਂ ਸਿੱਧੀਆਂ ਜਿਹੜਾ ਵੈਸਟਰਨ ਵਰਲਡ ਹੈ, ਜਿਹਦੇ 'ਚ ਲੰਡਨ ਵੀ ਹੈ, ਜਾਂ ਜਿਹਦੇ ਵਿੱਚ ਸ਼ਿਕਾਗੋ ਜਾਂ ਨਿਊਯਾਰਕ ਹੈ ਜਾਂ ਕੈਲੀਫੋਰਨੀਆ, ਅਸੀਂ ਇਨ ਟੱਚ ਹਾਂ ਏਵੀਏਸ਼ਨ ਮਿਨਿਸਟਰੀ ਨਾਲ ਕਿ ਸਾਨੂੰ ਇੱਥੋਂ ਕਿਤੇ ਇੰਟਰਨੈਸ਼ਨਲ ਫਲਾਈਟਾਂ ਮਿਲ ਜਾਣ, ਸਾਡੇ ਬਾਰੇ ਨਿਆਰੇ ਹੋ ਜਾਣੇ ਆ। ਅਸੀਂ ਪਹਿਲਾਂ ਹੀ ਜਿਹੜਾ ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂਆਂ ਦੀ ਬਰਕਤ ਵਾਲੀ ਧਰਤੀ ਹੈ, ਜੇ ਸਾਡਾ ਇਹ ਸੈਲੀਬ੍ਰੇਸ਼ਨ ਪੁਆਇੰਟ ਹੋ ਗਿਆ, ਇਹ ਸਾਡੇ ਵਹੀਕਲਸ ਹੋ ਗਏ, ਇੰਟਰਨੈਸ਼ਨਲ ਏਅਰਪੋਰਟ ਹੋ ਗਏ, ਆਹ ਹੋਟਲ 'ਚ ਭਾਈ ਸਾਹਿਬ ਕਹਿੰਦੇ ਸੀ ਅਸੀਂ 500 ਕਰੋੜ 700 ਕਰੋੜ ਰੁਪਇਆ ਹੋਟਲ ਇੰਡਸਟਰੀ 'ਚ। ਤਾਂ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਉਹ ਤਾਂ ਫਿਰ ਦੁਨੀਆ ਦੇ ਨਕਸ਼ੇ 'ਤੇ। ਪਹਿਲਾਂ ਵੀ G20 ਅਸੀਂ ਅੰਮ੍ਰਿਤਸਰ ਦੇ ਵਿੱਚ ਰੱਖਿਆ ਤਾਂ ਕਿ ਪਤਾ ਲੱਗੇ ਕਿ ਸਾਡਾ ਜਿਹੜਾ ਕਲਚਰ ਕੀ ਹੈ। ਬੜਾ ਖੁਸ਼ ਗਏ ਸਾਰੇ ਮੁਲਕਾਂ ਵਾਲੇ ਜਿਹੜੇ ਦੋ GST ਇੱਥੇ ਹੋਏ ਸੀ, ਐਜੂਕੇਸ਼ਨ ਅਤੇ ਲੇਬਰ ਦੇ। ਸੋ ਤੁਹਾਡਾ ਸਹਿਯੋਗ ਪਿਆਰ ਹਮੇਸ਼ਾ ਨਾਲ ਬਣਿਆ ਰਹੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਪਿਆਰ ਸਤਿਕਾਰ ਨਾਲ ਸੁਣਿਆ। ਅਤੇ ਬਾਕੀ ਜੋ ਵੀ, ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਉੱਥੇ ਹੀ ਹੱਲ ਹੁੰਦਾ। ਤਾਂ ਜੇ ਕੋਈ ਸਮੱਸਿਆ ਵੀ ਹੈਗੀ ਹੈ ਤਾਂ ਨਾਲ ਹੱਲ ਵੀ ਜ਼ਰੂਰ ਨਾਲ ਲੈ ਕੇ ਆਇਓ ਕਿ ਇਹਦਾ ਕਰ ਸਕਦੇ ਹਾਂ।
कर सकते होए तो जरूर करांगे। बहुत बहुत धन्यवाद, बहुत बहुत मेहरबानी। थैंक यू सर, बहुत बहुत धन्यवाद। पंजाब के मानयोग मुख्यमंत्री और मेरे छोटे भाई भगवंत मान जी, हमारी मंत्री अनमोल गगन मान जी, मंच पे बैठे हुए हमारे सभी सम्मानित राज्यसभा मेंबर्स, चीफ सेक्रेटरी साहब, सभी ऑफिसर्स और अमृतसर के कोने कोने से आए हुए सभी व्यापारी और उद्योगपति दोस्तों, भाइयों, आप सब लोगों को मेरा नमस्कार, सबको मेरा प्रणाम, सत श्री अकाल। आज यहाँ आके और आप सब लोगों की बातें सुन के बहुत अच्छा लगा। अमृतसर गुरुओं की धरती, पवित्र धरती मानी जाती है और इस पवित्र धरती से, गुरुओं के आशीर्वाद से 2 बड़े काम पिछले 2 दिन में हम लोगों ने शुरू किए हैं। कल हम लोगों ने पंजाब का पहला स्कूल ऑफ एमिनेंस शुरू किया, मतलब एक सरकारी स्कूल शुरू किया, शानदार सरकारी स्कूल। आप सब लोग भी ज़रूर उसको देख के आइएगा, आपको यकीन नहीं होगा कि सरकारी स्कूल ऐसा हो सकता है। और मैं चैलेंज करता हूं कि पूरे पंजाब के अंदर कोई भी प्राइवेट स्कूल इंफ्रास्ट्रक्चर के मामले में उस सरकारी स्कूल को मात नहीं दे सकता। वो सभी प्राइवेट स्कूल से ज़्यादा अच्छा आपको दिखाई देगा। उसमें सभी किस्म की फैसिलिटीज़ हैं, शानदार क्लासरूम्स हैं, ई बोर्ड हैं, स्मार्ट क्लासरूम्स हैं, सारे स्पोर्ट्स फैसिलिटीज़ हैं। ऐसा सरकारी स्कूल आपने ज़िंदगी में नहीं देखा होगा, सरकारी तो छोड़ो प्राइवेट स्कूल भी नहीं देखा होगा। तो कल पहला स्कूल हम लोगों ने शुरू किया और अब हमारा मिशन है कि पंजाब के सारे सरकारी स्कूल हमें वैसे ही बनाने हैं। हमारा मिशन है कि चाहे बच्चा गरीब के घर पैदा हो, चाहे अमीर के घर पैदा हो, उसे अच्छी शिक्षा देना किसी भी जिम्मेदार सरकार का काम है। शिक्षा जो है वो पैसे की मोहताज नहीं होनी चाहिए। तो अगर गरीबों के बच्चे आज सरकारी स्कूल में इसलिए जाते हैं, उनके पास पैसे नहीं होते, लेकिन अब ऐसे स्कूल बनाएंगे कि मैं चैलेंज के साथ कह सकता हूँ, यहाँ इस हॉल के अंदर, मैं जानता हूँ कि आप में से आप सब लोग जो हैं बहुत पैसे वाले लोग हैं। आधे से ज़्यादा लोग, अगर आधे से ज़्यादा लोगों को अपने बच्चों को सरकारी स्कूल में भर्ती नहीं करा दिया तो हमारी सरकार बनने का कोई फ़ायदा नहीं। और आज गुरुओं के आशीर्वाद से हम दूसरा अच्छा काम करने शुरू कर रहे हैं कि इंडस्ट्री और व्यापार को जो परेशानियां होती थी बहुत ज़्यादा, अभी अभी किसी ने मुझे बताया, यहाँ से शायद स्टील एंड फाउंड्री इंडस्ट्री के कोई थे, 882 यूनिट्स होती थी किसी ज़माने में और अब 126 बच गई हैं। तो हम तरक्की के रास्ते पे जा रहे हैं कि हम उल्टा जा रहे हैं? डेवलपमेंट बंद हो रहा है कि डेवलपमेंट हो रहा है? इसे चेंज करना है। पहले अगर 882 होती थी और हमारी सरकार 5 साल के अंदर अगर ये 2000 नहीं हुई तो फिर सरकार बनने का कोई फायदा नहीं है। मुझे याद है इसी हॉल के अंदर चुनाव के पहले हमने आप लोगों के साथ टाउन हॉल किया था और उस टाउन हॉल के अंदर आप में से कुछ लोग आए थे, आज कुछ लोग नए भी आए हैं। आप में से कई लोगों ने अपनी अपनी समस्याएं बताई थी, अपने अपने सुझाव दिए थे और यहाँ बैठ के मैं सारे सुझाव लिख रहा था। मेरे फ़ोन के ऊपर सारे मैंने लिखे हुए हैं। जितने सुझाव उस टाइम दिए थे, ये हमारी, मैं हमेशा कहता हूँ कि चुनाव के पहले पार्टियां घोषणा पत्र करती हैं, संकल्प पत्र करती हैं, फलाना करती हैं। हमने शुरू की थी गारंटी। अब कई सारी पार्टियों ने ये गारंटी शब्द भी चोरी कर लिया, वो भी कहने लगी हैं कि गारंटी गारंटी गारंटी। लेकिन जो हमारी गारंटी होती है वो केजरीवाल की गारंटी होती है। केजरीवाल की गारंटी और कोई पार्टी नहीं दे सकती। जो हम कहते हैं वो करते हैं। आज हम आप लोगों के बीच में ये कहने के लिए आए हैं कि जो जो गारंटी हम लोगों ने दी थी
इंडस्ट्री को लेके, उनमें से कई सारे वादे हमने पूरे किए हैं और उससे भी बहुत ज़्यादा किया है। पिछले 1-1.5 महीने पहले सारे अखबारों के अंदर एडवर्टाइजमेंट्स निकाल के और अलग अलग तरीके से फ़ोन नंबर जारी करके, तरह व्हाट्सएप नंबर जारी करके इंडस्ट्री से उनकी समस्याएं पूछी गई। आप लोगों में मैं भी नोट कर रहा था, 3 किस्म की मोटी मोटी समस्याएं देखी। इंडिविजुअल प्रॉब्लम्स, जैसे अभी किसी ने कहा जी हमारी तो इंडस्ट्री मध्य प्रदेश जा रही थी, मैंने अपने पिताजी को कहा कि एक मौका पंजाब में करके देखते हैं, और फिर मेरा बिजली का कनेक्शन मिल गया। इंडिविजुअल प्रॉब्लम्स बहुत लोगों की थी, वो इंडिविजुअल प्रॉब्लम सॉल्व हुई। इंफ्रास्ट्रक्चर की प्रॉब्लम्स, यहाँ पे फोकल पॉइंट के अंदर सड़कें नहीं हैं, उनकी समस्याएं थी। मान साहब ने अभी ऑन द स्पॉट आपके लिए 14 करोड़ या 18 करोड़ रुपए सैंक्शन कर दिए। वहाँ पे दरबार साहब के आसपास उन्होंने बताया कि जो सड़कें हैं वो ख़राब हैं, वो सारी सड़कें बनेंगी। मान साहब ने प्रॉमिस किया, और अभी अभी मैं बैठा था, हमारे राज्यसभा के एमपी हैं, ये बता रहे हैं 50 लाख रुपए इन्होंने ऑलरेडी सैंक्शन कर दिया आसपास की सड़कें रिपेयर कराने के लिए, लेकिन पैसे की कमी नहीं होने देंगे, आप चिंता मत करना। किसी ने बताया कि वहाँ पे जो आपने बताया कि जो बड़े बड़े फोकल पॉइंट की तो बात करते हैं, लेकिन जो छोटे व्यापारी हैं वहाँ पे उनके सड़कें नहीं बनाई जाती, वो भी सड़कें बनाएंगे। तो दूसरी समस्या निकल के आई कि इंफ्रास्ट्रक्चर की प्रॉब्लम है। इंफ्रास्ट्रक्चर के लिए कई सारे प्रोजेक्ट्स आज अनाउंस किए गए हैं। तीसरी किस्म की समस्याएं निकल के आई कि सिस्टमिक प्रॉब्लम्स हैं, सिस्टम की समस्याएं हैं, गलत पॉलिसीज़ बनी हुई हैं, उन पॉलिसीज़ को ठीक करना है, उसको भी ठीक करेंगे। अभी तक जब भी इंडस्ट्री की बात करते थे, एक ही चीज़ सुनने में आती थी कि कितना बाहर से इन्वेस्टमेंट आ रहा है, कितना बाहर से इन्वेस्टमेंट आ रहा है। वो तो इम्पॉर्टेंट है, लेकिन किसी ने सही कहा कि बाहर के इन्वेस्टमेंट को तो बाद में देख लेना, पहले अपनी इंडस्ट्री तो बचा लो। अगर हमारी इंडस्ट्री नहीं बचेगी तो बाहर का इन्वेस्टमेंट का क्या फ़ायदा? और सबसे बड़े ब्रांड एम्बेसडर्स तो आप ही लोग हैं। कोई अगर बाहर से इंडस्ट्री लगाने आएगा तो सबसे पहले तो आप ही से पूछेगा कि भाई साहब क्या माहौल है यहाँ पे, अच्छा माहौल है, ख़राब माहौल है, मैं पैसा लगाऊँ यहाँ पे? और आप कहोगे नहीं जी बहुत ख़राब माहौल है, मत आना, तो कोई भी बाहर से पैसा नहीं आ सकता। तो एक भगवंत मान साहब ने बड़ा अच्छा काम किया। मैंने ये देखा है कि हर स्टेट के अंदर बड़े बड़े प्रोग्राम्स होते हैं, फलाने स्टेट में ये वो बड़े बड़े, और इतने बड़े एक प्रोग्राम करते हैं कि इन्वेस्ट करो। बाहर से बड़े बड़े सारे अंबानी, अडानी, फलाना ढिमका सारे बड़े बड़े उद्योगपतियों को बुलाते हैं इन्वेस्ट करने के लिए। फिर अगले दिन अखबारों के फ्रंट पेज पे खबरें छपवाई जाती हैं, फुल पेज ऐड छपते हैं, 3 लाख 4 लाख करोड़ रुपए के MOU साइन हो गए। और मैंने देखा एक भी MOU जो है वो इन्वेस्टमेंट में कन्वर्ट नहीं होता। भगवंत मान ने एक बड़ा इंटरेस्टिंग काम किया जो मैं देख रहा था पिछले 1 साल से बड़े क्लोजली। इन्होंने इस तरह का कोई नौटंकी नहीं की। मैं इसको नौटंकी बोलूँगा क्योंकि आते हैं, सारा मीडिया आता है, 2 दिन की प्रोग्राम होते हैं, देश भर के बड़े बड़े लोग आते हैं, MOU साइन होते हैं, पैसा एक नहीं आता, जॉब एक नहीं मिलता, टैक्स एक नहीं आता। इन्होंने देश में जाके, ये हैदराबाद गए, चेन्नई गए, बॉम्बे गए, बेंगलोर गए, वहाँ इन्होंने जाके 1-to-1 मीटिंग करी इंडस्ट्रियलिस्ट्स के साथ। एक इंडस्ट्रियलिस्ट के साथ जब आप बंद कमरे में 1-to-1 मीटिंग करते हो तब वो आपको बताता है कि मेरी क्या इन्वेस्टमेंट मैं कर सकता हूँ और मेरी क्या प्रॉब्लम्स हैं, सरकार से मेरी क्या एक्सपेक्टेशंस हैं। वो जो मीटिंग्स हैं वो एक्चुअल इन्वेस्टमेंट्स में कन्वर्ट हो रही हैं। ये कोई छोटी बात नहीं है कि अभी हमारी 1.25 साल हुए हैं हमारी सरकार बने हुए, 1.5 साल हुआ है सरकार बने हुए। इस 1.5 साल के अंदर अगर 50,000 करोड़ रुपए की इन्वेस्टमेंट शुरू हो गई है, नारियल फूट गए हैं, जमीनें खरीद ली गई हैं, इन्वेस्टमेंट ये MOU नहीं है, ये वो फर्जी वाले MOU नहीं है, ये असली वाली इन्वेस्टमेंट है। 50,000 करोड़ रुपए की इन्वेस्टमेंट अगर कोई सरकार 1.5 साल के अंदर ला रही है, ये बहुत बड़ी अचीवमेंट है, बहुत बड़ी अचीवमेंट है।
लेकिन जब हम ये डिस्कस कर रहे थे, मैं और भगवंत मान साहब, की 50,000 करोड़ की इन्वेस्टमेंट आ रही है, मैं अभी देख रहा था, इट विल क्रिएट 2,86,000 जॉब्स, 2,86,000 जॉब्स क्रिएट होंगे। अभी इन्होंने 35,000 36,000 जॉब्स तो ऑलरेडी दे दिए सरकारी महकमे में, लेकिन ये इंडस्ट्री जब लग जाएंगी, टाटा स्टील लगेगा और दूसरी कई सारी इंडस्ट्रीज आ रही हैं, ये जब इंडस्ट्रीज लग जाएंगी ये 2,86,000 जॉब्स क्रिएट करेंगी। आज सबसे बड़ी प्रॉब्लम तो इसी हमारे पंजाब में नशा इसीलिए तो है कि जॉब्स नहीं है हमारे यूथ के पास। जो लड़का सवेरे नौकरी पे जाके शाम को घर आएगा, सवेरे व्यापार में जाके शाम को, वो नशा थोड़ी करेगा, उसके पास तो टाइम ही नहीं है। आज नशा इसलिए कर रहे हैं, बेरोजगारी है, इसी से बेरोजगारी खत्म हो गई। लेकिन जब हम ये डिस्कस कर रहे थे, सबसे बड़ी प्रॉब्लम हमें नजर जो आई कि अगर बाहर की इन्वेस्टमेंट तो आएगी, लेकिन जब तक सबसे बड़े इन्वेस्टर तो आप लोग हैं, आपने तो अपनी इन्वेस्टमेंट कर रखी है ऑलरेडी, और अगर आपको माहौल मिलने लगा तो अभी आपके पास, मेरे को पता है यहाँ जितने लोग बैठे हैं सबकी जेब में अच्छा खासा पैसा है। अगर आपको अच्छा माहौल मिल गया तो जितनी इन्वेस्टमेंट ये 50,000 करोड़ रुपए बाहर से लाए हैं, आप कम से कम अगर सारे खुश हो गए तो 1,00,000 करोड़ से ज्यादा इन्वेस्टमेंट आप खुद करने की क्षमता रखते हैं। केवल इसकी बात नहीं कर रहा, पंजाब के अंदर अभी शाम को हम लोग जालंधर जा रहे हैं, कल लुधियाना जाएंगे, उसके बाद हम मोहाली जाएंगे। पंजाब के जितने इंडस्ट्रियलिस्ट्स हैं, पंजाब के अंदर आज जिन लोगों का स्टेक है, जिन लोगों का इंडस्ट्री और व्यापार में स्टेक है, अगर वो लोग माहौल से खुश हो गए और उनको लगने लगा कि उनकी इन्वेस्टमेंट सेफ है, मैं समझता हूं आप 1,00,000 1,50,000 करोड़ रुपए से ज्यादा का इन्वेस्टमेंट आज पंजाब के अंदर करने की क्षमता रखते हैं। इसीलिए हमारा मकसद है कि इंडस्ट्री को आज जो माहौल है उसको ठीक किया जाए। बीच में पिछले 15-20 साल के अंदर पंजाब के अंदर माहौल ऐसा हुआ कि सारी इंडस्ट्री पंजाब से निकल के दूसरे राज्यों में जाने लगे, मध्य प्रदेश जाने लगी, इधर जाने लगी, उधर जाने। इसको वापस लेके आना है और आप लोगों को यहीं रोकना है और आप लोगों को और इन्वेस्ट करने के लिए हमें तैयार करना है। तो हमारा एक मकसद आज की ये करने का था। मैंने जैसे बताया, जब मैं चुनाव के पहले मैं और भगवंत मान साहब आपके बीच में आए थे, हमने सारी समस्याएं नोट की थी। हमने कहा था ये तो करेंगे ही करेंगे, लेकिन उस दिन जब हम चुनाव के पहले आए थे, हम आपसे रिश्ता बनाने के लिए आए थे। ऐसा नहीं कि वो 4 समस्याएं, 5 समस्याएं, 10 समस्याएं, 15 समस्याएं, 20 समस्याएं अगर हमने सॉल्व कर दी तो बस जिंदगी की सारी प्रॉब्लम सॉल्व हुई, ऐसा नहीं है। आज कुछ समस्याएं हैं, कल और नई समस्याएं निकलेंगी, परसों तीसरी नई समस्या निकलेगी। आज ये प्रोसेस हमने चालू किया है और हम कोशिश करेंगे, मेरी मान साहब से रिक्वेस्ट है कि हर 3-3, 4-4 महीने के अंदर ये बिजनेस वालों के साथ, इंडस्ट्री वालों के साथ इस तरह का डायलॉग होना चाहिए। मैं अभी देख रहा था, जैसे आपने बताया बासमती राइस की जो प्रॉब्लम है, एक नई प्रॉब्लम क्रिएट हो गई है। एक तरफ पंजाब के अंदर हम पॉलिसी बना रहे हैं कि बासमती राइस ज़्यादा उगाओ, बासमती राइस ज़्यादा उगाओ, और दूसरी तरफ केंद्र सरकार अगर बासमती राइस एक्सपोर्ट करने के लिए मना कर, बेचेंगे कहाँ पे हम लोग? तो नई नई प्रॉब्लम्स क्रिएट होंगी और वो नई नई प्रॉब्लम्स क्रिएट होंगी इसी तरह से। एक इन्होंने अभी जैसे चीफ सेक्रेटरी साहब ने कई सारे तरीके अनाउंस किए हैं कि आप सरकार से कैसे मिल सकते हैं, मुख्यमंत्री से कैसे मिल सकते हैं, चीफ सेक्रेटरी से कैसे मिल सकते हैं। दूसरा, 3-3, 4-4 महीने में ऐसे मीटिंग्स होंगी तो आप सब लोगों के साथ, आप सब लोगों को मौका मिलेगा अपनी बातें रखने का। हम लोग नए नए राजनीति में आए हैं, कितनी 10 साल हुए हैं हमारी पार्टी को बने हुए। जब सबसे पहले दिल्ली में सरकार बनी थी, ये सारी दूसरी पार्टी वाले हमारा मजाक उड़ाते थे, कहते थे इनको सरकार चलानी नहीं आती, ये कैसे सरकार चलाएंगे, इनको सरकार चलानी नहीं आती। फिर दिल्ली में हमारी सरकार बनी, शानदार सरकार चल गई, अच्छी सरकार चल गई। हेल्थ के क्षेत्र में रेवोल्यूशन आ गया, एजुकेशन के क्षेत्र में रेवोल्यूशन आ गया, बिजली के क्षेत्र में रेवोल्यूशन आ गया, पानी के क्षेत्र में, कई क्षेत्रों के अंदर शानदार काम चल रहा है दिल्ली के अंदर। दिल्ली के कामों को देख के पंजाब के लोगों ने हमें वोट दे दिया, पंजाब में हमारी सरकार बनी। जब पंजाब में हमारी सरकार बनी और जब भगवंत मान साहब यहाँ के मुख्यमंत्री बने, कई लोग कहते थे ये तो आर्टिस्ट है,
पता नहीं ये कैसे सरकार चलाएंगे, सरकार चला पाएंगे कि नहीं चला पाएंगे। आज मुझे आप सब लोगों के मैं स्टेटमेंट सुन रहा था, एक आदमी ने कहा कि अमृतसर का ट्रैफिक की प्रॉब्लम सॉल्व हो गई है। अगर अमृतसर की ट्रैफिक की प्रॉब्लम सॉल्व हो गई है तो हम दिल्ली वाले भी भगवंत मान साहब से सीखेंगे कि ट्रैफिक की प्रॉब्लम कैसे सॉल्व करनी है। किसी ने कहा कि सिविल एडमिनिस्ट्रेशन बहुत अच्छा हो गया है, ये ग्रीन स्टैम्प पेपर, इससे बड़ी सिंगल विंडो सिस्टम हो सकता है। बड़ी बड़ी बातें मैंने पूरे देश में सुनी है, बड़े बहुत CII के भी प्रोग्राम अटेंड करे, फिक्की के भी, सब जगह एक ही होता है, हम सिंगल विंडो सिस्टम करेंगे, हम सिंगल विंडो सिस्टम कर, कहीं कोई सिंगल विंडो नहीं होता। मैं सोच रहा था अभी बैठे बैठे, ये ग्रीन स्टैम्प पेपर से ज्यादा इफेक्टिव सिंगल विंडो सिस्टम मैंने तो आज तक नहीं देखा। ये इन्हीं के दिमाग की उपज है। अभी इस, और सबसे बड़ी बात है कि करप्शन खत्म हो गई है, करप्शन खत्म हो गई है। मैं ये नहीं कहूंगा कि नीचे के लेवल पे कई ऐसे क्षेत्र होंगे जहां पे चल रही है। पहले जो एक सिस्टमिक तौर पे नीचे से पैसा चलता था और ऊपर तक मंत्रियों तक और मुख्यमंत्री तक पहुंचता था, अब मंत्री और मुख्यमंत्रियों तक नहीं पहुंचता, अफसरों तक नहीं पहुंच, नीचे होगा, उसको भी टैकल कर रहे हैं, लेकिन काफ़ी हद तक करप्शन पे लगाम लगी है। टूरिज्म के क्षेत्र में भी आप लोगों ने बताया कि बहुत शानदार काम चल रहा है। यहाँ पे टूरिज्म के कई सारे लोग आए थे जिन्होंने अपने MSME, पूरे देश में पिछले 1 साल के अंदर सबसे 3.25 लाख MSME के रजिस्ट्रेशन हुए हैं। दैट इज द हाईएस्ट इन द कंट्री। केवल 1.5 साल के अंदर, केवल 1.5 साल के अंदर सबसे, और जबकि 2-3 साल पहले का डेटा है कि MSME कोई यहाँ लगाना नहीं चाहता था, सारी जो एग्जिस्टिंग MSME है वो उठ के बाहर जा रही थी, और अब नई MSME जो है 3.25 लाख MSME नई रजिस्ट्रेशन यहाँ पे हुई है। अभी जैसे उन्होंने बताया, कृष्ण कुमार जो इरिगेशन सेक्रेटरी हैं, उन्होंने बड़ा शानदार काम किया, ये बता रहे थे कि हमारी नहरें, हमारे पास पानी है, नहरें हैं, 30 से 40% पानी केवल इस्तेमाल हो रहा था। और मैं सुन के आश्चर्यचकित रह गया। अभी किसी ने कहा जी हमें ग्राउंड वाटर का प्रॉब्लम हो रही है, और कृष्ण कुमार सेक्रेटरी ने यहाँ पे खड़े होकर कहा कि चिंता मत करो, पानी है हमारे पास। ऐसा माहौल मैंने कहीं नहीं देखा कि कोई सरकारी अफसर खड़ा होकर कहे पानी मैं दूंगा, चिंता मत करो, पानी आ जाएगा आप लोगों के पास। ये कोई छोटी मोटी बात नहीं है। तो जो लोग 1 साल पहले, 1.5 साल पहले जब हमारी सरकार बनी, वो कहते थे भगवंत मान सरकार चला पाएंगे क्या, वो तो आर्टिस्ट हैं। आज मैं विश्वास के साथ आपकी बातें ही सुन रहा था, आपकी बातों से ये निकल के आ रहा है, परहैप्स ही इज वन ऑफ द बेस्ट एडमिनिस्ट्रेटर्स इन द कंट्री। जिस तरह का एडमिनिस्ट्रेशन वो दे रहे हैं, मेरा छोटा भाई है, मैं प्यार करता हूं, लेकिन ये मैं अपनी आवाज, अपनी बात नहीं कह रहा, ये मैं आपकी बातों से कंक्लूड करके कह रहा हूं। पंजाब ने बहुत बड़े बड़े लीडर्स पैदा किए हैं, पंजाब ने इसके पहले बहुत बड़े बड़े मुख्यमंत्री भी पैदा किए हैं, लेकिन मुझे ये कहने में कोई गुरेज नहीं है कि ही इज प्रूविंग टू बी वन ऑफ द बेस्ट चीफ मिनिस्टर्स दैट पंजाब हैज प्रोड्यूस्ड सो फार। मैंने सोशल मीडिया पे अभी देखा, पंजाब में बाढ़ आई, बाढ़ आती है क्या होता है, मुख्यमंत्री एक हेलीकॉप्टर लेता है, पूरा फोटो वोटो खिंचाता है, वीडियो खिड़की के पास बैठ के वीडियो खिंचाता है और फिर ट्वीट कर देता है, आज मैंने बाढ़ ग्रस्त इलाकों का दौरा किया। ऐसे ही होता है ना, स्टैंडर्ड है, स्टैंडर्ड SOP है। इन्होंने हेलीकॉप्टर से दौरा नहीं किया, इन्होंने अपनी पैंट ऊपर करी और पैंट ऊपर करके ये खुद कश्ती में बैठ के एक गांव में गए, और वो सीन सबने देखा जब छत के ऊपर लोग बैठे हुए थे और उन छत के ऊपर से लोगों को ये उतार के नीचे लाए। वो आ नहीं रहे थे, वो कह रहे थे नहीं हम अपना घर नहीं छोड़ना चाहते, हमारा सामान डूब जाएगा। उनको छत के ऊपर से लोगों को अपनी नाव में बिठा के लोगों को बचाने के लिए निकला था पंजाब का मुख्यमंत्री। पंजाब ने आज तक ऐसा मुख्यमंत्री नहीं देखा जो हेलीकॉप्टर से दौरे नहीं करता, वो जमीन के ऊपर, पानी के ऊपर उतर के और वो जाता है। आज बस मैं ज़्यादा भाषण देने के लिए नया, मुझे बहुत खुशी हुई आज आप लोगों के साथ मिलके और आप लोगों के साथ मीटिंग करके। एक ही चीज़ कहना चाहता हूँ, मैं भी इनकम टैक्स में पहले काम करता था। जितनी सरकारें आईं
सब सरकारों ने व्यापारियों को और इंडस्ट्रियलिस्ट्स को शक की निगाहों से देखा है। वो सोचते हैं कि ये चोर हैं। जैसे इंडस्ट्रियलिस्ट को देखते हैं, झपट्टा मार के पड़ती है पूरी सरकार, इसको लूट लो, नोच लो इसको। ऐसे ही होता है ना, नोचने के लिए नेता भी नोचने को बैठा है, अफसर भी नोचने को बैठा है, और सबको लगता है ये चोर है, इसने पता नहीं कितना कमा रखा है, इससे जितना नोच सकते हैं नोच लो। हम आपको चोर नहीं मानते, हम आपको अपना भाई मानते हैं, हम आपको अपना पार्टनर मानते हैं। हम ये मानते हैं कि आपके बिना पंजाब की तरक्की संभव नहीं है। अगर आप नहीं हैं तो पंजाब की तरक्की नहीं हो सकती। आपको खुश रखना, आप फलें फूलें, आगे बढ़ें, तरक्की करें, खूब कमाएं, और उस कमाई में से थोड़ा बहुत टैक्स सरकार को दे दें और हमारे बच्चों को नौकरी दे दें, बस यही चाहते हैं हम लोग। बहुत बहुत शुक्रिया।